ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ, ਦਸਾਂ ਪਾਤਸ਼ਾਹੀਆਂ ਜੀ ਦੀ ਪਵਿੱਤਰ ਆਤਮ ਗਿਆਨ ਰੂਪੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਮਿਲ ਜੁੜ ਬੈਠ, ਜਿੱਥੇ ਇਲਾਹੀ ਗੁਰਬਾਣੀ ਦੇ ਰਾਹੀਂ ਆਪੋ ਆਪਣੇ ਮਨ ਨੂੰ ਠਾਰਨ ਵਾਸਤੇ ਆਪ ਯਤਨਸ਼ੀਲ ਹੋ, ਉੱਥੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਨ ਪਵਿੱਤਰ ਅਸਥਾਨ, ਉਹ ਭਾਰੀ ਪੁਰਖ, ਦਲ ਭੰਜਨ ਗੁਰ ਸੁਰਮਾ ਵੱਡ ਜੋਧਾ, ਬਹੁ ਪਰ ਉਪਕਾਰੀ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੂਹ ਪ੍ਰਾਪਤ ਇਸ ਪਾਵਨ ਅਸਥਾਨ ਤੋਂ ਲੈ ਧੂੜ ਮੁਖ ਲਾਵਾ ਦੇ ਮਾਂ ਵਾਕਾਂ ਅਨੁਸਾਰ ਪਵਿੱਤਰ ਅਸਥਾਨ ਦੀ ਧੂੜੀ ਦੇ ਰਾਹੀਂ ਆਪੋ ਆਪਣੇ ਤਨ ਅਤੇ ਮਨ ਨੂੰ ਪਵਿੱਤਰ ਕਰਨ ਲਈ ਆਪ ਯਤਨਸ਼ੀਲ ਹੋ ਰਹੇ ਹੋ। ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸੁਚੱਜਾ ਸਮਾਗਮ ਗੁਰੂ ਬਖਸ਼ਿਸ਼ ਕੀਤੀਆਂ ਹੋਈਆਂ ਸੁਚੱਜੀਆਂ ਰੂਹਾਂ ਦੁਆਰਾ ਪ੍ਰਾਰੰਭ ਕੀਤਾ ਜਾ ਰਿਹਾ ਹੈ। ਸਤਿਗੁਰ ਜੀ ਦੀ ਆਸੀਸ ਪਹਿਲੇ ਦਿਨ ਦਾਸਰੇ ਨੂੰ ਪ੍ਰਾਪਤ ਹੋ ਰਹੀ ਹੈ। ਮਾਣ ਵਾਲੀ ਗੱਲ ਹੈ ਮੇਰੇ ਵਾਸਤੇ ਕਿ ਸਮਾਗਮ ਦੀ ਲੜੀ ਦੇ ਵਿੱਚ ਮੁੱਢਲਾ ਸਮਾਗਮ ਦਾਸਰੇ ਨੂੰ ਪ੍ਰਾਪਤ ਹੋਇਆ ਤੇ ਵਿਸ਼ਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਾਡੇ ਜੀਵਨ ਦਾ ਆਧਾਰ ਗੁਰਬਾਣੀ, ਗੁਰਬਾਣੀ ਦਾ ਮੂਲ ਉਹ ਪਰਮ ਸ਼ਕਤੀ ਜਿਹਨੂੰ ਅਸੀਂ ਵਾਹਿਗੁਰੂ ਕਹਿ ਕੇ ਸਨਮਾਨ ਦਿੰਦੇ ਹਾਂ, ਜਿਸ ਪਰਮ ਸ਼ਕਤੀ ਦੀ ਸਮੁੱਚੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ। ਅੱਜ ਆਪਾਂ ਇਸ ਮਹਾਨ ਸ਼ਬਦ ਨੂੰ, ਜੋ ਸਾਡੀ ਰਵਾਇਤ, ਸਾਡੀ ਪਰੰਪਰਾ, ਸਾਡੇ ਹਿਰਦੇ ਦਾ ਸ਼ਿੰਗਾਰ ਹੈ ਵਾਹਿਗੁਰੂ, ਇਸ ਤੋਂ ਪਹਿਲਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਚੱਲ ਰਹੀ ਵਿਚਾਰਾਂ ਦੀ ਲੜੀ ਵਿੱਚੋਂ ਪਹਿਲਾ ਜਿਹੜਾ ਮੋਤੀ ਹੈ, ਪਹਿਲਾ ਜਿਹੜਾ ਵਿਸ਼ਾ ਹੈ, ਉਹਦੀ ਆਰੰਭਲੀ ਵਿਚਾਰ ਤੁਹਾਡੇ ਸਨਮੁਖ ਰੱਖਾਂ। ਆਓ ਸਾਰੇ ਜਾਣੇ ਯਤਨ ਕਰੋ, ਆਪੋ ਆਪਣੀਆਂ ਸੁਰਤੀਆਂ ਨੂੰ ਗੁਰੂ ਦੇ ਪਿਆਰ, ਗੁਰੂ ਦੇ ਚਰਨਾਂ ਵਿੱਚ ਜੋੜ ਕੇ ਆਪਾਂ ਇੱਕ ਅਰਦਾਸ, ਇੱਕ ਆਸੀਸ ਗੁਰੂ ਦੇ ਰਾਹੀਂ ਗੁਰੂ ਦੇ ਕੋਲੋਂ ਪ੍ਰਾਪਤ ਕਰੀਏ, ਤਾਂ ਕਿ ਇਹ ਜਿਹੜੀ ਲੜੀ ਚੱਲਣੀ ਹੈ, ਇਸ ਲੜੀ ਦੇ ਵਿੱਚ ਬੜੇ ਬੜੇ ਸੁਚੱਜੇ ਵਿਦਵਾਨ ਆਉਣਗੇ ਤੇ ਸੁਚੱਜੀਆਂ ਵਿਚਾਰਾਂ ਰੱਖਣਗੇ। ਸਭ ਨੇ ਹਿਰਦਿਆਂ ਰੂਪੀ ਝੋਲੀਆਂ ਨੂੰ ਨਿਤ ਸਮੇਂ ਸਿਰ ਪਹੁੰਚ ਗੁਰੂ ਦੇ ਚਰਨਾਂ ਕਮਲਾਂ ਪਾਸ ਅੱਡ ਗੁਰਬਾਣੀ ਦੀਆਂ ਦਾਤਾਂ ਨੂੰ ਪਵਾਉਣ ਵਾਸਤੇ ਯਤਨ ਕਰਨਾ ਹੈ। ਆਰੰਭਤਾ ਦੇ ਲਈ ਗੁਰੂ ਕੀ ਆਸੀਸ ਪ੍ਰਾਪਤ ਕਰਨ ਵਾਸਤੇ ਆਓ ਕਰੋ ਫਤਿਹ ਦੀ ਦਾਤ ਪ੍ਰਾਪਤ। ਸਾਰੇ ਜਾਣੇ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੱਖ ਕੌਮ ਦੇ ਮਹਾਨ ਦਾਰਸ਼ਨਿਕ ਵਿਦਵਾਨ, ਮਹਾਨ ਭਾਸ਼ਾ ਵਿਗਿਆਨੀ, ਮਹਾਨ ਸੰਪਾਦਕਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਪੰਜਾਬੀ ਦੇ ਮਹਾਨ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਦੀਆਂ ਪਵਿੱਤਰ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਸਿੱਖ ਰਵਾਇਤਾਂ ਦੇ ਵਿੱਚ ਸਨਮਾਨਿਆ ਗਿਆ, ਕਿਉਂਕਿ ਗੁਰਬਾਣੀ ਦੀਆਂ ਬਹੁਤ ਸਾਰੀਆਂ ਐਸੀਆਂ ਘੁੰਡੀਆਂ ਜਿਹੜੀਆਂ ਆਮ ਵਿਅਕਤੀ ਦੇ ਕੋਲੋਂ ਖੁੱਲ੍ਹਦੀਆਂ ਨਹੀਂ ਨੇ, ਕਿਉਂਕਿ ਗੁਰਬਾਣੀ ਇੱਕ ਆਤਮਿਕ ਗਿਆਨ ਹੈ ਤੇ ਆਤਮਿਕ ਗਿਆਨ ਦੀਆਂ ਗੱਲਾਂ ਹਰ ਇੱਕ ਮਨੁੱਖ ਦੀ ਸਮਝ ਦੇ ਵਿੱਚ ਆਉਣ ਵਾਲੀਆਂ ਨਹੀਂ ਹੁੰਦੀਆਂ। ਇਸ ਵਾਸਤੇ ਕੁਝ ਐਸੇ ਲੋਕ ਹੁੰਦੇ ਨੇ, ਕੁਝ ਐਸੀ ਪਹੁੰਚ ਵਾਲੇ ਪੁਰਖ ਹੁੰਦੇ ਨੇ, ਜਿਨ੍ਹਾਂ ਕੋਲੋਂ ਕਈ ਵਾਰ ਸਾਨੂੰ ਗੁਰਮਤ ਦੀ ਦਾਤ ਸਮਝਣੀ ਪੈਂਦੀ ਹੈ। ਭਾਈ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਉਹਨਾਂ ਨੇ ਆਪਣੀ ਪਾਵਨ ਕਾਨੀ ਦੇ ਰਾਹੀਂ ਕੁਝ ਐਸੀਆਂ ਮਹਾਨ ਰਚਨਾਵਾਂ ਸਾਡੇ ਸਨਮੁਖ ਰੱਖੀਆਂ, ਜਿਨ੍ਹਾਂ ਨੂੰ ਅਸੀਂ ਵਾਰਾਂ ਤੇ ਕਵਿਤ ਕਹਿ ਕੇ ਯਾਦ ਕਰਦੇ ਹਾਂ। ਭਾਈ ਸਾਹਿਬ ਜੀ ਦੀਆਂ ਵਾਰਾਂ ਤੇ ਕਵਿਤ ਗੁਰਬਾਣੀ ਨੂੰ ਖੋਲ੍ਹਦੇ ਨੇ। ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਗੁਰਬਾਣੀ ਦੀਆਂ, ਜੇ ਭਾਈ ਸਾਹਿਬ ਜੀ ਨੇ ਨਾ ਖੋਲ੍ਹੀਆਂ ਹੁੰਦੀਆਂ, ਸਾਨੂੰ ਬਹੁਤ ਸਾਰੇ ਭਰਮ ਭੁਲੇਖੇ ਲੱਗ ਸਕਦੇ ਸਨ ਗੁਰਬਾਣੀ ਦੇ ਪ੍ਰਤੀ, ਕਿ ਸ਼ਾਇਦ ਗੁਰੂ ਪਾਤਸ਼ਾਹ ਜੀ ਕੁਝ ਇਵੇਂ ਦੀ ਗੱਲ ਕਹਿ ਰਹੇ ਨੇ। ਜੇ ਉਵੇਂ ਦੀ ਗੱਲ ਜੋ ਸਾਡੇ ਮਨ ਵਿੱਚ ਆ ਜਾਂਦੀ ਹੈ, ਜਿਹੜੀ ਗੁਰਬਾਣੀ ਦੀਆਂ ਰਵਾਇਤਾਂ ਤੋਂ ਪਰੇ ਲਿਜਾਣ ਵਾਲੀ ਸੀ, ਤਾਂ ਭਾਈ ਸਾਹਿਬ ਜੀ ਨੇ ਇਹ ਜਾਣ ਕੇ ਮਤਾ ਕਿਤੇ ਇਹ ਪੁਰਾਣੀਆਂ ਪਰੰਪਰਾਵਾਂ, ਪੁਰਾਣੀਆਂ ਰਵਾਇਤਾਂ ਦੇ ਵਿੱਚ ਫਸ ਜਾਣ, ਉਹਨਾਂ ਨੇ ਉੱਥੋਂ ਕਿਉਂਕਿ ਸਾਡੀਆਂ ਬੁੱਧੀਆਂ ਨੂੰ ਉਹ ਸਮਝਦੇ ਸਨ, ਸਾਡੀ ਮਾਨਸਿਕ ਅਵਸਥਾ ਨੂੰ ਉਹ ਜਾਣਦੇ ਸਨ, ਉਹਨਾਂ ਨੇ ਉਸ ਗੱਲ ਨੂੰ ਵਿਖਿਆਨ ਕੀਤਾ ਹੈ ਕਵਿਤਾਂ ਦੇ ਰਾਹੀਂ ਤੇ ਆਪਣੀਆਂ ਵਾਰਾਂ ਦੇ ਰਾਹੀਂ। ਜਿਵੇਂ ਇੱਕ ਉਦਾਹਰਨ ਦੇ ਕੇ ਫਿਰ ਮੈਂ ਗੱਲ ਆਰੰਭ ਕਰਾਂਗਾ। ਭਾਈ ਸਾਹਿਬ ਜੀ ਨੇ ਜਿਵੇਂ ਗੱਲ ਕੀਤੀ ਗੁਰੂ ਦੀ ਮੂਰਤ ਦੀ, ਕਿਉਂਕਿ ਬਹੁਤ ਵੱਡਾ ਭੁਲੇਖਾ ਲੱਗ ਸਕਦਾ ਸੀ ਸਾਨੂੰ ਦੁਨਿਆਵੀ ਲੋਕਾਂ ਨੂੰ। ਜਿਸ ਦੇਸ਼ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਜਿਸ ਦੇਸ਼ ਦੇ ਵਿੱਚ ਸਿੱਖ ਮਤ ਪੈਦਾ ਹੋਇਆ ਹੈ, ਉਸ ਦੇਸ਼ ਦੇ ਵਿੱਚ ਮਨੁੱਖੀ ਸਰੀਰ ਦੀ ਪੂਜਾ ਕੀਤੀ ਜਾਂਦੀ ਹੈ। ਮਨੁੱਖੀ ਸਰੀਰ ਜਦੋਂ ਵਿਣਸ ਜਾਂਦਾ ਹੈ ਤੇ ਫਿਰ ਸਰੀਰ ਦਾ ਰੂਪ ਜਿਹੜਾ ਹੈ ਧਾਤ ਦਾ, ਪੱਥਰ ਦਾ, ਇਤਆਦਿਕ ਵਸਤੂਆਂ ਦਾ, ਪਦਾਰਥਾਂ ਦਾ ਬਣਾ ਲਿਆ ਜਾਂਦਾ ਹੈ। ਕੋਈ ਤਸਵੀਰ ਬਣ ਜਾਂਦੀ ਹੈ, ਸੋਨੇ ਦਾ ਬੁੱਤ, ਚਾਂਦੀ ਦਾ ਬੁੱਤ, ਪੱਥਰ ਦਾ ਬੁੱਤ ਬਣ ਜਾਂਦਾ ਹੈ, ਕਿਉਂਕਿ ਸਰੀਰ ਸਦੀਵੀ ਨਹੀਂ ਰਹਿ ਸਕਦਾ, ਉਹਨੇ ਸੜ ਜਾਣਾ ਹੈ, ਗਲ ਜਾਣਾ ਹੈ। ਇਸ ਵਾਸਤੇ ਬੁੱਤ ਬਣ ਜਾਂਦੇ ਨੇ। ਫਿਰ ਸਰੀਰਾਂ ਦੀ ਪੂਜਾ ਕਰਨ ਵਾਲੇ ਬੁੱਤਾਂ ਦੀ ਪੂਜਾ ਕਰਦੇ ਨੇ। ਸਾਡੇ ਦੇਸ਼ ਦੇ ਵਿੱਚ ਤਾਂ ਜਿਉਂਦੇ ਮਨੁੱਖਾਂ ਦੀਆਂ ਤਸਵੀਰਾਂ ਤੇ ਬੁੱਤਾਂ ਦੀ ਵੀ ਪੂਜਾ ਹੁੰਦੀ ਹੈ। ਤੋ ਜਿੱਥੇ ਬੁੱਤਾਂ ਦੀ ਪੂਜਾ ਹੁੰਦੀ ਹੋਵੇ, ਜਿਸ ਦੇਸ਼ ਦੇ ਵਿੱਚ ਬੁੱਧ ਦੀ ਮੂਰਤੀ ਨੂੰ ਇੰਨਾ ਪੂਜਿਆ ਗਿਆ ਤੇ ਇੰਨੀਆਂ ਮੂਰਤੀਆਂ ਬਣਾਈਆਂ ਗਈਆਂ ਕਿ ਦੂਰ ਪਈ ਹੋਈ ਮੂਰਤੀ ਨੂੰ ਵੇਖ ਕੇ ਲੋਕ ਕਹਿੰਦੇ ਸਨ, ਆਓ ਵੇਖੋ ਬੁੱਧ ਪਿਆ ਹੈ। ਬੁੱਧ, ਇੱਥੋਂ ਸ਼ਬਦ ਨਿਕਲਿਆ ਹੈ ਬੁੱਤ। ਬੁੱਧ ਤੋਂ ਬੁੱਤ ਸ਼ਬਦ ਬਣਿਆ, ਨਹੀਂ ਤੇ ਮੂਰਤੀ ਸ਼ਬਦ ਵਰਤਿਆ ਜਾਂਦਾ ਸੀ ਭਾਰਤ ਦੇ ਵਿੱਚ। ਜਿਸ ਦੇਸ਼ ਦੇ ਵਿੱਚ ਇੰਨੀ ਮੂਰਤੀ ਪੂਜਾ ਹੁੰਦੀ ਰਹੀ, ਦੂਸਰੇ ਪਾਸੇ ਗੁਰੂ ਪਾਤਸ਼ਾਹ ਜੀ ਨੇ ਮੂਰਤੀ ਪੂਜਾ ਦਾ ਗੁਰਬਾਣੀ ਦੇ ਵਿੱਚ ਖੰਡਨ ਕੀਤਾ। ਇਸ ਦੇ ਬਾਵਜੂਦ ਗੁਰਬਾਣੀ ਦੇ ਵਿੱਚ ਸ਼ਬਦ ਆਇਆ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ। ਹੁਣ ਆਮ ਮਨੁੱਖ ਜਿਹੜਾ ਸੀ ਉਹਦਾ ਤੁਰੰਤ ਧਿਆਨ ਜਾਣਾ ਸੀ ਭਈ ਸਾਰੇ ਮੂਰਤੀਆਂ ਦੀ ਪੂਜਾ ਕਰਦੇ ਨੇ ਤੇ ਸਾਨੂੰ ਵੀ ਗੁਰੂ ਪਾਤਸ਼ਾਹ ਜੀ ਪ੍ਰੇਰਨਾ ਦੇ ਰਹੇ ਨੇ, ਗੁਰੂ ਦੀ ਮੂਰਤ ਆਪਣੇ ਮਨ ਦੇ ਵਿੱਚ ਧਿਆਨ ਕਰਕੇ ਲਿਆਉਣਾ ਕਰੋ। ਕਈ ਥਾਵਾਂ ਤੇ ਗੁਰੂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਕੀਤੀ ਗਈ ਹੈ। ਹਿੰਦੁਸਤਾਨ ਦੇ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਲੋਕ ਪੈਰਾਂ ਦੀਆਂ ਫੋਟੋਆਂ ਤੇ ਮੂਰਤੀਆਂ ਬਣਾ ਕੇ ਵੀ ਪੂਜਣ ਦਾ ਯਤਨ ਕਰਦੇ ਨੇ। ਕਈਆਂ ਨੇ ਗੁਰੂ ਪਾਤਸ਼ਾਹ ਜੀ ਦੀਆਂ ਮੂਰਤੀਆਂ ਬਣਾ ਲੈਣੀਆਂ ਸਨ ਤੇ ਕਈਆਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਘੜ ਲੈਣੀਆਂ ਸਨ। ਭਾਈ ਸਾਹਿਬ ਜੀ ਨੇ ਦੇਖਿਆ ਕਿ ਜਿਹੜੇ ਕਾਲ ਦੇ ਵਿੱਚ ਮੈਂ ਵਰਤਦਾ ਪਿਆ ਹਾਂ, ਉਸ ਕਾਲ ਦੇ ਵਿੱਚ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮਾਇਆ ਦਾ ਜ਼ਿਆਦਾ ਪ੍ਰਭਾਵ ਵਰਤੇਗਾ, ਕਿਉਂਕਿ ਕੋਈ ਵੀ ਵਿਚਾਰਧਾਰਾ ਜਦੋਂ ਆਰੰਭ ਹੁੰਦੀ ਹੈ, ਆਰੰਭਲੇ ਸਮੇਂ ਦੇ ਵਿੱਚ ਵਿਚਾਰਧਾਰਾ ਦੇ
ਨੇੜੇ ਲੋਕ ਹੁੰਦੇ ਨੇ ਜਿਹੜੇ ਉਸ ਵਿਚਾਰਧਾਰਾ ਨੂੰ ਮੰਨਦੇ ਨੇ, ਪਰ ਸਮਾਂ ਜਿਉਂ-ਜਿਉਂ ਬੀਤਦਾ ਹੈ ਲੋਕ ਥੋੜਾ ਵਿਚਾਰ ਤੋਂ ਖਿਸਕਦੇ ਜਾਂਦੇ ਨੇ, ਜਾਂ ਉਸੇ ਹੀ ਵਿਚਾਰ ਨੂੰ ਕਹਿਣ ਵਾਲੇ ਵਿਅਕਤੀਆਂ ਦੇ ਵਿੱਚ ਵੀ ਕਈ ਪ੍ਰਕਾਰ ਦੀਆਂ ਵਿਚਾਰਾਂ ਬਣ ਜਾਂਦੀਆਂ ਨੇ। ਜਿਵੇਂ ਤੁਸੀਂ ਦੇਖੋ ਮੇਰੇ ਸਤਿਗੁਰ ਕਹਿ ਕੇ ਗਏ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਭਰੈ ਭੰਡਾਰ। ਇਹ ਸੱਚਾ ਸੌਦਾ ਹੈ, ਸੱਚੇ ਸੌਦੇ ਦਾ ਹਟ ਹੈ, ਰਤਨਾਂ ਨਾਲ ਭਰਿਆ ਹੋਇਆ ਇਹ ਭੰਡਾਰ ਹੈ। ਇੱਕ ਹੀ ਬਾਣੀ ਹੈ, ਇੱਕ ਹੀ ਇਸ ਬਾਣੀ ਦੀ ਵਿਚਾਰ ਹੈ, ਇਹ ਬਾਣੀ ਹੀ ਸਾਡਾ ਗੁਰੂ ਹੈ। ਇਸ ਦੇ ਬਾਵਜੂਦ ਜਿੰਨੀਆਂ ਜਥੇਬੰਦੀਆਂ ਤੇ ਸੰਪਰਦਾਵਾਂ ਨੇ, ਹਰ ਇੱਕ ਦੀ ਵਿਆਖਿਆ ਵੱਖਰੀ ਹੈ, ਹਰ ਇੱਕ ਦਾ ਵਿਚਾਰ ਵੱਖਰਾ ਬਣ ਚੁੱਕਿਆ ਹੈ। ਪਰ ਐਸਾ ਪਹਿਲਾਂ ਨਹੀਂ ਸੀ, ਗੁਰੂ ਕਾਲ ਦੇ ਵਿੱਚ ਇਵੇਂ ਨਹੀਂ ਸੀ। ਲਗਭਗ ਹਰ ਇੱਕ ਸੰਸਥਾ ਦੇ ਵਿੱਚ ਇਵੇਂ ਵਾਪਰਦਾ ਹੈ। ਭਾਈ ਗੁਰਦਾਸ ਜੀ ਹੁਣਾਂ ਨੇ ਸੋਚਿਆ ਕਿਤੇ ਉਵੇਂ ਹੀ ਨਾ ਹੋਵੇ ਜਿਵੇਂ ਦੂਜੀਆਂ ਜਿਹੜੀਆਂ ਵਿਚਾਰਧਾਰਾਵਾਂ ਜਾਂ ਦੂਜੇ ਜਿਹੜੇ ਧਰਮ ਜਾਂ ਦੂਜੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਵਾਪਰਿਆ ਹੈ। ਉਹਨਾਂ ਨੇ ਉਹ ਸਮੱਸਿਆਵਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਪੈਦਾ ਹੋ ਸਕਦੀਆਂ ਸਨ, ਗੁਰਬਾਣੀ ਦੇ ਵਿੱਚ ਉਹਨਾਂ ਦੀ ਵਿਆਖਿਆ ਕੀਤੀ। ਭਾਈ ਸਾਹਿਬ ਜੀ ਨੇ ਗੁਰ ਦੀ ਮੂਰਤ ਕੀ ਹੈ ਉਹਦੀ ਬਾਣੀ ਵਿੱਚ ਵਿਆਖਿਆ ਕੀਤੀ, ਵਾਰਾਂ ਵਿੱਚ ਵਿਆਖਿਆ ਕੀਤੀ। ਕਹਿਣ ਲੱਗੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਕਿ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ, ਤੇ ਇਹ ਗੁਰੂ ਦੀ ਮੂਰਤ ਸਾਧ ਸੰਗਤ ਦੇ ਵਿੱਚ ਪ੍ਰਗਟ ਹੁੰਦੀ ਏ ਜਦੋਂ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠਦੇ ਹਾਂ। ਜਿਵੇਂ ਤੁਸੀਂ ਬੈਠੇ ਹੋਏ ਜੇ, ਜਿਉਂ-ਜਿਉਂ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਕਰਾਂਗੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂ ਹੋਣਗੀਆਂ, ਗੁਰੂ ਦੀ ਮੂਰਤ ਤੁਹਾਡੇ ਸਾਹਮਣੇ ਪ੍ਰਗਟ ਹੋਏਗੀ। ਖਿਮਾ ਕਰਿਓ, ਭਾਵੇਂ ਮੇਰਾ ਵਿਸ਼ਾ ਵਾਹਿਗੁਰੂ ਗੁਰਮੰਤਰ ਹੈ, ਪਰ ਮੇਰੇ ਪਾਸ ਸਮਾਂ ਬੜਾ ਖੁੱਲ੍ਹਾ ਹੈ। ਮੈਂ ਬੇਨਤੀ ਕਰਾਂ, ਜਿਹੜੀ ਤਸਵੀਰ ਤੁਸੀਂ ਗੁਰੂ ਪਾਤਸ਼ਾਹ ਜੀ ਦੀ ਅੱਜ ਵੇਖਦੇ ਹੋ, ਸ਼ੋਭਾ ਸਿੰਘ ਚਿੱਤਰਕਾਰ ਦੁਆਰਾ ਬਣਾਈ ਹੋਈ, ਜਾਂ ਹੋਰ ਵੱਖ-ਵੱਖ ਚਿੱਤਰਕਾਰਾਂ ਨੇ ਜਿਹੜੀਆਂ ਤਸਵੀਰਾਂ ਘੜੀਆਂ ਨੇ, ਇਹ ਤਸਵੀਰਾਂ ਵੱਖਰੀਆਂ ਵੱਖਰੀਆਂ ਨੇ। ਜੇ ਮੈਂ ਕੇਵਲ ਗੁਰੂ ਨਾਨਕ ਸਾਹਿਬ ਦੀ ਗੱਲ ਕਰਾਂ, ਸਾਰੀਆਂ ਤਸਵੀਰਾਂ ਵੱਖਰੀਆਂ ਨੇ, ਇੱਕੋ ਜਿਹੇ ਸਰੂਪ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂ, ਜਿੰਨਾ ਸੋਹਣਾ ਗੁਰੂ ਨਾਨਕ ਸੀ, ਖਿਮਾ ਕਰਿਓ ਮੇਰੇ ਸਤਿਗੁਰ ਜਿੰਨੇ ਸੁੰਦਰ ਸਨ, ਉਹਨਾਂ ਸੁੰਦਰ ਚਿੱਤਰ ਸ਼ੋਭਾ ਸਿੰਘ ਨਹੀਂ ਬਣਾ ਸਕਿਆ। ਗੁਰੂ ਜੀ ਕਿੰਨੇ ਸੋਹਣੇ ਸਨ, ਉਹਨਾਂ ਦੀ ਸੁੰਦਰਤਾ ਨੂੰ ਸਮਝਣ ਵਾਸਤੇ ਉਹਨਾਂ ਦੀ ਬਾਣੀ ਨੂੰ ਸਮਝਣਾ ਪਏਗਾ। ਜਦੋਂ ਗੁਰੂ ਪਾਤਸ਼ਾਹ ਜੀ ਬਾਣੀ ਬਾਰੇ ਕਹਿੰਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਦੋਂ ਮੇਰੇ ਸਤਿਗੁਰ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਵਿੱਚੋਂ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਖੂਬਸੂਰਤ ਵਿਚਾਰ ਸੁਣਨ ਨੂੰ ਮਿਲਦੇ ਨੇ, ਤੇ ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਜਿੰਨੇ ਖੂਬਸੂਰਤ ਗੁਰੂ ਪਾਤਸ਼ਾਹ ਜੀ ਦੇ ਵਿਚਾਰ ਨੇ, ਉਨੇ ਹੀ ਖੂਬਸੂਰਤ ਗੁਰੂ ਪਾਤਸ਼ਾਹ ਹੋਣਗੇ। ਖਿਆਲ ਕਰਿਓ, ਇਹ ਤਸਵੀਰਾਂ ਦੇ ਵਿੱਚ ਗੁਰੂ ਇੰਨਾ ਸੋਹਣਾ ਨਹੀਂ ਹੈ ਜਿੰਨਾ ਸੁੰਦਰ ਗੁਰੂ ਸੀ। ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ ਕੋਈ ਤਸਵੀਰ ਨਹੀਂ ਬਣਾਈ। ਇਹ ਤਸਵੀਰਾਂ ਆਪਾਂ ਘੜੀਆਂ ਨੇ ਕਿਉਂਕਿ ਅਸੀਂ ਗੁਰਬਾਣੀ ਦੀ ਗਲਤ ਵਿਆਖਿਆ ਵਿੱਚ ਪੈ ਗਏ। ਕੁਝ ਲੋਕਾਂ ਨੇ ਵਿਆਖਿਆ ਐਸੀ ਕੀਤੀ ਕਿ ਆਹ ਤਸਵੀਰਾਂ ਨੇ ਜਿਨ੍ਹਾਂ ਦੀ ਤੁਸੀਂ ਪੂਜਾ ਕਰਨੀ ਹੈ। ਭਾਈ ਸਾਹਿਬ ਜੀ ਨੂੰ ਪਤਾ ਸੀ, ਉਹਨਾਂ ਨੇ ਇਸ ਸਮੱਸਿਆ ਦਾ ਸਮਾਧਾਨ ਪਹਿਲਾਂ ਹੀ ਕਰ ਦਿੱਤਾ ਸੀ। ਮੇਰੇ ਕਹਿਣ ਤੋਂ ਮੁਰਾਦ, ਜਿਸ ਭਾਈ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪੰਕਤੀ ਨੂੰ ਅੱਜ ਦਾ ਵਿਸ਼ਾ ਬਣਾਇਆ ਗਿਆ ਹੈ, ਉਹ ਭਾਈ ਸਾਹਿਬ ਜੀ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ। ਉਹ ਭਾਈ ਸਾਹਿਬ ਜੀ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਨੇ। ਵਿਆਖਿਆਕਾਰ ਦਾ ਫਰਜ਼ ਹੁੰਦਾ ਹੈ ਉਹ ਸਮੱਸਿਆਵਾਂ ਦਾ ਸਮਾਧਾਨ ਕਰੇ, ਉਹ ਹਰ ਇੱਕ ਗੁੰਝਲ ਨੂੰ ਐਸੇ ਵਧੀਆ ਢੰਗ ਦੇ ਨਾਲ ਖੋਲੇ ਕਿ ਬੰਦੇ ਵਾਸਤੇ ਉਹ ਗੱਲ ਸੁਖੈਨ ਬਣ ਜਾਏ। ਮੈਂ ਇੱਕ ਹੋਰ ਗੱਲ ਨਾਲ ਲੱਗਦੀ ਹੋਈ ਕਹਿੰਦਾ ਜਾਵਾਂ, ਬੜਾ ਵੱਡਾ ਅੱਜ ਦੁਖਾਂਤ ਪੈਦਾ ਹੋ ਗਿਆ। ਵਿਆਖਿਆਕਾਰ ਨੇ ਗੁਰਬਾਣੀ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ, ਉਹ ਖੋਲ੍ਹਣੀਆਂ ਹੁੰਦੀਆਂ ਨੇ। ਪਰ ਕਈ ਵਾਰ ਉਹ ਸੌਖੀਆਂ ਪਵਿੱਤਰ ਬਾਣੀਆਂ, ਅਸੀਂ ਦੋ ਸ਼ਬਦ ਵਰਤਦੇ ਹਾਂ ਕਿ ਇਹ ਬਾਣੀ ਥੋੜੀ ਸੌਖੀ ਹੈ, ਇਹ ਬਾਣੀ ਮਹਿੰਗੀ ਹੈ। ਵੈਸੇ ਮਹਿੰਗੀ ਤੇ ਸੌਖੀ ਇਹ ਸ਼ਬਦ ਕੋਈ ਜੱਚਦੇ ਨਹੀਂ, ਪਰ ਜਿਹੜੀ ਗੱਲ ਸਾਡੀ ਸਮਝ ਵਿੱਚ ਆ ਜਾਏ ਆਪਾਂ ਕਹਿੰਦੇ ਹਾਂ ਆਸਾਨ ਹੈ, ਤੇ ਜਿਹੜੀ ਗੱਲ ਸਾਡੀ ਸਮਝ ਵਿੱਚ ਨਾ ਆਏ ਉਹਨੂੰ ਅਸੀਂ ਮਹਿੰਗੀ ਕਹਿ ਦਿੰਦੇ ਹਾਂ। ਖੈਰ, ਕਈ ਵਾਰੀ ਬਹੁਤ ਸਾਰੇ ਆਸਾਨ ਸ਼ਬਦ, ਜਿਵੇਂ ਸੁਖਮਨੀ ਸਾਹਿਬ ਜੀ ਦਾ ਪਾਠ ਅਸੀਂ ਕਿਉਂ ਕਰਦੇ ਹਾਂ?
क्योंकि सुखमनी साहिब जी की पवित्र बाणी जिहड़ी है वो साडी समझ दे विच सुखैन आई जाती है। सादे शब्द ने, सादी भाषा है, साडी अपनी बोल चाल की भाषा है। पंजाबी भाषा दे विच सुखमनी साहिब है, बिल्कुल सिंपल भाषा, कोई उहदे विच ऐसे औखे शब्द नहीं जिन्होंने समझण लई सानू शब्दकोश की वरतों करनी पवे। पर इसके बावजूद मैं देखिया मेरे वर्गे व्याख्याकार अपनी ज्ञान ते विद्वता का प्रभाव पाने वास्ते कई बार उस सौखी बाणी नूं इन्ना औखे ढंग दे नाल औखा बना के व्याख्या करते हैं भी मैं कई बार सोचता हाँ कि हुण इस विद्वान की व्याख्या की भी व्याख्या करनी पएगी। व्याख्या किसी चीज़ की तां करनी पैंदी है तां कि गल सौखी हो जाए, पर जे सौखी चीज़ नूं कोई इन्ना कंपलीकेटेड बना देवे, इन्ना औखा बना देवे कि बंदे दी समझ दे विच ही ना आवे, तो फिर दसो भी व्याख्या का की फायदा। कई बार मेरे वर्गे अनजान ये दर्शाण वास्ते भी मैं किन्ना विद्वान हाँ, फारसी दे शब्द, उर्दू दे शब्द, इंग्लिश दे शब्द, हाँ शब्द वरतने पैंदे ने, पर इहदा अर्थ ये नहीं है कि किसी सौखे शब्द नूं होर सौखा बनाने वास्ते कोई नवा शब्द वरतिया जाए, पर कोई इन्ना भारी शब्द वरत दिता जाए ये दर्शाण वास्ते भी संगत कहे वेखो जी इन्हां नूं ते फारसी भी आउंदी, हुण फारसी जिहड़ी है वो साडे सिर दे उपरों दी लंघ जांदी है। इवें कई बार असीं व्याख्या करते हाँ जिहदे नाल संगतां दी समझ तो वो सौखियां चीज़ां भी परोखियां हो जांदियां ने, जिहड़ियां सौखियां चीज़ां नूं होर सौखियां बना के पेश करना हुंदा है। सत्कारयोग भाई साहब भाई गुरदास जी उन्होंने दो सौखे जिहड़े ढंग सन वो अपनाए। एक उन्होंने वेख्या कि पंजाब दे लोकां नूं गुरबाणी नूं होर सौखियां बना के पेश करन लई पंजाबी दी व्याख्या चाहिदी, उन्होंने वारां वरतीआं। हिंदी इलाकिਆਂ ਦੇ ਵਿੱਚ भी सिख ਰਹਿੰਦੇ सन, ब्रिज भाषा ਦੇ ਵਿੱਚ उन्होंने कवित उचारण किए ताकि हिंदी समझण वाले ਜਿਹੜੇ ने ਉਹਨਾਂ ਨੂੰ सौखे तरीके ਦੇ ਨਾਲ पवित्र गुरबाणी समझ ਦੇ ਵਿੱਚ आ जाए। उन्होंने दो परती काम किया है। वैसे भाई साहब जी की शख्सियत इन्नी महान है कि आपां उन्हां दी शख्सियत नूं कुछ बोलां दे विच माप नहीं सकते। भाई साहब जी का अज का शब्द वाहिगुरु गुरमंत्र है जप हौमे खोई, ख्याल करियो हौमे नूं बाणी दे विच दीर्घ रोग मन्निया गया है। इन्ना वड्डा रोग है। अज संसार दे विच जिन्नियां समस्यावां ने उन्हां समस्यावां दा एक ही कारण है हौमे। असी सारे जाने इत्थे परिवारां वाले बैठे होए हाँ, परिवारां दे विच अज महाभारत वापरदा है। आ तुहाडा कुरुक्षेत्र शहर कुरु राजे दे वंश तो बनिया होया, कुरु तो कुरुक्षेत्र शहर बनिया है। एक कौरव राजा सी, कौरवां दा वंश इत्थे राज करदा सी। कौरवां दा वंश लंबा समा राज करदा रहा ते फिर उस राज नूं तबाह कीता पांडव वंश ने। ख्याल करियो अज हिंदू यूनीवर्सिटियां दे विच भी खोज हो रही है तो वह दर्शा रहे ने कैरव राजे होर सन, पांडव होर सन, पर जिहड़ा एक महान उपन्यास लिखिया गया ਉਹਦੇ ਵਿੱਚ ਕੈਰਵਾਂ ਨੂੰ ਤੇ ਪਾਂਡਵਾਂ ਨੂੰ ਆਪਸ ਦੇ ਵਿੱਚ ਭਰਾ ਦੱਸਿਆ ਗਿਆ ਹੈ। ਤੁਹਾਡੇ ਇੱਥੇ ਹੀ ਯੂਨੀਵਰਸਿਟੀ ਦੇ ਅੰਦਰ ਜਿਹੜੀ ਹਿਸਟਰੀ ਦੀ ਚੇਅਰ ਸੀ ਡਾਕਟਰ ਬੁੱਧ ਪ੍ਰਕਾਸ਼, ਉਹਨਾਂ ਨੇ ਇੱਕ ਇੰਗਲਿਸ਼ ਦੇ ਵਿੱਚ ਬੁੱਕ ਲਿਖੀ ਸੀ ਦਾ ਪੋਰਸ, ਉਹਨੂੰ ਪੰਜਾਬੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟਰਾਂਸਲੇਟ ਕੀਤਾ। ਕਿਤੇ ਮਿਲੇ ਤੇ ਰਾਜਾ ਪੋਰਸ ਨਾਂ ਦੀ ਕਿਤਾਬ ਪੜ੍ਹੋ, ਇੱਥੇ ਹੀ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਉਹ ਡਾਕਟਰੇਟ ਪਰਸਨ ਰਹੇ। ਉਹਨੇ ਬੜੀਆਂ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਨੇ कि पांडो ते कैरों का आपस में की संबंध सी। उन्हें प्रगट किया कैरो वंश इत्थे राज करदा सी जिन्हों पांडवों ने खत्म किया ते विदेशी हमलावर उन्हां दे नाल रले सन। पांडवों नूं उन्हें ईरानी राजे बयान किया है। खैर उन्हें फिर ये दसिया कि दोबारा जदों कैरो वंश की पुनर्जागृति हुई तो कैरो वंश का वो राजा जिहदा जलाल बड़ा महान सी, उहदा नाम सी पोरस, जिन्हें सिकंदर दे नाल युद्ध किया ते जिहदे स्वरूप दे बारे जदों ने बयान किया वो कहता है कि उहदा स्वरूप सिखी स्वरूप वर्गा सी। सिर ते दस्तार, उहदियां कुंडलियां मुछां, मूँह ते दाड़ा भी सी। उन्हें तो इत्थों तक लिखिया है कि सिर दे विच वो लोग कंघा रखते सन सिर वाउण वास्ते, इहदा अर्थ उन्हां दे लंबे केस सन। जिहड़ा पोरस सी बड़ा उच्चे लंबे कद दा सी,
ਤੇ ਸਭ ਤੋਂ ਵੱਡੇ ਹਾਥੀ ਦੇ ਉੱਪਰ ਬੈਠਾ ਹੋਇਆ ਸੀ। ਜਦੋਂ ਸਿਕੰਦਰ ਦੇ ਨਾਲ ਯੁੱਧ ਹੋਇਆ, ਉਹਨੇ ਦੱਸਣ ਦਾ ਯਤਨ ਕੀਤਾ ਹੈ ਕਿ ਪੰਜਾਬੀ ਸੱਭਿਆਚਾਰ ਦਾ ਅਸਲੀ ਸਰੂਪ ਸਿੱਖੀ ਸਰੂਪ ਹੈ। ਖੈਰ, ਮੇਰਾ ਵਿਸ਼ਾ ਹੋਰ ਬਣ ਜਾਂਦਾ ਹੈ। ਕਹਿਣ ਤੋਂ ਭਾਵ ਕਿ ਹਉਮੈ ਇੰਨਾ ਵੱਡਾ ਦੀਰਘ ਰੋਗ ਹੈ। ਅਸੀਂ ਤੇ ਇਹ ਗੱਲ ਕਹਿੰਦੇ ਹਾਂ ਕਿ ਕੁਰੂਕਸ਼ੇਤਰ ਦੇ ਅੰਦਰ ਜੰਗ ਹੋਈ ਹੈ, ਪਰ ਮੈਂ ਬੇਨਤੀ ਕਰਾਂ, ਘਰ ਘਰ ਦੇ ਅੰਦਰ ਅੱਜ ਕੁਰੂਕਸ਼ੇਤਰ ਬਣਿਆ ਹੋਇਆ, ਘਰ ਘਰ ਦੇ ਅੰਦਰ ਮਹਾਭਾਰਤ ਵਾਪਰ ਰਿਹਾ, ਪਰ ਕਿੰਨਿਆਂ ਕੁ ਨੂੰ ਇਸ ਗੱਲ ਦੀ ਸਮਝ ਹੈ ਵੀ ਮਹਾਭਾਰਤ ਵਾਪਰਨ ਦਾ ਕਾਰਨ ਕੀ ਹੈ? ਇਸ ਦਾ ਮੂਲ ਕਾਰਨ ਹੈ ਹਉਮੈ। ਘਰ ਪਰਿਵਾਰ ਦੇ ਵਿੱਚ ਇੱਕ ਅੱਧ ਵਿਅਕਤੀ ਦੀ ਐਸੀ ਹਉਮੈ, ਐਸਾ ਦੀਰਘ ਰੋਗ ਉਹਨੂੰ ਕਹਿੰਦੇ ਨੇ ਜਿਹੜਾ ਰੋਗ ਬੜਾ ਲੰਬਾ ਹੁੰਦਾ ਹੈ। ਇਹ ਰੋਗ ਐਸਾ ਹੈ ਕਿ ਇਹ ਰੋਗ ਕਦੇ ਮੁੱਕਦਾ ਹੀ ਨਹੀਂ। ਇੱਕ ਤੋਂ ਬਾਅਦ ਇੱਕ ਵਿਅਕਤੀ ਇਸ ਰੋਗ ਦੇ ਨਾਲ ਗਰਸਿਆ ਜਾਂਦਾ ਹੈ। ਕਈ ਵਾਰ ਇਹ ਰੋਗ ਦਾ ਪੀੜਤ ਰੋਗੀ ਕਿਸੇ ਵਿਅਕਤੀ ਦੇ ਨਾਲ ਸੱਜਣਤਾਈ ਦੋਸਤੀ ਪੈਦਾ ਕਰ ਲੈਂਦਾ ਹੈ ਤੇ ਉਹਦਾ ਜਿਹੜਾ ਵਿਚਾਰ, ਉਹਦਾ ਸੁਭਾਅ, ਉਹਦੇ ਸੁਭਾਅ ਦੇ ਹਰ ਇੱਕ ਪ੍ਰਕਾਰ ਦੇ ਵਿਚਾਰ ਦੂਜੇ ਵਿਅਕਤੀ ਦੇ ਹਿਰਦੇ ਵਿੱਚ ਵਸ ਜਾਂਦੇ ਨੇ। ਐਵੇਂ ਹਉਮੈ ਦੇ ਨਾਲ ਪੀੜਤ ਵਿਅਕਤੀ ਦੀ ਸੰਗਤ ਵਿੱਚ ਆਉਣ ਵਾਲਾ ਵੀ ਹਉਮੈ ਦੇ ਨਾਲ ਪੀੜਤ ਹੋ ਜਾਂਦਾ ਹੈ। ਕਹਿਣ ਤੋਂ ਮੁਰਾਦ ਅੱਜ ਕਿੰਨੇ ਪਰਿਵਾਰ ਨੇ ਜਿਹੜੇ ਕਹਿਣ ਅਸੀਂ ਪਿਆਰ ਦੇ ਨਾਲ ਰਹਿੰਦੇ ਹਾਂ। ਖਾਸ ਤੌਰ ਤੇ ਉਹ ਪਰਿਵਾਰ ਜਿਨ੍ਹਾਂ ਪਰਿਵਾਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸੁੰਦਰ ਪਰਿਵਾਰ ਬਣਾਇਆ ਸੀ। ਇੱਕ ਸਿੱਖੀ ਸਰੂਪ ਵਾਲੇ ਪਰਿਵਾਰ ਦੀ ਜੇ ਅਸੀਂ ਗੱਲ ਕਰੀਏ, ਸਿੱਖ ਪਰਿਵਾਰਾਂ ਦੇ ਵਿੱਚ ਕਿਵੇਂ ਦਾ ਪਿਆਰ ਹੋਣਾ ਚਾਹੀਦਾ ਹੈ, ਕਿਵੇਂ ਦਾ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ, ਇਹ ਇਤਿਹਾਸ ਨੂੰ ਪੜ੍ਹੀਏ ਤੇ ਸਾਨੂੰ ਬੇਅੰਤ ਉਦਾਹਰਨਾਂ ਮਿਲਦੀਆਂ ਨੇ। ਮੇਰਾ ਵਿਸ਼ਾ ਨਹੀਂ ਹੈ, ਪਰ ਮੈਂ ਬੇਨਤੀ ਕਰਦਾ ਜਾਵਾਂ, ਜਿੱਥੇ ਸਾਡੇ ਜਿਹੜੇ ਖੂਨ ਦੇ ਰਿਸ਼ਤੇ ਰੱਖਣ ਵਾਲਿਆਂ ਦੇ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਸੀ। ਕੋਈ ਸਮਾਂ ਸੀ ਕਿ ਜਿਹੜੇ ਸਿੱਖ ਹੋਇਆ ਕਰਦੇ ਸਨ, ਉਹਨਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਹੁੰਦਾ ਸੀ ਕਿ ਸਾਡੇ ਵਿਰੋਧੀ ਜਿਹੜੇ ਸਾਨੂੰ ਮਾਰਨ ਵਾਸਤੇ ਆਏ, ਤਿੱਖੀਆਂ ਤਲਵਾਰਾਂ ਲੈ ਕੇ, ਪੱਥੇ ਭਰ ਭਰ ਕੇ ਲਿਆਂਦੇ ਉਹਨਾਂ ਨੇ ਤੀਰਾਂ ਦੇ, ਉਹਨਾਂ ਨੇ ਲੱਦ ਲੱਦ ਕੇ ਗੱਡੇ ਲਿਆਂਦੇ ਮਸਾਲੇ ਦੇ, ਜਿਹਨੂੰ ਅਸੀਂ ਬਾਰੂਦ ਕਹਿੰਦੇ ਹਾਂ, ਤੋਪਾਂ ਲਿਆਂਦੀਆਂ ਵੱਡੀਆਂ ਵੱਡੀਆਂ ਸਾਨੂੰ ਉਡਾਉਣ ਵਾਸਤੇ। ਕਮਾਲ ਦੀ ਗੱਲ ਹੈ, ਸਾਨੂੰ ਮਾਰਨ ਵਾਲਿਆਂ ਨੇ ਵੀ ਜਦੋਂ ਸਾਡੀ ਸਿਫਤ ਕੀਤੀ, ਉਹ ਕਹਿਣ ਲੱਗੇ ਬਣੇ ਰਹਿਤ ਸਭ ਸਕੇ ਬਰਾਦਰ, ਇੱਕ ਕੋ ਦੂਸਰ ਦੇਵਤ ਆਦਰ, ਹੈ ਇਨਮੇ ਇਤਫਾਕ ਮਹਾਨ, ਸਿੱਖ ਸਿੱਖ ਪਰਵਾਰਤ ਪ੍ਰਾਣ। ਇਹਨਾਂ ਦੇ ਵਿੱਚ ਇੰਨਾ ਇਤਫਾਕ ਹੈ, ਇੱਕ ਸਿੱਖ ਦੂਸਰੇ ਸਿੱਖ ਵਾਸਤੇ ਆਪਣੇ ਪ੍ਰਾਣ ਨਿਸ਼ਾਵਰ ਕਰਨ ਵਾਸਤੇ ਤਿਆਰ ਰਹਿੰਦਾ ਹੈ। ਇਹ ਸਕੇ ਭਰਾਵਾਂ ਦੀ ਤਰ੍ਹਾਂ ਰਹਿੰਦੇ ਨੇ। ਕਮਾਲ ਦੀ ਗੱਲ ਹੈ, ਕੋਈ ਸਮਾਂ ਸੀ ਅਸੀਂ ਸਕੇ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਾਂ, ਪਰ ਅੱਜ ਸਕੇ ਭਰਾ ਕੀ ਸਕੇ ਭਰਾਵਾਂ ਦੀ ਤਰ੍ਹਾਂ ਰਹਿੰਦੇ ਨੇ? ਕੋਈ ਸਮਾਂ ਸੀ ਸਿੱਖ ਸਿੱਖ ਦੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਭਾਵੇਂ ਇੱਕ ਸਿੱਖ ਦਾ ਪਿਓ ਹੋਰ ਹੈ, ਉਹਦਾ ਵੰਸ਼ ਵੱਖਰਾ ਹੈ, ਇਲਾਕਾ ਵੱਖਰਾ ਹੈ, ਦੂਸਰਾ ਸਿੱਖ ਉਹਨੂੰ ਮਿਲਿਆ ਗਲਵੱਕੜੀ ਪਾ ਕੇ ਮਿਲੇ ਨੇ, ਜਾਣਦੇ ਵੀ ਨਹੀਂ ਪਰ ਇੱਕ ਦੂਸਰੇ ਵਾਸਤੇ ਪ੍ਰਾਣ ਦੇਣ ਵਾਸਤੇ ਤਿਆਰ ਰਹਿੰਦੇ ਨੇ। ਦੂਸਰੇ ਪਾਸੇ ਅੱਜ ਸਕਾ ਭਰਾ ਆਪਣੇ ਸਕੇ ਭਰਾ ਦੇ ਪ੍ਰਾਣ ਲੈਣ ਵਾਸਤੇ ਹਮੇਸ਼ਾ ਤਤਪਰ ਹੈ। ਕੀ ਕਾਰਨ ਹੈ? ਈਗੋ, ਹਉਮੈ, ਜਿਹਨੂੰ ਗੁਰੂ ਪਾਤਸ਼ਾਹ ਜੀ ਨੇ ਦੀਰਘ ਰੋਗ ਕਿਹਾ ਸੀ। ਕੀ ਸਿੱਖਾਂ ਦੇ ਵਿੱਚ ਕਦੇ ਐਵੇਂ ਸਾਨੂੰ ਵੇਖਣ ਨੂੰ ਮਿਲਿਆ ਸੀ ਕਿ ਇੱਕ ਸੱਸ ਮਾਂ ਨਾ ਬਣ ਸਕੇ ਤੇ ਇੱਕ ਨੌਂ ਧੀ ਨਾ ਬਣ ਸਕੇ? ਕੋਈ ਸਮਾਂ ਸੀ ਜਿਹੜੀਆਂ ਨੌਹਾਂ ਸਨ ਉਹ ਧੀਆਂ ਹੋਇਆ ਕਰਦੀਆਂ ਸਨ, ਸੱਸਾਂ ਮਾਵਾਂ ਹੋਇਆ ਕਰਦੀਆਂ ਸਨ। ਅੱਜ ਸੱਸਾਂ ਮਾਵਾਂ ਨਹੀਂ ਰਹੀਆਂ ਤੇ ਨੌਹਾਂ ਧੀਆਂ ਨਹੀਂ ਬਣ ਸਕੀਆਂ। ਕਾਰਨ ਕੀ ਹੈ? ਈਗੋ ਹੈ। ਆਪੋ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ, ਆਪਣੇ ਆਪ ਨੂੰ ਉੱਚਾ ਦੱਸਣ ਵਾਸਤੇ, ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਘਰ ਘਰ ਦੇ ਵਿੱਚ ਮਹਾਭਾਰਤ ਵਾਪਰਦਾ ਪਿਆ ਹੈ। ਸਤਿਗੁਰ ਕਹਿੰਦੇ ਨੇ ਤਾਂ ਵਾਪਰਦਾ ਪਿਆ ਕਿਉਂਕਿ ਸ਼ਬਦ ਦੀ ਕਮਾਈ ਨਹੀਂ ਕੀਤੀ। ਮੈਂ ਕਈ ਵਾਰ ਕਿਹਾ ਕਰਦਾ ਹਾਂ, ਹਉਮੈ ਜੇ ਦੀਰਘ ਰੋਗ ਹੈ ਤਾਂ ਹਉਮੈ ਦੀਰਘ ਰੋਗ ਦੀ ਦਵਾਈ ਗੁਰੂ ਦੇ ਸ਼ਬਦ ਦੀ ਕਮਾਈ ਹੈ। ਗੁਰੂ ਦੇ ਸ਼ਬਦ ਦੀ ਕਮਾਈ ਦੇ ਰਾਹੀਂ ਇਸ ਹਉਮੈ ਦੀਰਘ ਰੋਗ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਸ਼ਬਦ ਦੀ ਕਮਾਈ ਸਾਡੇ ਕੋਲ ਨਹੀਂ, ਮੈਂ ਇੱਕ ਹੋਰ ਬੇਨਤੀ ਕਰਾਂ, ਜਦੋਂ ਅਸੀਂ ਗੁਰੂ ਸ਼ਬਦ ਦੀ ਕਮਾਈ ਕਹਿੰਦੇ ਹਾਂ, ਵਾਹਿਗੁਰੂ ਗੁਰਮੰਤਰ ਤੇ ਸ਼ਬਦ ਦੋਵਾਂ ਦੇ ਵਿੱਚ ਕੋਈ ਭੇਦ ਨਹੀਂ ਹੈ। ਮੈਂ ਚੱਲਦੇ ਹੋਏ ਸਮੇਂ ਦੇ ਵਿੱਚ ਨਾਲ ਗੱਲ ਕਰਨੀ ਹੈ, ਕੀ ਫਰਕ ਹੈ ਵਾਹਿਗੁਰੂ ਗੁਰਮੰਤਰ ਦੇ ਵਿੱਚ ਤੇ ਸ਼ਬਦ ਦੇ ਵਿੱਚ, ਭਾਵ ਗੁਰਬਾਣੀ ਦੇ ਵਿੱਚ ਕੀ ਫਰਕ ਹੈ? ਅਸੀਂ ਅੱਜ ਗੁਰਬਾਣੀ ਨੂੰ ਨਾ ਸਮਝਣ ਕਾਰਨ ਬਹੁਤ ਸਾਰੇ ਫਰਕ ਪਾ ਚੁੱਕੇ ਹਾਂ।
ਇੰਨਾ ਵੱਡਾ ਫਰਕ ਪੈ ਚੁੱਕਿਆ ਹੈ। ਜਿਹੜਾ ਬੰਦਾ ਨਿਤ ਵਾਹਿਗੁਰੂ ਵਾਹਿਗੁਰੂ ਕਹਿੰਦਾ ਉਹ ਕਹਿੰਦਾ ਜੀ ਬਾਣੀ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਤੇ ਜਿਸ ਬੰਦੇ ਨੇ ਕਦੇ ਵਾਹਿਗੁਰੂ ਵਾਹਿਗੁਰੂ ਨਹੀਂ ਕਿਹਾ, ਕੇਵਲ ਬਾਣੀ ਪੜ੍ਹਦਾ, ਉਹ ਕਹਿੰਦਾ ਜੀ ਵਾਹਿਗੁਰੂ ਕਹਿਣ ਦਾ ਕੀ ਫਾਇਦਾ। ਵੇਖੋ ਕਮਾਲ ਦੀ ਗੱਲ, ਇੰਨਾ ਵੱਡਾ ਫਰਕ ਪੈ ਗਿਆ। ਜਿਹੜਾ ਬੰਦਾ ਨਿਤ ਸਵੇਰੇ ਉੱਠ ਕੇ ਇਸ਼ਨਾਨ ਕਰਦਾ, ਫਿਰ 1 ਘੰਟਾ 1.5 ਘੰਟਾ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦਾ, ਉਹ ਕਹਿੰਦਾ ਹੈ ਬਾਣੀ ਪੜ੍ਹਨ ਦੀ ਕੀ ਲੋੜ ਹੈ, ਵਾਹਿਗੁਰੂ ਕਹਿਣ ਨਾਲ ਹੀ ਸਾਰਾ ਕੁਝ ਬਣ ਜਾਣਾ। ਤੇ ਜਿਹੜੇ ਬੰਦੇ ਨੇ ਕਦੇ ਵਾਹਿਗੁਰੂ ਨਹੀਂ ਕਿਹਾ, ਉਹ ਕਹਿੰਦਾ ਹੈ ਜੀ ਲੋੜ ਕੀ ਹੈ ਵਾਹਿਗੁਰੂ ਕਹਿਣ ਦੀ, ਬਾਣੀ ਆਪਾਂ ਪੜ੍ਹਦੇ ਹਾਂ 2-2 ਘੰਟੇ, ਬਾਣੀ ਦੇ ਰਾਹੀਂ ਸਾਰਾ ਕੁਝ ਮਿਲ ਜਾਣਾ ਹੈ। ਹੁਣ ਇਹ ਜਿਹੜਾ ਫਰਕ ਪੈ ਗਿਆ ਹੈ, 2 ਪ੍ਰਕਾਰ ਦੇ ਜਿਹੜੇ ਵਿਸ਼ਵਾਸ ਬਣ ਚੁੱਕੇ ਨੇ। ਇੱਕ ਜਾਣੇ ਨੇ ਬਾਣੀ ਤੋਂ ਮੁੱਖ ਮੋੜ ਲਿਆ, ਤੇ ਦੂਜੇ ਜਾਣਿਆਂ ਨੇ ਇਹ ਸੋਚਿਆ ਕਿ ਵਾਹਿਗੁਰੂ ਸ਼ਬਦ ਜਿਹੜਾ ਹੈ ਉਹਦਾ ਹੀ ਕੋਈ ਫਾਇਦਾ ਨਹੀਂ। ਅਸਲ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਨੂੰ ਨਾ ਸਮਝਣ ਕਾਰਨ ਤੇ ਇਹ ਦੋਵੇਂ ਪ੍ਰਕਾਰ ਦੇ ਵਿਸ਼ਵਾਸਾਂ ਦੀ ਬੇਸਮਝੀ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਅਸੀਂ ਸ਼ਬਦ ਦੀ ਕਮਾਈ ਦੀ ਗੱਲ ਕਰਦੇ ਹਾਂ ਤੇ ਸਾਨੂੰ ਵਾਹਿਗੁਰੂ ਗੁਰਮੰਤਰ ਤੇ ਗੁਰਬਾਣੀ ਵੱਲ ਧਿਆਨ ਦੇਣਾ ਪਏਗਾ। ਵਾਹਿਗੁਰੂ ਕਹਿਣਾ ਜਾਂ ਗੁਰਬਾਣੀ ਪੜ੍ਹਨੀ, ਇਹ ਦੋਵੇਂ ਪ੍ਰਕਾਰ ਦੀਆਂ ਕਿਰਿਆਵਾਂ ਸ਼ਬਦ ਦੀ ਕਮਾਈ ਹੈ। ਸ਼ਬਦ ਦੀ ਕਮਾਈ ਹਉਮੈ ਦੇ ਰੋਗ ਦੀ ਦਵਾਈ ਹੈ। ਸਾਡੇ ਘਰਾਂ ਦੇ ਵਿੱਚ ਓਨੇ ਸਮੇਂ ਤੱਕ ਮਹਾਭਾਰਤ ਹੋਣਾ ਬੰਦ ਨਹੀਂ ਹੋਏਗਾ। ਮੈਂ ਘਰਾਂ ਤੋਂ ਉੱਪਰ ਦੀ ਗੱਲ ਕਰਾਂ, ਖਿਆਲ ਕਰਿਓ ਹਰ ਇੱਕ ਕੌਮ ਆਪਣੇ ਆਪ ਦੇ ਵਿੱਚ ਇੱਕ ਪਰਿਵਾਰ ਹੋਇਆ ਕਰਦੀ ਹੈ। ਫਿਰ ਸਾਡੇ ਧਰਮ ਦੀ ਤੇ ਇੱਕ ਖਾਸ ਗੱਲ ਹੈ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੇ ਰਾਹੀਂ ਜਦੋਂ ਅੰਮ੍ਰਿਤ ਜੀਵਨ ਦਿੱਤਾ, ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਇੱਕ ਨਵੀਂ ਜਥੇਬੰਦੀ, ਇੱਕ ਨਵਾਂ ਪਰਿਵਾਰ ਬਖਸ਼ਿਆ। ਤੁਸੀਂ ਰਹਿਤ ਮਰਿਆਦਾ ਪੜ੍ਹਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਨਿਯਮਾਂ ਦੇ ਵਿੱਚੋਂ ਰਹਿਤ ਮਰਿਆਦਾ ਪ੍ਰਗਟ ਹੋਈ। ਰਹਿਤ ਦੇ ਵਿੱਚ ਕੀ ਕਿਹਾ ਗਿਆ ਹੈ? ਜਿਹੜਾ ਖੰਡੇ ਦੀ ਪਹੁਲ ਲੈਣ ਵਾਲਾ ਸਿੱਖ ਹੈ, ਜਿੱਦਣ ਉਹਨੇ ਪਹੁਲ ਲਈ ਉਸ ਦਿਨ ਦੇ ਬਾਅਦ ਉਹਦਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ, ਉਹਦੀ ਧਾਰਮਿਕ ਮਾਤਾ ਸਾਹਿਬ ਕੌਰ, ਉਹਦਾ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਤੇ ਉਹ ਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ। ਜੇ ਇਸ ਗੱਲ ਨੂੰ ਕੋਈ ਮੰਨ ਲਵੇ, ਫਿਰ ਉਹ ਸਤਿਗੁਰ ਦੇ ਘਰ ਦੇ ਵਿੱਚ ਜਨਮਿਆ ਹੋਇਆ ਤੇ ਉਹਦਾ ਆਵਾਗਮਨ ਮਿਟਿਆ ਹੋਇਆ। ਨਹੀਂ ਤੇ ਕੇਵਲ ਮੈਂ ਬੇਨਤੀ ਕਰਾਂ, ਖੰਡੇ ਦੀ ਪਹੁਲ ਦੀ ਪ੍ਰਕਿਰਿਆ ਦੇ ਵਿੱਚੋਂ ਲੰਘਣ ਦੇ ਨਾਲ ਕੋਈ ਬੰਦਾ ਮੁਕਤ ਨਹੀਂ ਹੋ ਸਕਦਾ ਜਾਂ ਆਵਾਗਮਨ ਤੋਂ ਰਹਿਤ ਨਹੀਂ ਹੋ ਸਕਦਾ। ਖਿਆਲ ਕਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡਾ ਪਰਿਵਾਰ ਸਿਰਜਿਆ ਹੈ। ਲੰਬਾ ਸਮਾਂ ਹੋ ਗਿਆ, ਮੈਂ ਕਿਸੇ ਨਗਰ ਦੇ ਵਿੱਚ ਕਥਾ ਕਰਨ ਵਾਸਤੇ ਗਿਆ ਤੇ ਉੱਥੇ ਕੋਈ ਗੁਰਮੁਖ ਪਿਆਰੇ ਬੈਠੇ ਹੋਏ ਸਨ। ਵੀਰ ਜੀ ਮੈਂ ਨਾਂ ਲੈਣਾ ਚੰਗਾ ਨਹੀਂ ਸਮਝਦਾ, ਕਿਉਂਕਿ ਉਹ ਲੀਡਰ ਸਨ ਸਿੱਖ ਕੌਮ ਦੇ। ਉਹਨਾਂ ਨੇ ਮੈਨੂੰ ਇੱਕ ਸਵਾਲ ਕੀਤਾ, ਕਹਿਣ ਲੱਗੇ ਭਾਈ ਸਾਹਿਬ ਜੀ, ਕਥਾ ਦੇ ਵਿੱਚ ਅੱਜ ਕੋਈ ਵਿਚਾਰ ਕਰਿਓ ਕਿ ਕੌਮ ਦੇ ਵਿੱਚ ਏਕਤਾ ਕਿਉਂ ਨਹੀਂ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਹੈ ਤੇ ਭਾਰਾ ਵਿਸ਼ਾ, ਪਰ ਚਲੋ ਤੁਹਾਡਾ ਹੁਕਮ ਹੈ, ਤੁਸੀਂ ਸਾਡੀ ਕੌਮ ਦੇ ਲੀਡਰ ਹੋ, ਤੁਹਾਡਾ ਹੁਕਮ ਮੰਨਣਾ ਵੀ ਸਾਡੇ ਵਾਸਤੇ ਜ਼ਰੂਰੀ ਹੈ। ਮੈਂ ਗੁਰੂ ਕੀ ਹਜ਼ੂਰੀ ਦੇ ਵਿੱਚ ਜਦੋਂ ਬੈਠਾ ਕਿ ਹੇ ਸਤਿਗੁਰੂ ਬਖਸ਼ਿਸ਼ ਕਰੋ, ਤੇ ਗੁਰੂ ਨੇ ਕਿਰਪਾ ਕੀਤੀ, ਮੇਰੇ ਮਨੋਂ ਇੱਕ ਗੱਲ ਪ੍ਰਗਟ ਹੋਈ ਜੋ ਗੁਰੂ ਦੀ ਬਖਸ਼ਿਸ਼ ਸੀ ਕਿ ਓਨੇ ਸਮੇਂ ਤੱਕ ਕੌਮ ਦੇ ਵਿੱਚ ਏਕਤਾ ਨਹੀਂ ਹੋ ਸਕਦੀ ਜਦੋਂ ਤੱਕ ਸਾਡੇ ਪਰਿਵਾਰ ਦੇ ਵਿੱਚ ਏਕਤਾ ਨਹੀਂ ਹੈ। ਖਿਆਲ ਕਰਿਓ, ਵਿਅਕਤੀਗਤ ਜੀਵਨ ਸਾਡੇ ਪਰਿਵਾਰ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਤੇ ਸਾਡਾ ਪਰਿਵਾਰਕ ਜੀਵਨ ਸਾਡੇ ਵੱਡੇ ਪਰਿਵਾਰ ਦੇ ਉੱਪਰ ਪ੍ਰਭਾਵ ਪਾਉਂਦਾ ਹੈ, ਸਾਡੀ ਜਥੇਬੰਦੀ ਦੇ ਉੱਪਰ ਪ੍ਰਭਾਵ ਪਾਉਂਦਾ ਹੈ। ਜੇ ਸਾਡੀ ਪਰਿਵਾਰ ਦੇ ਵਿੱਚ ਏਕਤਾ ਨਹੀਂ ਹੈ, ਧਿਆਨ ਦਿਓ, ਸਕੇ ਭਰਾਵਾਂ ਦੀ ਆਪਸ ਦੇ ਵਿੱਚ ਏਕਤਾ ਨਹੀਂ ਹੈ, ਭੈਣ ਭੈਣ ਦੇ ਨਾਲ ਵੈਰ ਰੱਖਦੀ ਹੈ, ਪੁੱਤਰ ਪਿਓ ਨੂੰ ਚੰਗਾ ਨਹੀਂ ਸਮਝਦੇ ਤੇ ਪਿਓ ਵਾਸਤੇ ਪੁੱਤਰ ਬਾਗੀ ਨੇ, ਤੇ ਖਿਆਲ ਕਰਿਓ ਫਿਰ ਕੀ ਕੌਮ ਦੇ ਵਿੱਚ ਏਕਤਾ ਹੋ ਸਕਦੀ ਹੈ? ਕਦੇ ਵੀ ਕੌਮ ਵਿੱਚ ਏਕਤਾ ਨਹੀਂ ਹੋ ਸਕਦੀ। ਸਾਡਾ ਵਿਅਕਤੀਗਤ ਜੀਵਨ ਚੰਗਾ ਹੋਣਾ ਚਾਹੀਦਾ ਹੈ, ਈਗੋ ਤੋਂ ਰਹਿਤ, ਹਉਮੈ ਤੋਂ ਰਹਿਤ ਹੋਵੇ। ਸਾਡਾ ਪਰਿਵਾਰਕ ਜੀਵਨ ਸੁਚੱਜਾ ਹੋਣਾ ਚਾਹੀਦਾ ਹੈ, ਹਉਮੈ ਤੋਂ ਰਹਿਤ ਹੋਵਾਂਗੇ ਤੇ ਝਗੜੇ ਨਹੀਂ ਹੋਣਗੇ। ਤੇ ਖਿਆਲ ਕਰਿਓ, ਜਿਸ ਦਿਨ ਸਾਡੇ ਪਰਿਵਾਰਕ ਜੀਵਨ ਦੇ ਵਿੱਚ ਏਕਤਾ ਹੋਏਗੀ, ਪੰਥ ਦੇ ਵਿੱਚ ਏਕਤਾ ਕਿਉਂ ਨਹੀਂ ਹੋਏਗੀ? ਪੰਥ ਦੇ ਵਿੱਚ ਤਾਂ ਹੀ ਏਕਤਾ ਨਹੀਂ ਕਿਉਂਕਿ ਸਾਡੇ ਪਰਿਵਾਰ ਵਿੱਚ ਏਕਤਾ ਨਹੀਂ। ਪਰਿਵਾਰਾਂ ਵਿੱਚ ਏਕਤਾ ਤਾਂ ਨਹੀਂ ਹੈਗੀ ਕਿਉਂਕਿ ਈਗੋ ਬਹੁਤ ਭਾਰੀ ਹੈ। ਅੱਜ ਮੈਂ ਥੋੜੇ ਦਿਨ ਪਹਿਲਾਂ ਵਿਚਾਰ ਕਰਕੇ ਆਇਆ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਇੱਕ ਵਿਦਿਆ ਦੀ ਟਕਸਾਲ ਸੱਤੋ ਵਾਲੀ ਗਲੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਮ ਉੱਪਰ, ਮਹਾਨ ਸ਼ਹੀਦ ਦੇ ਨਾਮ ਉੱਪਰ ਉਹ ਵਿਦਿਆ ਦੀ ਟਕਸਾਲ ਚੱਲਦੀ ਹੈ। ਸੱਤੋ ਵਾਲੀ ਗਲੀ ਸੰਤ ਕਿਰਪਾਲ ਸਿੰਘ ਜੀ ਜਿਨ੍ਹਾਂ ਨੇ ਸੰਪਰਦਾਇ ਟੀਕਾ ਲਿਖਿਆ, ਇੱਕ ਚੱਲਦੀ ਹੋਈ ਲੜੀ ਦੇ ਵਿੱਚ ਉੱਥੇ ਮੈਨੂੰ ਕਥਾ ਕਰਨ ਦਾ 27 ਤਰੀਕ ਨੂੰ ਮੌਕਾ ਮਿਲਿਆ। ਮੈਂ
ਸਰਦਾਰ ਮਹਿੰਦਰ ਸਿੰਘ ਹੁਣਾਂ ਨੂੰ ਇਸ਼ਤਿਹਾਰ ਵੀ ਦਿਖਾ ਰਿਹਾ ਸਾਂ ਤੇ ਉਹਨਾਂ ਨੇ ਵਿਸ਼ਾ ਰੱਖਿਆ ਸੀ ਕਿ ਗੁਰਬਾਣੀ ਦੇ ਦਰਪਣ ਵਿੱਚੋਂ ਕੌੜੇ ਬੋਲ ਤੇ ਮਿੱਠੇ ਬੋਲ। ਤੇ ਮੈਂ ਵਿਚਾਰ ਕਰ ਰਿਹਾ ਸਾਂ ਕਿ ਝਗੜਿਆਂ ਦਾ ਕਾਰਨ ਹੀ ਤੇ ਕੌੜੇ ਬੋਲ ਨੇ। ਕੌੜੇ ਬੋਲ ਬੋਲੇ ਸਨ ਇੱਕ ਔਰਤ ਨੇ, ਭਾਵੇਂ ਉਹ ਬੜੀ ਸਿਆਣੀ ਮੰਨੀ ਜਾਂਦੀ ਸੀ, ਵਿਦਿਆ ਵੀ ਉਹਦੇ ਕੋਲ ਸੀ, ਸੰਗੀਤ ਕਲਾ ਦੇ ਵਿੱਚ ਵੀ ਬੜੀ ਉਹ ਸੂਝਵਾਨ ਸੀ, ਇੱਥੋਂ ਤੱਕ ਕਿ ਸੁੰਦਰਤਾ ਦੀ ਵੀ ਉਹ ਬੜੀ ਮਹਾਨ ਮੂਰਤ ਸੀ। ਇਸ ਦੇ ਬਾਵਜੂਦ ਉਹਦੇ ਬਚਨਾਂ ਦੇ ਵਿੱਚ ਇੰਨੀ ਕੜਵਾਹਟ ਸੀ ਜਦੋਂ ਉਹਨੇ ਕਿਹਾ ਅੰਨੇ ਦੇ ਪੁੱਤ ਅੰਨੇ, ਤੁਹਾਡੇ ਸ਼ਹਿਰ ਵਿੱਚ ਮਹਾਂਭਾਰਤ ਵਾਪਰਿਆ। ਇਵੇਂ ਹੀ ਮਹਾਂਭਾਰਤ ਵਾਪਰਦਾ ਹੈ। ਕਿਉਂ ਕੋਈ ਕਹਿੰਦਾ ਹੈ ਕੌੜਾ ਬੋਲ? ਜਦੋਂ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਵੱਡਾ ਹਾਂ, ਇਹ ਮੇਰੇ ਸਾਹਮਣੇ ਤੁੱਛ ਹੈ। ਅਸੀਂ ਕਿਸੇ ਨੂੰ ਦਬਾਉਣ ਵਾਸਤੇ ਕਈ ਵਾਰ ਫਿੱਕੇ ਬੋਲਾਂ ਦਾ ਸਹਾਰਾ ਲੈਂਦੇ ਹਾਂ। ਹਮੇਸ਼ਾ ਫਿੱਕੇ ਬੋਲ ਉਹਦੇ ਹਿਰਦੇ ਵਿੱਚੋਂ ਨਿਕਲਦੇ ਨੇ ਜਿਹੜਾ ਅਹੰਕਾਰੀ ਹੈ। ਅਹੰਕਾਰੀ ਬੰਦਾ ਕੌੜੇ ਬੋਲ ਬੋਲਦਾ ਹੈ। ਜਿਸ ਬੰਦੇ ਦੇ ਅੰਦਰ ਨਿਮਰਤਾ ਹੈ ਉਹਦੇ ਬੋਲ ਤੇ ਬੜੇ ਮਿੱਠੇ ਹੋਣਗੇ ਤੇ ਕੌੜੇ ਬੋਲਾਂ ਦੇ ਨਾਲ ਝਗੜੇ ਪੈਦਾ ਹੁੰਦੇ ਨੇ। ਮੈਂ ਬੇਨਤੀ ਉੱਥੇ ਕੀਤੀ ਜੋ ਕਹਿਣਾ ਚਾਹੁੰਦਾ ਹਾਂ, ਮੈਂ ਕਿਹਾ ਦੇਖੋ ਸਾਡੀ ਮਰਿਆਦਾ ਦੇ ਅੰਦਰ ਤਲਾਕ ਦਾ ਕੋਈ ਪ੍ਰਾਵਧਾਨ ਨਹੀਂ ਹੈ, ਕਿਸੇ ਪ੍ਰਕਾਰ ਦੀ ਤਲਾਕ ਦੀ ਗੱਲ ਨਹੀਂ। ਕੀ ਰਹਿਤ ਮਰਿਆਦਾ ਦੇ ਵਿੱਚ ਕੋਈ ਇੱਕ ਵੀ ਨਿਯਮ ਤੁਸੀਂ ਤਲਾਕ ਦਾ ਕਦੇ ਪੜ੍ਹਿਆ? ਡਿਵੋਰਸ ਦੀ ਸਾਡੇ ਧਰਮ ਵਿੱਚ ਪਰੰਪਰਾ ਨਹੀਂ ਸੀ। ਕਿਹੜਾ ਸ਼ਹਿਰ ਹੈ, ਕਿਸੇ ਸ਼ਹਿਰ ਦੀ ਕਚਹਿਰੀ ਵਿੱਚ ਜਾ ਕੇ ਵੇਖ ਲਓ, ਤੁਹਾਨੂੰ ਉੱਥੇ ਹਜ਼ਾਰਾਂ ਹੀ ਸਿੱਖ ਪਰਿਵਾਰਾਂ ਦੇ ਡਿਵੋਰਸਿਸ ਦੇ ਕੇਸ ਲੱਗੇ ਹੋਏ ਮਿਲ ਜਾਣਗੇ। ਕਾਰਨ ਕੀ ਹੈ? ਜਾਂ ਪਤਨੀ ਦੇ ਵਿੱਚ ਹਉਮੈ ਹੈ, ਜਾਂ ਪਤੀ ਦੇ ਵਿੱਚ ਹਉਮੈ ਹੈ, ਜਾਂ ਦੋਵਾਂ ਦੇ ਵਿੱਚ ਹਉਮੈ ਹੈ ਇੱਕ ਦੂਜੇ ਨੂੰ ਦਬਾਉਣ ਲਈ। ਔਰ ਜਦੋਂ ਹਉਮੈ ਦੇ ਰਾਹੀਂ ਅਸੀਂ ਕਿਸੇ ਨੂੰ ਬੁਰਾ ਬੋਲਦੇ ਹਾਂ, ਦਬਾਉਣ ਦਾ ਯਤਨ ਕਰਦੇ ਹਾਂ, ਤੇ ਉਦੋਂ ਫਿਰ ਕੀ ਪੈਦਾ ਹੁੰਦਾ ਹੈ? ਝਗੜਾ ਪੈਦਾ ਹੁੰਦਾ ਹੈ। ਮੇਰੇ ਸਤਿਗੁਰ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹੈ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਸਤਿਗੁਰ ਕਹਿੰਦੇ ਨੇ ਹਉਮੈ ਦਾ ਦੀਰਘ ਰੋਗ ਸਾਡੇ ਮਨ ਦੇ ਵਿੱਚ ਹੈ। ਮਨ ਦੇ ਵਿੱਚ ਹੀ ਇਹਦਾ दारू ਹੈ, ਇਸੇ ਵਿੱਚ ਇਹਦਾ दारू ਹੈ। ਜੇ ਵਿਗੜੇ ਹੋਏ ਮਨ ਨੂੰ, ਹਉਮੈ ਦੇ ਭਰੇ ਹੋਏ ਮਨ ਨੂੰ ਅਸੀਂ ਗੁਰੂ ਦੇ ਸ਼ਬਦ ਦੇ ਰਾਹੀਂ ਸੁਧਾਰ ਲਈਏ, ਕਿਉਂਕਿ दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਗੁਰੂ ਦੇ ਸ਼ਬਦ ਨੂੰ ਆਪਾਂ ਕਮਾਉਣ ਲੱਗ ਪਈਏ, ਸਤਿਗੁਰ ਕਹਿੰਦੇ ਨੇ ਕਹੈ ਨਾਨਕ ਸੁਣੋ ਜਨੋ, ਨਾਨਕ ਜੀ ਆਖ ਰਹੇ ਹਨ ਕਿ ਹੇ ਸਿਆਣੇ ਪੁਰਖੋ ਸੁਣ ਲਓ, ਇਤ ਸੰਜਮ, ਇਸ ਸੰਜਮ ਦੇ ਨਾਲ ਦੁੱਖ ਜਾਏ। ਸੰਜਮ ਦਾ ਅਰਥ ਕੀ ਹੁੰਦਾ ਹੈ? ਪਰਹੇਜ਼। ਕਹਿੰਦੇ ਜਿਹੜਾ ਪਰਹੇਜ਼ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਿਆਨ ਕੀਤਾ ਹੈ, ਇਹ ਸੰਜਮ ਨੂੰ ਕੋਈ ਰੱਖ ਲਵੇ ਤੇ ਅਸੀਂ ਆਪਣੇ ਰੋਗ ਤੋਂ ਨਿਜਾਤ ਪਾ ਸਕਦੇ ਹਾਂ। ਭਾਈ ਸਾਹਿਬ ਜੀ ਨੇ ਕਿਹਾ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਹੈ, ਇਹ ਗੁਰੂ ਦਾ ਮੰਤਰ ਹੈ। ਇਹਨੂੰ ਜਪਣ ਦੇ ਨਾਲ ਹਉਮੈ ਖਤਮ ਹੋ ਜਾਂਦੀ ਹੈ। ਜਪਣ ਦਾ ਅਰਥ ਥੋੜਾ ਸਮਝ ਲਿਓ। ਜਪਣ ਦਾ ਅਰਥ ਹੈ ਮਹਿਸੂਸ ਕਰਨਾ। ਤੁਸੀਂ ਇੱਕ ਸ਼ਬਦ ਆਮ ਹੀ ਵਰਤਦੇ ਹੋ, ਮੈਨੂੰ ਜਾਪਦਾ ਹੈ ਕਿ ਆਹ ਕੰਮ ਐਵੇਂ ਨਹੀਂ ਐਵੇਂ ਹੈ, ਮੈਨੂੰ ਐਵੇਂ ਜਾਪਦਾ ਹੈ। ਇਹ ਜਪ ਸ਼ਬਦ ਜਿਹੜਾ ਹੈ ਜਾਪਦਾ ਤੋਂ ਬਣਿਆ ਹੈ। ਜਦੋਂ ਅਸੀਂ ਜਾਪ ਕਰਦੇ ਹਾਂ, ਅਸਲ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਜਪਣ ਦਾ ਅਰਥ ਹੈ ਮਹਿਸੂਸ ਕਰਨਾ। ਇਹ ਕੋਈ ਮਕੈਨੀਕਲ ਰੈਪੀਟੀਸ਼ਨ ਦਾ ਨਾਮ ਨਹੀਂ ਹੈ ਕਿ ਕਿਸੇ ਪ੍ਰਕਾਰ ਦੇ ਕਿਸੇ ਮੰਤਰ ਨੂੰ ਤੰਤਰ ਵਿਦਿਆ ਦੇ ਅਨੁਸਾਰ ਬਾਰ-ਬਾਰ ਪੜਨ ਦੇ ਨਾਲ ਕਿਸੇ ਪ੍ਰਕਾਰ ਦੀ ਤਬਦੀਲੀ ਆਏਗੀ। ਹਿੰਦੁਸਤਾਨ ਦੇ ਵਿੱਚ ਤੰਤਰਕਾਂ ਦਾ ਬੜਾ ਜ਼ੋਰ ਰਿਹਾ ਹੈ। ਚੰਦਰਾ ਸਵਾਮੀ ਨਾਮ ਦੇ ਤੰਤਰਕ ਦੇ ਕੋਲ ਹਿੰਦੁਸਤਾਨ ਦੇ ਵੱਡੇ ਵੱਡੇ ਲੀਡਰ ਜਾਇਆ ਕਰਦੇ ਸਨ, ਭਾਵੇਂ ਕਿ ਉਹਦੇ ਉੱਪਰ ਬਲਾਤਕਾਰੀ ਹੋਣ ਦੇ, ਘੁਟਾਲੇਬਾਜ਼ ਹੋਣ ਦੇ ਦੋਸ਼ ਲੱਗੇ, ਪਰ ਉਹ ਚੰਦਰਾ ਸਵਾਮੀ ਦਾ ਅੱਜ ਵੀ ਕੰਮ ਚੱਲਦਾ ਪਿਆ। ਬੜਾ ਜ਼ੋਰ ਹੈ ਇਹਨਾਂ ਤੰਤਰਕਾਂ ਦਾ। ਮੈਂ ਬੇਨਤੀ ਕਰਦਾ ਜਾਵਾਂ, ਤੰਤਰ ਵਿਦਿਆ ਦੇ ਅਨੁਸਾਰ ਕੁਝ ਵਿਸ਼ੇਸ਼ ਮੰਤਰਾਂ ਨੂੰ ਬੋਲਣ ਦੇ ਨਾਲ ਹੀ ਗੱਲ ਬਣ ਜਾਂਦੀ ਹੈ, ਮੰਤਰਾਂ ਨੂੰ ਸਮਝਣ ਦੀ ਲੋੜ ਨਹੀਂ। ਪਰ ਮੈਂ ਬੇਨਤੀ ਕਰਦਾ ਜਾਵਾਂ, ਗੁਰਬਾਣੀ ਦੇ ਵਿੱਚ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਸਾਡਾ ਹਿਰਦਾ ਪਿਆਰ ਦੇ ਨਾਲ ਭਰ ਜਾਣਾ ਚਾਹੀਦਾ ਹੈ। ਜੇ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਕਹਿ ਕੇ ਉਸ ਪਰਮ ਸ਼ਕਤੀ ਦੇ ਪ੍ਰਤੀ ਪਿਆਰ ਪੈਦਾ ਨਹੀਂ ਹੋਇਆ, ਤੇ ਮੈਂ ਬੇਨਤੀ ਕਰਾਂ ਫਿਰ ਅਸੀਂ ਤੰਤਰ ਵਿਦਿਆ ਵਾਲੇ ਪਾਸੇ ਨੂੰ ਮੂੰਹ ਕੀਤਾ ਹੋਇਆ। ਪਰ ਜੇ ਵਾਹਿਗੁਰੂ ਕਹਿਣ ਦੇ ਨਾਲ ਹੀ ਸਾਡੇ ਹਿਰਦੇ ਦੇ ਵਿੱਚ ਪਿਆਰ ਭਰ ਜਾਏ। ਕੱਲ ਪਰਸੋਂ ਦੀ ਗੱਲ ਹੈ, ਮੈਂ ਕਥਾ ਕਰ ਰਿਹਾ ਸਾਂ, ਕਿਉਂਕਿ ਸਾਡੇ ਉੱਥੇ ਪਾਠ ਬੋਧ ਸਮਾਗਮ ਕਰਨਾਲ ਚੱਲਦਾ ਪਿਆ ਸ਼ਾਮ ਦੇ ਦੀਵਾਨ ਵਿੱਚ, ਜਿੱਥੇ ਗੁਰਬਾਣੀ ਨੂੰ ਵਿਚਾਰਦੇ ਹਾਂ ਉੱਥੇ ਨਾਲ ਉੱਥੇ ਰਹਿਤ ਮਰਿਆਦਾ ਵਿਚਾਰੀ ਜਾਂਦੀ ਹੈ।
ਰਹਿਤ ਮਰਿਆਦਾ ਦੇ ਵਿੱਚੋਂ ਸ਼ਬਦ ਆਇਆ ਕਿ ਪੰਥ, ਪੰਥ ਕੀ ਹੁੰਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਪੰਥ ਦੇ ਬਾਬਤ ਮਿਕਾਲਫ ਦੀ ਇੱਕ ਘਟਨਾ ਆਮ ਹੀ ਸਾਨੂੰ ਇਤਿਹਾਸ ਵਿੱਚੋਂ ਸੁਣਨ ਨੂੰ ਮਿਲਦੀ ਹੈ। ਇੱਕ ਨਿਹੰਗ ਸਿੰਘ ਨੂੰ, ਜਿਵੇਂ ਸਤਿਕਾਰਯੋਗ ਬਾਬਾ ਜੀ ਬੈਠੇ ਹੋਏ ਨੇ ਗੁਰੂ ਕੇ ਦਰਬਾਰ ਵਿੱਚ, ਕਿੰਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੋ ਬਖਸ਼ਿਸ਼ ਭਰਿਆ ਹੱਥ ਹੈ, ਸੁੰਦਰ ਸਰੂਪ ਇਹਨਾਂ ਦਾ, ਬਾਣੇ ਦਾ ਸਰੂਪ, ਤੋ ਸਰੂਪ ਵੇਖ ਕੇ ਸਾਡਾ ਗੁਰੂ ਚਿੰਤਨ ਦੇ ਵਿੱਚ ਆ ਜਾਂਦਾ। ਇਵੇਂ ਇੱਕ ਨਿਹੰਗ ਸਿੰਘ ਜੀ ਨੂੰ ਜਦੋਂ ਮਿਕਾਲਫ ਨੇ ਪੁੱਛਿਆ ਪੰਥ ਕੀ ਹੁੰਦਾ ਹੈ, ਤੇ ਆਂਦੇ ਨੇ ਨਿਹੰਗ ਸਿੰਘ ਨੇ ਮਿਕਾਲਫ ਨੂੰ ਜੋ ਦੱਸਿਆ, ਕਹਿਣ ਲੱਗਿਆ ਪੰਥ ਸਾਡੀ ਕੌਮ ਹੈ, ਪੰਥ ਸਾਡਾ ਮਾਰਗ ਹੈ, ਪੰਥ ਸਾਡੀ ਵਿਚਾਰਧਾਰਾ ਹੈ, ਪੰਥ ਸਾਡਾ ਗੁਰੂ ਹੈ। ਉਹ ਕਹਿਣ ਲੱਗਿਆ ਕੀ ਦੱਸਾਂ ਪੰਥ ਦੇ ਬਾਰੇ। ਕਹਿਣ ਲੱਗਿਆ ਪੰਥ ਦੇ ਬਾਰੇ ਤੇ ਮੈਂ ਬਿਆਨ ਹੀ ਨਹੀਂ ਕਰ ਸਕਦਾ, ਪੰਥ ਕੀ ਹੈ। ਇੰਨੀ ਗੱਲ ਕਹਿ ਕੇ ਉਹਦੀ ਜਿਉਂ-ਜਿਉਂ ਦੱਸੀ ਜਾਵੇ ਉਹਦੀ ਛਾਤੀ ਚੌੜੀ ਹੁੰਦੀ ਜਾਵੇ। ਮੈਂ ਬੇਨਤੀ ਕਰਾਂ, ਸਾਡੀਆਂ ਰਵਾਇਤਾਂ ਐਸੀਆਂ ਨੇ, ਜਦੋਂ ਅਸੀਂ ਆਪਣੀਆਂ ਰਵਾਇਤਾਂ ਬਾਰੇ ਗੱਲ ਕਰਦੇ ਹਾਂ ਤੇ ਸਾਡੇ ਮਨ ਦੇ ਅੰਦਰ ਪਿਆਰ ਭਰ ਜਾਂਦਾ ਹੈ, ਸਾਡੇ ਅੰਦਰ ਜੋਸ਼ ਪੈਦਾ ਹੋ ਜਾਂਦਾ ਹੈ, ਸਾਡਾ ਸੀਨਾ ਚੌੜਾ ਹੋ ਜਾਂਦਾ ਹੈ। ਮੈਂ ਬੇਨਤੀ ਕਰਾਂ, ਜਿਵੇਂ ਸਾਡੀ ਇੱਕ ਇੱਕ ਪਰੰਪਰਾ ਸਾਡੇ ਮਨ ਨੂੰ ਟੁੰਬਦੀ ਹੈ, ਸਾਡੀ ਛਾਤੀ ਨੂੰ ਚੌੜਿਆਂ ਕਰ ਦਿੰਦੀ ਹੈ, ਸਾਡਾ ਸਿਰ ਉੱਚਾ ਹੋ ਜਾਂਦਾ ਹੈ, ਅਸੀਂ ਅਣਖ ਦੇ ਨਾਲ, ਗੈਰਤ ਦੇ ਨਾਲ ਭਰ ਜਾਂਦੇ ਹਾਂ, ਕਿਉਂਕਿ ਸਾਡਾ ਧਰਮ ਬੜਾ ਮਨੋਵਿਗਿਆਨਕ ਹੈ। ਖਿਮਾ ਕਰਿਓ, ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਸ਼ਾਇਦ ਤੰਤਰ ਸ਼ਸਤਰ ਵੱਲ ਮੂੰਹ ਕਰ ਲਿਆ, ਉਹ ਜਦੋਂ ਵਾਹਿਗੁਰੂ ਕਹਿੰਦੇ ਨੇ ਉਹਨਾਂ ਦਾ ਹਿਰਦਾ ਪਿਆਰ ਦੇ ਨਾਲ ਨਹੀਂ ਭਰਦਾ। ਨਹੀਂ ਤੇ ਵਾਹਿਗੁਰੂ ਕਿਹਾ ਸਾਨੂੰ ਉਹ ਜਾਪਣ ਲੱਗ ਜਾਣਾ ਚਾਹੀਦਾ ਹੈ। ਜਪਣ ਦਾ ਅਰਥ ਗੁਰਮਤ ਵਿਧੀ ਵਿਧਾਨ ਦੇ ਵਿੱਚ ਜਾਪਣਾ ਹੈ, ਭਾਵ ਉਹ ਸਾਨੂੰ ਜਾਪਣ ਲੱਗ ਪਵੇ, ਉਹ ਮੈਨੂੰ ਮਹਿਸੂਸ ਹੋਣ ਲੱਗ ਪਵੇ ਮੇਰਾ ਵਾਹਿਗੁਰੂ ਮੇਰੇ ਨੇੜੇ ਹੈ। ਅਸੀਂ ਨਿਤ ਪੜ੍ਹਦੇ ਹਾਂ, ਸਦਾ ਅੰਗ ਸੰਗੇ ਅਭੰਗੰ ਬਭੂਤੇ, ਜਹ ਜਹ ਪੇਖੂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਮਨ ਨੂੰ ਉਪਦੇਸ਼ ਹੈ, ਮੇਰੇ ਮਨਾ ਤੂੰ ਸਦਾ ਧਿਆਈ, ਤੂੰ ਜਿੱਧਰ ਜਿੱਧਰ ਵੇਖੇ ਉਧਰ ਉਧਰ ਤੇਰਾ ਮਾਲਕ ਰਹਿੰਦਾ ਹੈ। ਜਹ ਜਹ ਪੇਖੂ ਤੈ ਹਜ਼ੂਰ, ਮੈਂ ਜਿੱਧਰ ਜਿੱਧਰ ਵੇਖਦਾ ਹਾਂ ਉਧਰ ਉਧਰ ਮੇਰਾ ਹਜ਼ੂਰ ਹੈ। ਦੂਰ ਕਤੋਂ ਨਾ ਜਾਈ, ਉਹ ਮੇਰੇ ਤੋਂ ਦੂਰ ਕਦੇ ਨਹੀਂ ਜਾਂਦਾ। ਰਵ ਰਿਹਾ ਸਰਬੱਤਰ ਮੈਂ ਮਨ, ਇਹ ਮੇਰੇ ਮਨਾ ਸਦਾ ਧਿਆਈ। ਅਸੀਂ ਕਦੇ ਅਨੁਭਵ ਕੀਤਾ ਹੈ ਵਾਹਿਗੁਰੂ ਕਹਿ ਕੇ? ਖਿਮਾ ਕਰਿਓ, ਇਹ ਸਾਡਾ ਅੱਜ ਦੁਖਾਂਤ ਵਾਪਰਦਾ ਪਿਆ ਹੈ। ਅਸੀਂ ਵਾਹਿਗੁਰੂ ਨੂੰ ਮਹਿਸੂਸ ਨਹੀਂ ਕਰ ਰਹੇ। ਸਾਨੂੰ ਹੋਰ ਹੋਰ ਢੰਗ ਤਰੀਕੇ ਨਵੇਂ-ਨਵੇਂ ਬਿਆਨ ਕੀਤੇ ਜਾ ਰਹੇ ਨੇ। ਕੋਈ ਕਹਿੰਦਾ ਵਾਹਿਗੁਰੂ ਨੂੰ ਐਵੇਂ ਜਪਣਾ, ਕੋਈ ਕਹਿੰਦਾ ਐਵੇਂ ਜਪਣਾ, ਕੋਈ ਸਾਹਾਂ ਦੀ ਕਿਰਿਆ ਬਾਰੇ ਦੱਸੀ ਜਾਂਦਾ, ਜਦ ਕਿ ਇਹ ਸਾਹਾਂ ਦੀਆਂ ਕਿਰਿਆਵਾਂ ਜੋਗੀਆਂ ਨੇ ਬਿਆਨ ਕੀਤੀਆਂ ਸਨ। ਸਾਡੇ ਪਹਿਲੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਹ ਦੀ ਕਿਰਿਆ ਬਾਰੇ ਗੱਲ ਕੀਤੀ। ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਨਿਵਲੀ ਕਰਮ ਹੈ ਨਾ, ਇਹਦਾ ਗੁਰਮਤ ਦੇ ਵਿੱਚ ਕੋਈ ਮਾਨਤਾ ਜਾਂ ਕਿਸੇ ਪ੍ਰਕਾਰ ਦਾ ਗੁਰਮਤ ਅਧਿਆਤਮ ਦੇ ਵਿੱਚ ਯੋਗਦਾਨ ਨਹੀਂ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਨਿਵਲੀ ਕਰਮ ਭਿਉਂਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਕਰਮ ਪ੍ਰੀਤ ਨ ਹਰਸਿਓ ਗੁਰ ਸ਼ਬਦ ਮਹਾਰਸ ਪਾਇਆ। ਨਿਵਲੀ ਕਰਮ ਕਿਹਨੂੰ ਕਹਿੰਦੇ ਨੇ? ਜੋਗੀਆਂ ਦਾ ਉਹ ਪੌਣ ਆਸਣ, ਜਿਹਦੇ ਵਿੱਚ ਉਹ ਰੇਚਕ ਕੁੰਭਕ ਤੇ ਪੂਰਕ ਤਿੰਨ ਕਿਰਿਆਵਾਂ ਕਰਦੇ ਨੇ। ਰੇਚਕ ਦਾ ਅਰਥ ਹੁੰਦਾ ਹੈ ਸਾਹ ਅੰਦਰ ਲੈ ਕੇ ਜਾਣਾ, ਕੁੰਭਕ ਦਾ ਅਰਥ ਹੁੰਦਾ ਹੈ ਰੋਕਣਾ, ਪੂਰਕ ਦਾ ਅਰਥ ਹੁੰਦਾ ਹੈ ਬਾਹਰ ਕੱਢ ਦੇਣਾ। ਜਿਵੇਂ ਕਹਿੰਦੇ ਨੇ ਵਾਹਿਗੁਰੂ ਕਹਿਣ ਲੱਗਿਆਂ ਅੰਦਰ ਸਵਾਸ ਲੈ ਕੇ ਜਾਓ, ਵਾਹ ਕਹਿਣ ਲੱਗਿਆਂ ਰੋਕੋ, ਤੇ ਗੁਰੂ ਦੇ ਨਾਲ ਬਾਹਰ ਕੱਢਣਾ ਹੈ। ਕੋਈ ਕਹਿ ਸਕਦਾ ਹੈ ਜੀ ਕਥਾ ਕਰਨੀ ਹੈ ਗੁਰੂ ਕੀ ਮੱਤ ਦੇ, ਭਾਈ ਸਾਹਿਬ ਸ਼ਾਇਦ ਖੰਡਨ ਮੰਡਨ ਕਰਨ ਲੱਗ ਪਏ ਨੇ। ਖਿਮਾ ਕਰਿਓ, ਮੇਰਾ ਸੁਭਾਅ ਖੰਡਨ ਕਰਨਾ ਨਹੀਂ ਹੈ, ਪਰ ਜੋ ਗੁਰਮਤ ਦੀ ਵਿਚਾਰਧਾਰਾ ਹੈ ਉਹਦੀ ਵਿਆਖਿਆ ਕਰਨਾ ਮੇਰਾ ਫਰਜ਼ ਬਣਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਨਿਵਲੀ ਕਰਮ, ਕੀ ਅਰਥ ਕਰੋਗੇ? ਤੁਸੀਂ ਟੀਕਿਆਂ ਨੂੰ ਜਾ ਕੇ ਪੜ੍ਹੋ। ਮੈਂ ਕਈ ਵਾਰ ਕਥਾ ਕਰਦਿਆਂ ਬੇਨਤੀ ਕਰਿਆ ਕਰਦਾ ਹਾਂ, ਗੁਰਮੁਖ ਪਿਆਰਿਓ, ਜਿਹੜਾ ਸਟੇਜ ਤੇ ਬੋਲਦਾ ਪਿਆ ਹੈ ਉਹਦੇ ਹਰ ਇੱਕ ਬੋਲ ਨੂੰ ਤੁਰੰਤ ਸੱਚਾ ਕਰਕੇ ਨਾ ਮੰਨ ਲਿਆ ਕਰੋ। ਪ੍ਰਸ਼ਨ ਚਿੰਨ੍ਹ ਲਗਾਓ, ਹੋਮਵਰਕ ਲੈ ਕੇ ਜਾਓ। ਅੱਜ ਤੁਹਾਡੇ ਕੋਲ ਕਿੰਨੇ ਸਾਧਨ ਨੇ, ਘਰ ਘਰ ਦੇ ਵਿੱਚ ਕੰਪਿਊਟਰ ਹੈ, ਇੰਟਰਨੈਟ ਹੈ, ਤੁਸੀਂ ਇੰਟਰਨੈਟ ਦਾ ਸਾਧਨ ਪ੍ਰਯੋਗ ਕਰੋ। ਅੱਜ ਇੰਟਰਨੈਟ ਦੇ ਉੱਪਰ ਸਾਰੇ ਟੀਕਾਕਾਰਾਂ ਦੇ ਲਗਭਗ ਟੀਕੇ ਪਏ ਨੇ, ਉਹਨਾਂ ਟੀਕਿਆਂ ਨੂੰ ਵਾਚੋ। ਤੁਸੀਂ ਜੋ ਸੁਣਿਆ ਹੈ ਘਰ ਜਾ ਕੇ ਖੁਦ ਅਰਥ ਜਿਹੜੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰੋ, ਫਿਰ ਪਤਾ ਲੱਗੇਗਾ ਸੱਚ ਕੀ ਹੈ। ਇਹ ਨਹੀਂ ਕਿ ਜਿੰਨੇ ਲਾਇਆ ਗੱਲੀ ਉਠੇ ਉਸੇ ਨਾਲ ਉੱਠ ਚੱਲੀ। ਗੁੰਮਰਾਹ ਕਰਨ ਵਾਲੇ ਲੋਕ ਅੱਜ ਸਾਡੇ ਸਮਾਜ ਵਿੱਚ ਵੀ ਬਹੁਤ ਨੇ।
ਗੁੰਮਰਾਹ ਨਹੀਂ ਹੋਣਾ, ਸੱਚ ਨੂੰ ਸਮਝਣਾ ਹੈ। ਤੁਸੀਂ ਘਰ ਜਾ ਕੇ ਕਿਸੇ ਵੀ ਟੀਕੇ ਤੋਂ ਅਰਥ ਸਮਝਣ ਦਾ ਯਤਨ ਕਰਿਓ। ਆਹ ਪੰਕਤੀਆਂ ਨੋਟ ਕਰ ਲਓ। ਮਹਾਰਾਜ ਕਹਿੰਦੇ ਨੇ, ਨਿਵਲੀ ਕਰਮ ਭਿਉਂਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਕਰਮ ਪ੍ਰੀਤ ਨਾ ਹਰਸਿਓ। ਇਹਦੇ ਨਾਲ ਪ੍ਰੀਤ ਨਹੀਂ ਬਣਦੀ। ਗੁਰ ਸ਼ਬਦ ਮਹਾਰਸ ਪਾਇਆ, ਗੁਰੂ ਦੇ ਸ਼ਬਦ ਦੇ ਨਾਲ ਮਹਾਰਸ ਬਣੇਗਾ। ਬਾਬਾ ਕਬੀਰ ਜੀ ਦੇ ਬੋਲ ਯਾਦ ਰੱਖਿਓ, ਆਸਨ ਪਵਨ ਦੂਰ ਕਰ ਬਵਰੇ, ਛੋਟ ਪਖੰਡ ਨਿਤ ਹਰ ਭਜ ਬਵਰੇ। ਇਹ ਬਾਬਾ ਕਬੀਰ ਜੀ ਨੇ ਕਹੇ ਨੇ। ਬੇਅੰਤ ਸ਼ਬਦ ਨੇ ਬਾਣੀ ਦੇ ਵਿੱਚ ਪਾਉਣ ਦੇ ਆਸਣ ਤੋਂ ਬਚਾਇਆ। ਪਰ ਸਾਨੂੰ ਤੰਤਰ ਵਿਦਿਆ ਜਾਂ ਜੋਗ ਮਤ ਦੇ ਅਨੁਸਾਰ ਅੱਜ ਉਲੇਰਿਆ ਜਾ ਰਿਹਾ ਇਧਰਲੇ ਪਾਸੇ ਕਿ ਐਵੇਂ ਕਰਨ ਦੇ ਨਾਲ ਅਨੁਭੂਤੀ ਹੋਏਗੀ। ਨਹੀਂ, ਅਨੁਭਵ ਸ਼ਬਦ ਦੇ ਰਾਹੀਂ ਕਰਨਾ ਹੈ। ਗੁਰਬਾਣੀ ਦੇ ਵਿੱਚ ਅਨੁਭਵ ਕਰਵਾਇਆ ਹੈ। ਮਹਾਰਾਜ ਕਹਿੰਦੇ ਨੇ ਕਿ ਹੇ ਪਰਮੇਸ਼ਰ ਤੂੰ ਤਰਵਰ ਹੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਹੇ ਮੇਰਾ ਰੱਬਾ ਤੂੰ ਰੁੱਖ ਹੈ ਤੇ ਮੈਂ ਉਸ ਰੁੱਖ ਦੇ ਉੱਪਰ ਰਹਿਣ ਵਾਲਾ ਇੱਕ ਪੰਖੀ ਹਾਂ। ਹੁਣ ਕਮਾਲ ਦੀ ਗੱਲ ਏ, ਰੁੱਖ ਦੇ ਉੱਪਰ ਪੰਖੀ ਦਾ ਆਲਣਾ ਹੋਵੇ ਤੇ ਪੰਖੀ ਨੂੰ ਕੋਈ ਪੁੱਛੇ, ਉਹ ਭਲਿਆ ਲੋਕਾ ਰੁੱਖ ਬਾਰੇ ਜਾਣਦਾ ਹੈ, ਤੇ ਉਹ ਕਵੇ ਜੀ ਕਿਹੜਾ ਰੁੱਖ, ਮੈਨੂੰ ਤੇ ਪਤਾ ਹੀ ਨਹੀਂ ਰੁੱਖ ਦੇ ਬਾਰੇ। ਰੁੱਖ ਦੇ ਉੱਪਰ ਰਹਿੰਦਾ ਹੈ ਤੇ ਫਿਰ ਉਹਨੂੰ ਅਨੁਭਵ ਕੋਈ ਨਹੀਂ। ਮੇਰੇ ਸਤਿਗੁਰ ਕਹਿੰਦੇ ਨੇ ਕਿ ਉਹ ਭਲਿਆ ਮਨੁੱਖਾ ਤੂੰ ਪੰਖੀ ਦੀ ਤਰ੍ਹਾਂ ਹੈ, ਰੱਬ ਰੁੱਖ ਦੀ ਤਰ੍ਹਾਂ ਹੈ। ਤੂੰ ਰੱਬ ਰੂਪੀ ਰੁੱਖ ਦੇ ਉੱਪਰ ਪੰਖੀ ਬੈਠਾ ਹੈ, ਪਰ ਤੇਰੇ ਮੰਦੇ ਭਾਗ ਨੇ, ਤੈਨੂੰ ਅਨੁਭਵ ਨਹੀਂ ਹੋ ਰਿਹਾ। ਤੂੰ ਵਾਹਿਗੁਰੂ ਕਹਿ ਤੇ ਤੈਨੂੰ ਆਪਣੇ ਆਲੇ ਦੁਆਲੇ ਅਨੁਭਵ ਹੋਵੇ। ਤੁਸੀਂ ਦੇਖਿਆ ਹੋਏਗਾ, ਵਾਹਿਗੁਰੂ ਜਿਨ੍ਹਾਂ ਨੇ ਗੁਰਮਤ ਵਿਚਾਰਧਾਰਾ ਦੇ ਅਨੁਸਾਰ ਨਹੀਂ ਕੀਤਾ, ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਜਿਨ੍ਹਾਂ ਨੇ ਗੁਰਮਤ ਵਿਧੀ ਵਿਧਾਨ ਅਨੁਸਾਰ ਵਾਹਿਗੁਰੂ ਨਹੀਂ ਜਪਿਆ, ਦੁਖਾਂਤ ਇਹ ਹੈ ਸਾਰੀ ਸਾਰੀ ਉਮਰ ਜਪਦੇ ਰਹੇ, ਕ੍ਰੋਧ ਖਤਮ ਨਹੀਂ ਹੋਇਆ। ਘਸੁੰਨ ਲੈ ਲੈ ਪੈਂਦੇ ਨੇ, ਆਪਣੇ ਘਰ ਦੇ ਵਿੱਚ ਵੀ ਲੜਦੇ ਨੇ ਤੇ ਬਾਹਰ ਵੀ ਦੂਜਿਆਂ ਨੂੰ ਡਰਾਉਂਦੇ ਨੇ। ਕਿਉਂ ਇੰਨਾ ਗੁੱਸਾ ਹੈ, ਕ੍ਰੋਧ ਕਿਉਂ ਹੈ? ਕਿਸੇ ਵੀ ਮਨੁੱਖ ਨੂੰ ਪਹਿਚਾਨਣਾ ਹੋਵੇ ਕਿ ਇਹ ਮਨੁੱਖ ਕਿੰਨੇ ਕੁ ਪਾਣੀ ਵਿੱਚ ਹੈ, ਤੇ ਅਸੀਂ ਉਹਦੇ ਬਾਹਰੀ ਜੀਵਨ ਦੀਆਂ ਕਿਰਿਆਵਾਂ ਤੋਂ ਹਿਸਾਬ ਲਾ ਸਕਦੇ ਹਾਂ। ਡਾਕਟਰ ਦੇ ਕੋਲ ਜਦੋਂ ਮਰੀਜ਼ ਜਾਂਦਾ ਹੈ ਤੇ ਡਾਕਟਰ ਉਹਦੇ ਸਿੰਪਟਮਸ ਦੇਖਦਾ ਹੈ, ਉਹ ਵੇਖਦਾ ਚਿਹਰੇ ਦਾ ਪ੍ਰਭਾਵ, ਅੱਖਾਂ ਵੇਖਦਾ, ਛਾਤੀ ਤੇ ਸਟੈਥੋ ਲਾ ਕੇ ਵੇਖਦਾ, ਨਬਜ਼ ਚੈੱਕ ਕਰਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਰੋਗ ਕੀ ਹੈ। ਇਸੇ ਪ੍ਰਕਾਰ ਮਨੁੱਖ ਦੀਆਂ ਕਿਰਿਆਵਾਂ ਬਿਆਨ ਕਰਦੀਆਂ ਨੇ ਕਿ ਇਹਨੇ ਕਮਾਈ ਕੀਤੀ ਹੈ ਜਾਂ ਨਹੀਂ। ਕਮਾਈ ਦਾ ਅਰਥ ਕੇਵਲ ਵਿਸ਼ੇਸ਼ ਪ੍ਰਕਾਰ ਦੇ ਸ਼ਬਦ ਨੂੰ ਬਾਰ-ਬਾਰ ਰਟਣਾ ਨਹੀਂ ਹੈ। ਕਮਾਈ ਦਾ ਅਰਥ ਹੈ ਕਿ ਜੋ ਸ਼ਬਦ ਵਿੱਚ ਕਿਹਾ ਗਿਆ ਹੈ ਕਿ ਜੀਵਨ ਵਿੱਚ ਕਮਾਇਆ। ਜੇ ਗੁਰੂ ਪਾਤਸ਼ਾਹ ਨੇ ਕਿਹਾ ਹੈ ਸੱਚ ਬੋਲਣਾ ਹੈ ਤੇ ਅਸੀਂ ਸੱਚ ਬੋਲਣ ਦੀ ਕਮਾਈ ਕਰਨੀ ਹੈ। ਜੇ ਗੁਰੂ ਪਾਤਸ਼ਾਹ ਨੇ ਕਿਹਾ ਲੋਭ ਤਿਆਗਣਾ ਹੈ, ਅਸੀਂ ਲੋਭ ਤਿਆਗਣ ਦੀ ਕਮਾਈ ਕਰਨੀ ਹੈ। ਸਾਡੇ ਜੀਵਨ ਦੀਆਂ ਜੋ ਕਿਰਿਆਵਾਂ ਨੇ ਮਨਮਤੇ, ਸਾਡੀ ਆਦਤ ਬਣੀ ਹੋਈ ਹੈ ਝੂਠ ਬੋਲਣਾ, ਸਾਡੀ ਆਦਤ ਬਣੀ ਹੋਈ ਹੈ ਲੋਭ ਕਰਨਾ, ਸਾਡੀ ਆਦਤ ਬਣੀ ਹੋਈ ਹੈ ਕਿ ਕ੍ਰੋਧ ਕਰਨਾ, ਸਾਡਾ ਕਾਮਕ ਸੁਭਾਅ ਬਣਿਆ ਹੋਇਆ ਹੈ। ਇਸ ਸੁਭਾਅ ਨੂੰ ਬਦਲਣ ਵਾਸਤੇ ਸਾਨੂੰ ਪ੍ਰੈਕਟਿਸ ਕਰਨੀ ਪਏਗੀ, ਨਿਤ ਐਕਸਰਸਾਈਜ਼ ਕਰਨੀ ਪਏਗੀ, ਨਿਤ ਯਤਨ ਕਰਨਾ ਪਏਗਾ ਵੀ ਅੱਜ ਮੈਂ ਝੂਠ ਨਹੀਂ ਬੋਲਣਾ, ਅੱਜ ਮੈਂ ਕਿਸੇ ਉੱਪਰ ਗੁੱਸਾ ਨਹੀਂ ਕਰਨਾ, ਅੱਜ ਕੋਈ ਮੇਰੇ ਨਾਲ ਝਗੜਨ ਵਾਸਤੇ ਵੀ ਆਵੇ ਤਾਂ ਵੀ ਮੈਂ ਹਲੀਮੀ ਦੇ ਨਾਲ ਪੇਸ਼ ਆਉਣਾ ਹੈ। ਨਿਤ ਜਦੋਂ ਅਸੀਂ ਪ੍ਰੈਕਟਿਸ ਕਰਾਂਗੇ, ਇੱਕ ਦਿਨ ਆਏਗਾ ਜਿੱਦਣ ਸਾਡਾ ਸੁਭਾਅ ਉਵੇਂ ਦਾ ਬਣ ਜਾਏਗਾ। ਅਸੀਂ ਇਹ ਗੁਰਬਾਣੀ ਤੋਂ ਸੇਧ ਲੈ ਕੇ ਸਭ ਕੁਝ ਕਰਨਾ ਹੈ। ਜਦੋਂ ਗੁਰੂ ਪਾਤਸ਼ਾਹ ਬਾਣੀ ਵਿੱਚ ਸਾਨੂੰ ਐਵੇਂ ਦੇ ਪਵਿੱਤਰ ਸ਼ਬਦ ਬਖਸ਼ਦੇ ਨੇ ਤੇ ਖਿਆਲ ਕਰਿਓ, ਫਿਰ ਹੌਲੀ ਹੌਲੀ ਬਾਣੀ ਤੋਂ ਸੇਧ ਲੈ ਕੇ ਸਾਡਾ ਅਨੁਭਵ ਬਣ ਜਾਂਦਾ ਹੈ ਬਾਣੀ। ਇੱਕ ਗੱਲ ਮੈਂ ਆਮ ਹੀ ਕਿਹਾ ਕਰਦਾ ਹਾਂ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਸ਼ਬਦ ਦੀ ਕਮਾਈ ਜਿਹਨੂੰ ਮੈਂ ਕਹਿ ਰਿਹਾ ਹਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਕੁਝ ਫਾਰਮੂਲੇ ਆਪਣੇ ਚਿੰਤਨ ਵਿੱਚ ਰੱਖਣੇ ਚਾਹੀਦੇ ਨੇ। ਪਹਿਲੀ ਗੱਲ, ਬਾਣੀ ਪੜ੍ਹਦਿਆਂ ਗੁਰੂ ਨੂੰ ਆਪਣੇ ਸਨਮੁਖ ਬੈਠਾ ਹੋਇਆ ਸਮਝੋ। ਦੂਜੀ ਗੱਲ, ਪ੍ਰਭੂ ਨੂੰ ਆਪਣੇ ਸਨਮੁਖ ਬੈਠਾ ਹੋਇਆ ਸਮਝੋ। ਤੀਸਰੀ ਗੱਲ, ਆਪਣੇ ਮਨ ਨੂੰ ਸਾਹਮਣੇ ਬੈਠਾ ਹੋਇਆ ਮਹਿਸੂਸ ਕਰੋ। ਖਿਆਲ ਕਰਨਾ, ਕਿਉਂਕਿ ਜਿਹੜੇ ਸੰਬੋਧਨ ਬਾਣੀ ਦੇ ਵਿੱਚ ਆਉਣਗੇ, ਕਈ ਵਾਰੀ ਸਿੱਧੀ ਗੱਲ ਰੱਬ ਨਾਲ ਹੈ। ਜੇ ਰੱਬ ਸਾਹਮਣੇ ਨਹੀਂ ਬੈਠਾ ਹੋਇਆ ਤੇ ਕਿਹਦੇ ਨਾਲ ਗੱਲਾਂ ਕਰੋਗੇ? ਕਈ ਵਾਰ ਸਿੱਧੀ ਗੱਲ ਗੁਰੂ ਦੇ ਨਾਲ ਹੋ ਰਹੀ ਹੁੰਦੀ ਹੈ ਬਾਣੀ ਵਿੱਚ। ਜੇ ਗੁਰੂ ਸਾਹਮਣੇ ਤੁਹਾਨੂੰ ਅਨੁਭਵ ਨਾ ਹੋਵੇ ਤੇ ਗੁਰੂ ਨਾਲ ਗੱਲ ਕਿਵੇਂ ਕਰੋਗੇ? ਜੇ ਗੱਲ ਮਨ ਦੇ ਨਾਲ ਹੋ ਰਹੀ ਹੈ, ਮਨ ਮੇਰੇ ਆ, ਮਨ ਮਿੱਤਰ ਪਿਆਰਿਆ, ਮਨ ਰੇ, ਮਨ ਤੁਹਾਡਾ ਸਾਹਮਣੇ ਤੁਹਾਨੂੰ ਅਨੁਭਵ ਨਹੀਂ ਹੋਏਗਾ ਤੇ ਕਿਹਦੇ ਨਾਲ ਗੱਲ ਕਰੋਗੇ? ਜਦੋਂ ਤੁਸੀਂ ਬਾਣੀ ਪੜ੍ਹਨੀ ਹੈ, ਤੁਹਾਡਾ ਮਨ ਉੱਥੇ ਹਾਜ਼ਰ ਹੋਣਾ ਚਾਹੀਦਾ ਹੈ, ਤੁਹਾਡਾ ਗੁਰੂ ਉੱਥੇ ਹਾਜ਼ਰ ਹੋਣਾ ਚਾਹੀਦਾ ਹੈ,
तुहाडा रब तुहानू अनुभव होवे, तुहाडे सामने बैठा होया, किवें वो अनुभव नहीं बनेगा जिहड़ा अनुभव साडे उन्हां प्यारे पुरातन गुरसिखां विच होया करदा सी। जदों गुरु कहिंदे सन ते उन्हां दा हिरदा बागो बाग हो जांदा सी, जदों वाहिगुरू कहिंदे सन ते उन्हां दा हिरदा प्यार दे नाल उमाह दे नाल भर जांदा सी। ते उन्हां दा मन कित्थे अड़ियां कर सकदा सी, क्योंकि वो मन नूं बार बार चोटां मार मार के समझाया करदे सन, ओए बिगड़े होए मना इवें सुधर। पर अज असी बाणी इवें नहीं पढ़दे। अज ते सानू कहा जांदा है कि बाणी दे पाठ जिहड़े ने इन्ने करने ने मानवता दे भले वास्ते, ते ओ गिणतियां मिणतियां दे पाठ आपां करन दे चक्कर विच फसे रहिंदे हां। इहदा अर्थ ये नहीं है कोई गुरमुख प्यारा संसार दे भले वास्ते सानू बाणी पढ़न दी प्रेरणा देवे ते असीं करना नहीं है। पर मैं बेनती करा गिणतियां दे चक्कर विच नहीं पैना। कोई गुरमुख प्यारा कही जावे 100 करो 1000 करो कर दिओ, पर भावें एक ही करो, उन्होंने कह दिओ भी साडे कोल ते एक ही होया, पर प्यार दे नाल भर के करो, ऐसी भावना नाल पढ़ो पवित्र गुरबाणी, तुहानू अनुभव दे विच आ जावे, तुहाडा गुरु तुहाडा परमेश्वर तुहाडे अनुभव दे विच आ जावे, तुहाडा मन सुधर जावे। मानवता दे भले वास्ते गिणतियां मिणतियां दे विच आपां पए रहे, पर अपना भला भुल गए, पहलां अपना भला करना है। आ अरदास भी पढ़ो ना तुसीं, अखीर ते शब्द आउंदा है, नानक नाम चढ़दी कला तेरे भाणे सरबत दा भला। पर उहदे तो पहला मंगां ते अपने वास्ते मंगियां होईयां ने। सिखां नूं सिੱਖੀ दान भी चाहिए, केस दान, रहत दान, विवेक दान, विसाह दान, भरोसा दान, सारियां दातां अपने वास्ते ने। ते फिर प्रथमे सरबत खालसा जी की अरदास है जी, सरबत खालसा जी को वाहिगुरु 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 चित आवे, चित आवन का सदका सर्ब सुख होवे। जहां जहां खालसा जी साहब तहां तहां रचिया रियायत। ये की है? आपां भैणां बैठियां ने कपड़ा खरीदण जाओ दुकान तो, वे भाई थोड़ी रियायत कर भई, थोड़ा जिहड़ा रेट है घटा। रियायत का अर्थ की हुंदा है? घटाउणा। इत्थे रियायत किहदे वास्ते मंगी गई है? सारे पंथ वास्ते, भी पंथ वास्ते महाराज रियायत करनी। भला भावें सारे संसार का करना है, पर पंथ ते तेरा है ना, ये सिੱਖੀ ਸਰੂਪ वाले पंथ दे नाल थोड़ी रियायत करिया जे। इस वास्ते अपने भले नूं अपने वास्ते रियायत लई भी हमेशा आपां सोचना है। ते वेखो मंग भी मंगी है, जदों वाहिगुरू दे 3 प्रकार वाहिगुरू कहण वास्ते इत्थे जाचना कीती गई है। जिहड़े तुहाडे विचों वीर वाहिगुरू गुरमंत्र दे अभ्यासी होणगे वो याद रखण, एक वार वाहिगुरू नहीं कहना। असीं एक ढंग दे नाल वाहिगुरू कहिंदे हां, शायद तां ही बहुती गल नहीं बनदी, ते वो एक ढंग भी साडा गुरमत दे दर्पण विचों नहीं है। उस वाहिगुरू कहण वाली प्रक्रिया दे विच साडा अनुभव नहीं जुड़िया हुंदा, जद कि 2 वार वाहिगुरू कहण वाली जुगत आपां त्याग देंदे हां। साडी परंपरा दे विच जिथे भी 3 वार शब्द आउंदा है, असीं कहिंदे हां कि मन करके करना है, बचना करके ते कर्मा करके। मन बच ते कर्म, भाव कि एक वाहिगुरू वाहिगुरू बचना करके। सिख ने गुरमंत्र का अभ्यास करना है, वाहिगुरू वाहिगुरू कहना है, ताकि सुरत इकागर हो जाए। फिर बाणी पढ़िए तो बाणी का मन ते प्रभाव पवे। असी मर्यादा पढ़ते हाँ, साडे बजुर्गों ने जिहड़ियां मर्यादा लिखियां गुरु नूं पुछ के कहण लगे, गुरसिख रहत सुनो हे मीत। की है गुरसिख दी रहत? प्रभाते उठ हित कर चीत, वाहिगुरू गुरमंत्र सो जाप, कर इशनान पढ़े जप जाप, संध्या समय सुने रहरास, कीर्तन कथा सुने हर जास, इनमें नेम जो एक कमाए, सो सिख अमरापुरी में जाए। वाहिगुरू गुरमंत्र सो जाप, वाहिगुरू गुरमंत्र का जाप करना है। पर मैं बेनती करा किवें करना है? 3 तरीके दसे। कहते पहला तरीका यह है बचना दे राही वाहिगुरू वाहिगुरू कहना है। दूजा तरीका है मन करके भी कहना है। कई बार बचना करके तो वाहिगुरू वाहिगुरू होता है, पर वाहिगुरू वाहिगुरू कहण वाले दा मन उवें काबल कंधार घोड़े पिया खरीददा हुंदा है, जिवें गुरु पातशाह जी ने जदों सुल्तानपुर लोधी विखे जाके उस मस्जिद दे विच चरण पाए, जिस मस्जिद दे विच नित मुसलमान इबादत करते सन, ते सतगुरु सच्चे पातशाह जदों बाहर आए उन्होंने तर्क किया, नमाज पढ़न आए सो ते पढ़ी क्यों नहीं? साहब कहंदे तुहाडे नाल पढ़नी सी, जां तुसीं नहीं पढ़ी ते असीं किवें पढ़दे? असीं नहीं पढ़ी। महाराज कहण लगे कित्थे पढ़ी है? तुहाडा ध्यान कित्थे तुरिया फिरदा सी? काबल कंधार तुसीं घोड़े पै खरीददे सो।
ਜਿਹੜਾ ਨਮਾਜ਼ ਪੜਾਉਣ ਵਾਲਾ ਸੀ ਉਹਨੂੰ ਕਿਹਾ ਤੇਰਾ ਆਪਣਾ ਧਿਆਨ ਘਰ ਪਹੁੰਚਿਆ ਹੋਇਆ ਸੀ, ਨਵ ਜਨਮੇ ਵਛੇਰੀ ਕਿਤੇ ਖੂਹ ਵਿੱਚ ਨਾ ਡਿੱਗ ਪਵੇ। ਜਦੋਂ ਤੁਸੀਂ ਨਮਾਜ਼ ਨਹੀਂ ਪੜ੍ਹੀ ਤੇ ਮੈਂ ਕਿਵੇਂ ਪੜ੍ਹਦਾ, ਪੜ੍ਹਨੀ ਤੇ ਤੁਹਾਡੇ ਨਾਲ ਸੀ। ਜਿਵੇਂ ਉਹਨਾਂ ਦਾ ਧਿਆਨ ਨਮਾਜ਼ ਦੇ ਵਿੱਚ ਨਹੀਂ ਸੀ, ਕਈ ਵਾਰ ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹਿੰਦੇ ਹਾਂ ਅਸੀਂ, ਸਾਡਾ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਦਾ ਧਿਆਨ ਕਾਬਲ ਕੰਧਾਰ ਪਹੁੰਚਿਆ ਹੁੰਦਾ ਨਹੀਂ, ਮਨ ਕਰਕੇ ਵੀ ਵਾਹਿਗੁਰੂ ਕਹਿਣਾ ਹੈ। ਤੇ ਤੀਜਾ ਕਰਮਾਂ ਕਰਕੇ। ਤੁਸੀਂ ਕਹੋਗੇ ਜੀ ਕਰਮਾਂ ਕਰਕੇ ਕਿਵੇਂ? ਗੁਰਬਾਣੀ ਦਾ ਜਿਤਨਾ ਸਿਧਾਂਤ ਹੈ, ਜੋ ਜੋ ਕਰਮ ਬਾਣੀ ਵਿੱਚ ਬਿਆਨ ਕੀਤੇ ਨੇ, ਅੱਖਾਂ ਦੇ ਕਰਮ, ਕੰਨਾਂ ਦੇ ਕਰਮ, ਰਸਨਾ ਦਾ ਕਰਮ, ਨਾਸਕਾ ਦਾ ਕਰਮ, ਪੈਰਾਂ ਦਾ ਕਰਮ, ਹੱਥਾਂ ਦਾ ਕਰਮ, ਇਹ ਸਰੀਰ ਦਾ ਕਰਮ, ਇਹ ਸਾਰੇ ਕਰਮ ਜਦੋਂ ਅਸੀਂ ਗੁਰਬਾਣੀ ਦੇ ਅਨੁਕੂਲ ਕਰਾਂਗੇ, ਜਿਹਨੂੰ ਮੇਰੇ ਸਤਿਗੁਰੂ ਜੀ ਨੇ ਆਰੰਭ ਤੋਂ ਸਿਮਰਨ ਤੋਂ ਆਰੰਭ ਕੀਤਾ, ਕਹਿੰਦੇ ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾ ਨਾਨਕ ਉਜਲ ਮਥਾ। ਕਿਵੇਂ ਉਜਲ ਮੱਥਾ ਹੋਣਾ ਹੈ, ਢੰਗ ਤਰੀਕਾ ਦੱਸਿਆ। ਇਹ ਕੀ ਹੈ? ਇਹ ਵੀ ਸਿਮਰਨ ਹੈ। ਉਸਤਤ ਤੋਂ ਗੱਲ ਸ਼ੁਰੂ ਕੀਤੀ ਹੈ ਤੇ ਫਿਰ ਸਤਿਗੁਰੂ ਜੀ ਨੇ ਦੱਸਿਆ ਉਸਤਤ ਕਿਵੇਂ ਕਰਨੀ ਹੈ, ਪੈਰਾਂ ਨੇ ਕੀ ਕਰਨਾ ਹੈ, ਹੱਥਾਂ ਨੇ ਕੀ ਕਰਨਾ ਹੈ, ਆ ਕੰਨਾਂ ਨੇ ਕਿਵੇਂ ਕਥਾ ਸੁਣਨੀ ਹੈ, ਰਸਨਾ ਨੇ ਕਿਵੇਂ ਅੰਮ੍ਰਿਤ ਪੀਣਾ ਹੈ, ਅੱਖਾਂ ਨੇ ਕਿਵੇਂ ਸਾਰਿਆਂ ਨੂੰ ਸਮਰੂਪ ਦੇਖਣਾ ਹੈ। ਇਹ ਟੈਕਨੀਕ ਸਿਖਾਈ ਹੈ ਸਿਮਰਨ ਦੀ। ਮਹਾਰਾਜ ਦੇ ਅੱਗੇ ਅਸੀਂ ਨਿਤ ਅਰਦਾਸ ਕਰਦੇ ਹਾਂ, ਹੇ ਮੇਰਿਆ ਸੱਚਿਆ ਪਾਤਸ਼ਾਹ ਐਸੀ ਬਖਸ਼ਿਸ਼ ਕਰ, ਸਾਨੂੰ ਵਾਹਿਗੁਰੂ 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 ਚਿੱਤ ਆਵੇ, ਭਾਵ ਅਸੀਂ ਕਰਮਾਂ ਰਾਹੀਂ ਵੀ ਵਾਹਿਗੁਰੂ ਦੇ ਭੈ ਵਿੱਚ ਤੁਰੀਏ, ਅਸੀਂ ਬਚਨਾਂ ਰਾਹੀਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਹੀਏ ਤੇ ਮਨ ਸਾਡੇ ਵਿੱਚ ਵਾਹਿਗੁਰੂ ਵਸਿਆ ਰਹੇ। ਇਹ ਜਿਹੜੀਆਂ ਤਿੰਨੇ ਕਿਰਿਆਵਾਂ ਨੇ, ਇਹ ਸਮਰੂਪ, ਇਹ ਪੈਰਲਲ ਚੱਲਣੀਆਂ ਨੇ। ਇਹ ਨਹੀਂ ਕਿ ਕੋਈ ਕਵੇ ਮੈਨੂੰ ਬਾਣੀ ਦੀ ਕਮਾਈ ਕਰਨ ਦੀ, ਬਾਣੀ ਅਨੁਸਾਰ ਐਕਸਰਸਾਈਜ਼ ਕਰਨ ਦੀ ਲੋੜ ਕੋਈ ਨਹੀਂ, ਬਸ ਮੇਰੀ ਇੱਕ ਹੀ ਐਕਸਰਸਾਈਜ਼ ਹੈ, ਇੱਕ ਸ਼ਬਦ ਨੂੰ ਬਾਰ-ਬਾਰ ਮੈਂ ਰਿਪੀਟ ਕਰੀ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਕੁਝ ਜਾਣਿਆਂ ਨੇ ਕਹਿ ਦਿੱਤਾ ਕੇਵਲ ਇੱਕ ਸ਼ਬਦ ਨੂੰ ਰਿਪੀਟ ਕਰੀ ਜਾਓ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ। ਦੂਜੇ ਕਹਿਣ ਲੱਗੇ ਕਿ ਕੇਵਲ ਬਾਣੀ ਪੜ੍ਹਨ ਦੀ ਲੋੜ ਹੈ, ਇਹ ਸ਼ਬਦ ਦੇ ਨਾਲ ਸਾਡਾ ਕੀ ਸਰੋਕਾਰ ਹੈ। ਦੋਵੇਂ ਪ੍ਰਕਾਰ ਦੇ ਵਿਸ਼ਵਾਸ ਗੁਰਮਤ ਆਈਡੀਓਲੋਜੀ ਤੋਂ ਕੋਹਾਂ ਦੂਰ ਜਾ ਚੁੱਕੇ ਨੇ। ਮੈਂ ਬੇਨਤੀ ਕਰਾਂ, ਗੁਰਮਤ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੰਨਾ ਪਿਆਰਾ ਸ਼ਬਦ ਵਰਤਿਆ ਹੈ, ਜਿਹਦੇ ਵਿੱਚ ਇੰਨਾ ਪਿਆਰ ਭਰਿਆ ਹੋਇਆ, ਇੰਨਾ ਇਹਦੇ ਵਿੱਚ ਆਨੰਦ ਭਰਿਆ ਹੋਇਆ ਹੈ। ਤੁਸੀਂ ਕਹੋਗੇ ਉਹ ਕਿਵੇਂ? ਕਿਉਂਕਿ ਹਰ ਇੱਕ ਗੱਲ ਦੇ ਵਿੱਚੋਂ ਅੱਗੇ ਬਹੁਤ ਸਾਰੀਆਂ ਬ੍ਰਾਂਚਜ਼, ਬਹੁਤ ਸਾਰੀਆਂ ਸ਼ਾਖਾਵਾਂ ਪ੍ਰਗਟ ਹੁੰਦੀਆਂ ਨੇ। ਦੁਨੀਆ ਦੇ ਅੰਦਰ ਜਿੰਨੇ ਵੀ ਨਾਮ ਨੇ, ਉਹ ਨਾਮ ਜ਼ਾਤੀ ਨਾਮ ਨੇ। ਰਾਮ ਦਸ਼ਰਥ ਦੇ ਪੁੱਤਰ ਦਾ ਨਾਮ ਹੈ। ਜੇ ਤੁਸੀਂ ਗੋਬਿੰਦ, ਬੀਠਲ, ਮੁਰਾਰੀ ਇਤਆਦਿਕ ਬੇਅੰਤ ਸ਼ਬਦ ਲਓ, ਕ੍ਰਿਸ਼ਨ ਜੀ ਦੇ ਇਹ ਨਾਮ ਨੇ, ਉਹਨਾਂ ਦੇ ਵਿਸ਼ੇਸ਼ਕ ਨਾਮ ਨੇ। ਤੇ ਕ੍ਰਿਸ਼ਨ ਜੀ ਦੇ ਪਾਲਤ ਮਾਤਾ ਪਿਤਾ ਹੋਰ, ਪੈਦਾ ਕਰਨ ਵਾਲੇ ਮਾਤਾ ਪਿਤਾ ਹੋਰ। ਇਵੇਂ ਕੋਈ ਵਿਸ਼ਨ ਹੈ, ਕੋਈ ਮਹੇਸ਼ ਹੈ, ਬੇਅੰਤ ਨਾਮ ਨੇ। ਇਹ ਸਾਰੇ ਜ਼ਾਤੀ ਨਾਮ ਨੇ। ਈਵਨ ਅੱਲਾ ਨਾਮ ਜਿਹੜਾ ਹੈ, ਬਹੁਤਿਆਂ ਨੂੰ ਸ਼ਾਇਦ ਤੁਹਾਡੇ ਵਿੱਚੋਂ ਪਤਾ ਨਾ ਹੋਵੇ, 360 ਮੂਰਤੀਆਂ ਸਨ ਮੱਕੇ ਦੇ ਅੰਦਰ, ਜਿਹੜਾ ਕਾਬਾ ਨਾਮ ਦਾ ਮੰਦਿਰ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਉਹ ਸਾਰੀਆਂ ਮੂਰਤੀਆਂ ਆਪਣੇ ਗੁਰਜ ਨਾਲ ਤੋੜੀਆਂ, ਲੇਕਿਨ ਇੱਕ ਮੂਰਤੀ ਜਿਹੜੀ ਸਭ ਤੋਂ ਵਿਸ਼ੇਸ਼ ਮੂਰਤੀ ਸੀ, ਉਹਦਾ ਨਾਮ ਸੀ ਅੱਲਾ। ਉਸ ਅੱਲਾ ਨਾਮ ਦੀ ਮੂਰਤੀ ਦਾ ਨਾਮ ਉਸ ਪਰਮੇਸ਼ਰ ਵਾਸਤੇ ਰੱਖ ਲਿਆ, ਜਿਹਨੂੰ ਉਹਨਾਂ ਨੇ ਕਿਹਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ, ਕਿ ਉਹ ਜਿਹੜਾ ਅੱਲਾ ਹੈ, ਜਿਹੜਾ ਰੱਬ ਹੈ, ਉਹਦੇ ਬਰਾਬਰ ਕੋਈ ਨਹੀਂ, ਤੇ ਮੁਹੰਮਦ ਉਹਦਾ ਅੱਗੇ ਰਸੂਲ ਹੈ, ਉਹਦਾ ਪੈਗੰਬਰ ਹੈ, ਉਹਦਾ ਸੇਵਕ ਹੈ, ਉਹਦਾ ਮੈਸੰਜਰ ਹੈ, ਉਹਦਾ ਪੈਗਾਮ ਦੇਣ ਵਾਸਤੇ ਆਇਆ ਹੈ। ਕਹਿਣ ਤੋਂ ਮੁਰਾਦ ਕਿ ਬਹੁਤੇ ਨਾਮ ਜ਼ਾਤੀ ਨਾਮ ਨੇ, ਪਰ ਜਿਹੜਾ ਵਾਹਿਗੁਰੂ ਨਾਮ ਹੈ, ਇਹ ਸਿਫਤ ਦਾ ਭਰਿਆ ਹੋਇਆ ਨਾਮ ਹੈ। ਵਾਹ ਸ਼ਬਦ ਅਰਬੀ ਦਾ ਸ਼ਬਦ ਹੈ, ਔਰ ਵਾਹ ਸ਼ਬਦ ਜਿਹੜਾ ਹੈ, ਇਹਦਾ ਅਰਥ ਹੈ ਅਸਚਰਜ, ਬਿਸਮਾਦ। ਬਾਣੀ ਦੇ ਵਿੱਚ ਕਿੰਨੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਬਿਸਮਾਦ ਦੀ ਗੱਲ ਕੀਤੀ ਗਈ ਹੈ। ਬਿਸਮ 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 ਹੀ ਹੋਈ ਹੈ। ਲਾਲ ਗੁਲਾਲ ਰੰਗਾਰੇ, ਕਹੋ ਕਬੀਰ ਸੰਤਨ ਰਸ ਆਈ ਹੈ, ਜੋ ਚਾਖ ਗੂੰਗਾ ਮੁਸਕਾਰੇ।
सतगुरु जी ने बिस्म बिस्म की गल की, कहते बिस्म वो अवस्था है जदों चख के गूंगा ते मुस्कुरा के ही दस सकता है, वो मिठास का स्वाद बयान नहीं कर सकता। वाहिगुरु गुरमंत्र एक ऐसा मंत्र है जिहड़ा बिस्माद है। कई बार कुछ लोग कहते हैं कि वाहिगुरु जिहड़ा है ना, ये किसी के अंदर पाना पएगा, ये किसी नूं देना पएगा। मैं बेनती करा, वाहिगुरु गुरमंत्र तां किसी नूं देना पवे जे किसी कोल होवे ना। वाहिगुरु गुरमंत्र ते है ही साडे अंदर। मेरे सतगुरु जी ने बख्शिश की, कहते नौ निध अमृत प्रभ का नाम देही मह इसका विश्राम। तुसी कहोगे जी देह दे विच किवें रहिंदा है? बिस्माद साडे अंदर है। बिस्माद तक पहुंचण वास्ते सानू सतगुरु जी दे ज्ञान नूं समझना पैंदा है। जिस दिन असी गुरु दे ज्ञान नूं समझ लिया, जिवें एक उदाहरण तुहाडे सामने मैं रखांगा। सतगुरु कहंदे ने चिच्चा रचत चित्र है भारी, तज चित्र है चेतो चितकारी। चित्र विचित्र यह अवचेरा, तज चित्र है चितराख चतेरा। सतगुरु कहते हैं जिवें एक चित्रकार तस्वीर बनाउंदा है, वन सवन्ने रंग उहदे विच भरदा है ते उस तस्वीर की आपां शोभा करते हैं। सतगुरु कहते हैं रब एक वड्डा चित्रकार है, उन्हें एक बहुत वड्डा चित्र बनाया। बड़े बड़े सोहने रुख बनाए ने, बड़ियां बड़ियां सोहणियां वेलां फुल बूटे बनाए ने, खुशबू भरे हुए फुल बनाए ने, मनुख बनाए ने, पेड़ पौधों तो इलावा किन्ने जीव जंतु बनाए ने। तुसी इन्हां मनुखां नूं ही देखो, किन्ने किन्ने सुंदर मनुख ने, किन्ने किन्ने खूबसूरत, किन्ने किन्ने ताकतवर मनुख ने इस संसार दे विच। कई बार किसी नूं वेखीए ते उहदे चेहरे तो अपनियां अखां हटाउण नूं दिल नहीं करदा। मनुखां तो उपर जाओ, तुसी उन्हां पशु पंखियां दी गल करो, किन्ने किन्ने सोहणे पशु पंखी ने, निक्कियां निक्कियां तितलियां, निक्कियां निक्कियां चिड़ियां, निक्के निक्के ओ पंखी, वड्डे वड्डे पंखी आकाश दे विच झूमण वाले, आनंद लैण वाले, खुली परवाज करन वाले। तुसी शेरां चीतियां नूं लैके वेखो, तुसी वेखो उन्हां पहाड़ां नूं, सुंदर पहाड़, पहाड़ां दे विचों झरने डिगदे ने, वो जिहड़े झरने डिगदे ने किन्नी सोहणी छम छम आवाज़ आउंदी है। दरिया चलते ने, दरियावां की किन्नी सोहनी सोहनी आवाज़ है। जो बोलत है मृग मीन पखेरू, बिन तुद हर जापत है नहीं हो रे। जां मेरे सतगुर कहते हैं हर हट पी तू तू करे, बोले भली बाण। खूहां दा चल जदों चरखड़ी घुमदी सी, तुक्का जिहड़ा टक टक करदा सी, मेरे सतगुर कहते ने उहदी आवाज़ भी किन्नी बेसमादी है। ये जिहड़ा कुदरत दा नक्शा है, जदों सतगुर कहते ने बलिहारी कुदरत वसिया, तेरा अंत ना जाई लखिया। किवें मन नूं मोह लैंदे ने सुंदर चित्र। कश्मीर नूं धरती दा स्वर्ग कहंदे ने, स्विट्जरलैंड लोग सैरां करन जांदे ने। ये सुंदरता है, कुदरत दी सुंदरता। समुंदर दे अंदर निके निके दूर टापू दीदे ने, जदों समुंदर दा पानी खौलदा है, छल्लां आउंदियां ने, ते जे बंदा किनारे ते खड़ोता होवे, निक्कियां निक्कियां बूंदां पानी दियां उपर डिगदियां ने, बड़ा आनंद जिहा महसूस हुंदा है। नदी दे लागे लागे तुरो, ठंडी ठंडी पौण आउंदी है, बंदे दा मन सरूर दे नाल भर जांदा है। बगीचियां दे विच सैरां करो, फुੱਲ वेख वेख के बंदे दा मन फुੱਲ वांगू खिण नूं तुलदा है। इहदा अर्थ होया कुदरत साडे मन दे उपर किड्डा सुंदर प्रभाव पाउंदी है। मेरे सतगुर कहंदे ने, ओ भलिया लोका, ये सुंदर चित्र नूं वेख। चिच्चा रचत चित्र है भारी, पर नाल कहण लगे तज चित्र है चेतो चितकारी। किते चित्र तक सीमित ना रही, जदों तू चित्र नूं वेखणा ते महसूस कर कि चित्रकार किन्ना सोहना होएगा। आपां मैं शुरू विच गल कीती, तस्वीर गुरु नानक साहब दी वेख लई, ओ भलिओ गुरु नानक जी किन्ने सोहणे सन, तुहाडे गुरु गोबिंद सिंह महाराज किन्ने सुंदर सन। वो वेखण वास्ते तुहानूं बाणी पढ़नी पएगी। रब तुहाडा किन्ना सोहना है। ठीक है, मेरे सतगुरां ने जद मनुखी तल ते रब नूं लैके आंदा, कहण लगे तेरे बंके लोयण दंत रसाला, सोहणे नक जिन लंबड़े वाला। पर मैं बेनती करा, रब किन्ना सोहना है, जे वेखना होवे ते फिर तुसी अनुभव करो। गुरु ने अनुभव प्रकाश तक पहुँचाण वास्ते ये शब्द प्रगट कीते ने। महाराज कहते ने, तेरी चाल सुहावी मधुराड़ी बाणी, खूब तेरी पगरी मीठे तेरे बोल, द्वारका नगरे काहे के मगोल। रब दा स्वरूप बयान कीता है। पर मैं बेनती करा, ये जिहड़ा सुंदर स्वरूप बाणी दे विच आया, इनू अनुभव करन वास्ते मेरे सतगुरु जी कहंदे ने, केवल चित्र नूं वेख ना, वेख के वो बनाउण वाला किन्ना सोहना होएगा जिन्हें सुंदरता घड़ी है। तज चित्र है चेतो चितकारी, चित्र बचित्र अह अवचेरा,
ਤਜ ਚਿਤਰੇ ਚਿਤ ਰਾਖ ਚਤੇਰਾ, ਚਤੇਰੇ ਨੂੰ ਚਿੱਤ ਦੇ ਵਿੱਚ ਰੱਖ। ਇਹ ਕੀ ਹੈ? ਇਹ ਅਨੁਭਵ ਪ੍ਰਕਾਸ਼ ਤੱਕ ਪਹੁੰਚਣ ਦਾ ਇੱਕ ਸਾਧਨ ਹੈ। ਮੈਂ ਤਾਂ ਹੀ ਸ਼ੁਰੂ ਵਿੱਚ ਦੱਸਿਆ ਗੁਰਬਾਣੀ ਤੇ ਵਾਹਿਗੁਰੂ ਗੁਰਮੰਤਰ ਵਿੱਚ ਕੋਈ ਫਰਕ ਨਹੀਂ ਹੈ। ਮੰਤਰ ਸ਼ਬਦ ਦੇ ਅਰਥ ਵੀ ਜਾਣ ਲਓ। ਮੰਤਰ ਸ਼ਬਦ ਮੰਤਰੀ ਤੋਂ ਬਣਿਆ ਹੈ। ਮੰਤਰੀ ਸ਼ਬਦ ਰਾਜੇ ਦਾ ਸਲਾਹਕਾਰ, ਰਾਜੇ ਦੇ ਸਲਾਹਕਾਰ ਨੂੰ ਮੰਤਰੀ ਕਹਿੰਦੇ ਨੇ। ਤੇ ਖਿਆਲ ਕਰਿਓ ਗੁਰੂ ਦੀ ਸਲਾਹ, ਗੁਰੂ ਮੰਤਰ ਦਾ ਅਰਥ ਹੈ ਗੁਰੂ ਦੀ ਸਲਾਹ। ਗੁਰੂ ਦੀ ਸਲਾਹ ਕੀ ਹੈ? ਸਮੁੱਚੀ ਬਾਣੀ ਗੁਰੂ ਦੀ ਸਲਾਹ ਹੈ। ਸਮੁੱਚੀ ਬਾਣੀ ਨੂੰ ਜੇ ਇੱਕ ਸ਼ਬਦ ਦੇ ਵਿੱਚ ਪ੍ਰਗਟ ਕਰਨਾ ਹੋਵੇ, ਜਿਵੇਂ ਕੁਝ ਲੋਕ ਕਹਿੰਦੇ ਨੇ ਕੁੱਜੇ ਨੂੰ ਸਮੁੰਦਰ ਦੇ ਵਿੱਚ ਬੰਦ ਕਰਨਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਗਿਆਨ ਦੇ ਸਾਗਰ ਨੂੰ ਇੱਕ ਕੁੱਜੇ ਬੱਧ ਕਰਨਾ ਹੋਵੇ ਤੇ ਸ਼ਬਦ ਪ੍ਰਗਟ ਹੁੰਦਾ ਹੈ ਵਾਹਿਗੁਰੂ। ਵਾਹਿਗੁਰੂ ਸ਼ਬਦ ਆਪਣੇ ਆਪ ਦੇ ਅੰਦਰ 1430 ਅੰਗ ਸਮੋਏ ਬੈਠਾ ਹੈ। ਯਾਦ ਰੱਖਿਓ, ਇਹ ਇੱਕ ਸਿਧਾਂਤਕ ਗੱਲ ਹੈ। ਵਾਹਿਗੁਰੂ ਕੌਣ ਹੈ? ਵਾਹਿਗੁਰੂ ਕਿਵੇਂ ਦਾ ਹੈ? ਵਾਹਿਗੁਰੂ ਕਿੱਥੇ ਰਹਿੰਦਾ ਹੈ? ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਮਿਲਣ ਤੇ ਕਿਵੇਂ ਦਾ ਆਨੰਦ ਮਹਿਸੂਸ ਹੁੰਦਾ ਹੈ? ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹੈ। ਇਸ ਵਾਸਤੇ ਵਾਹਿਗੁਰੂ ਸ਼ਬਦ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਨੁਭਵ ਪ੍ਰਕਾਸ਼ ਪੈਦਾ ਕਰਨ ਵਾਸਤੇ ਸਾਨੂੰ ਸਮੁੱਚੀ ਬਾਣੀ ਦਿੱਤੀ। ਜਿੱਦਣ ਅਸੀਂ ਉਸ ਅਨੁਭਵ ਨੂੰ ਬਾਣੀ ਦੇ ਰਾਹੀਂ ਆਪਣੇ ਅਨੁਭਵ ਦੇ ਵਿੱਚ ਲੈ ਆਵਾਂਗੇ, ਤੁਸੀਂ ਆਪ ਮੁਹਾਰੇ ਆਪਣੇ ਅੰਦਰੋਂ ਉਸ ਸ਼ਬਦ ਨੂੰ ਪ੍ਰਗਟ ਕਰੋਗੇ, ਜਿਹੜੇ ਸ਼ਬਦ ਬਾਰੇ ਕੁਝ ਲੋਕ ਕਹਿੰਦੇ ਨੇ ਅੰਦਰ ਪਾਣਾ ਪੈਂਦਾ। ਕੋਈ ਵੀ ਬੰਦਾ ਦੁਨੀਆ ਦੇ ਅੰਦਰ ਜਦੋਂ ਬਿਸਮਾਦਤ ਹੁੰਦਾ ਹੈ ਤੇ ਉਹ ਬਿਸਮਾਦ ਭਰੇ ਹੋਏ ਸ਼ਬਦ ਵਰਤਦਾ ਹੈ। ਇੱਕ ਸਿੱਖ ਕੌਮ ਦੇ ਮਹਾਨ ਵਿਦਵਾਨ ਨੇ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ, ਸੰਸਾਰ ਤੋਂ ਜਾ ਚੁੱਕੇ ਨੇ, ਜਿਹੜੇ ਤੁਹਾਡੇ ਵਿੱਚੋਂ ਵਿਦਵਾਨ ਬਣਨ ਵਾਸਤੇ ਕਿਤਾਬਾਂ ਪੜ੍ਹਦੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਬੁੱਕ ਹੈ ਸਿੱਖ ਦਰਸ਼ਨ। ਸਿੱਖ ਦਰਸ਼ਨ ਇੰਗਲਿਸ਼ ਦੇ ਵਿੱਚ ਪੁਸਤਕ ਸੀ, ਸਿੱਖ ਫਿਲਾਸਫੀ। ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ। ਲੈ ਕੇ ਪੜ੍ਹਿਓ। ਪਰ ਆਮ ਬੰਦੇ ਦੇ ਕੋਲੋਂ ਕਈ ਵਾਰ ਐਵੇਂ ਦੀਆਂ ਫਲਸਫਾਨਾ ਪੁਸਤਕਾਂ ਪੜ੍ਹੀਆਂ ਨਹੀਂ ਜਾਂਦੀਆਂ, ਰੁੱਖਾ ਗਿਆਨ ਲੱਗਦਾ ਹੈ। ਪਰ ਕਿਉਂਕਿ ਸਾਡਾ ਰੋਟੀ ਪਾਣੀ ਦਾ ਸਾਧਨ ਵੀ ਗੁਰੂ ਦੀ ਬਾਣੀ ਦੇ ਸ਼ਬਦ ਦਾ ਪ੍ਰਚਾਰ ਕਰਨਾ ਹੈ ਤੇ ਸਾਨੂੰ ਇਸ ਵਾਸਤੇ ਪੜ੍ਹਨਾ ਪੈਂਦਾ ਹੈ। ਨਾਲੇ ਵੇਖੋ, ਜਦੋਂ ਤੁਸੀਂ ਆ ਸ਼ਬਦ ਭੇਟਾ ਦਿੰਦੇ ਹੋ, ਤੁਸੀਂ ਜਦੋਂ ਕੀਮਤ ਪੂਰੀ ਤਾਰਦੇ ਹੋ ਤੇ ਸਾਡਾ ਵੀ ਫਰਜ਼ ਬਣਦਾ ਹੈ ਨਾ ਵੀ ਤੁਹਾਨੂੰ ਵਸਤੂ ਵੀ ਪੂਰੀ ਦਈਏ। ਦੁਕਾਨ ਤੇ ਕੋਈ ਬੰਦਾ ਸੌਦਾ ਖਰੀਦਣ ਜਾਵੇ, ਉਹ ਪੈਸੇ ਪੂਰੇ ਦਵੇ ਤੇ ਚੀਜ਼ ਅੱਗੋਂ ਨਕਲੀ ਮਿਲੇ, ਕਿੰਨਾ ਦੁੱਖ ਹੁੰਦਾ ਹੈ। ਖਿਆਲ ਕਰਿਓ, ਇਸੇ ਪ੍ਰਕਾਰ ਸਾਡਾ ਫਰਜ਼ ਬਣਦਾ ਹੈ ਕਿ ਜੇ ਤੁਸੀਂ ਕੀਮਤ ਪੂਰੀ ਪਾਉਂਦੇ ਹੋ ਤੇ ਅਸੀਂ ਵੀ ਸੌਦਾ ਖਰਾ ਦਈਏ। ਸਾਨੂੰ ਪੜ੍ਹਨਾ ਪੈਂਦਾ। ਪਰ ਇਹਦਾ ਅਰਥ ਇਹ ਨਹੀਂ ਕਿ ਇਹ ਸਿਧਾਂਤਕ ਬੁੱਕਸ, ਇਹ ਇਤਿਹਾਸਕ ਕਿਤਾਬਾਂ ਕੇਵਲ ਆਪਾਂ ਪੜ੍ਹਨੀਆਂ ਨੇ। ਆਪਾਂ ਸਾਰੇ ਸਿੱਖ ਹਾਂ, ਤੁਸੀਂ ਸਾਰਿਆਂ ਨੇ ਪੜ੍ਹਨੀਆਂ ਨੇ। ਕਵੀਸ਼ਰ ਸਾਹਿਬ ਨੇ ਇੱਕ ਬੜੀ ਕਮਾਲ ਦੀ ਗੱਲ ਸਿੱਖ ਫਲਸਫੇ ਵਿੱਚ ਲਿਖੀ ਹੈ। ਉਹ ਕਹਿੰਦੇ ਨੇ ਕਿ ਵਾਹਿਗੁਰੂ ਗੁਰਮੰਤਰ ਨੂੰ ਜੇ ਦੂਜੇ ਸ਼ਬਦਾਂ ਦੇ ਵਿੱਚ ਵੀ ਪ੍ਰਗਟ ਕਰਨਾ ਹੋਵੇ, ਜਦੋਂ ਕੋਈ ਮੁਸਲਮਾਨ ਅੱਲਾ ਅੱਲਾ ਕਹਿ ਕੇ ਬਿਸਮਾਤ ਦੀ ਅਵਸਥਾ ਵਿੱਚ ਪਹੁੰਚ ਜਾਏ ਤੇ ਉਹਦੇ ਮੂੰਹੋਂ ਆਪ ਮੁਹਾਰੇ ਨਿਕਲੇ ਸੁਬਹਾਨ ਅੱਲਾ। ਜਦੋਂ ਕਿਸੇ ਅੰਗਰੇਜ਼ ਦੇ ਮੂੰਹੋਂ ਨਿਕਲੇ ਵੰਡਰਫੁਲ, ਕਹਿਣ ਲੱਗੇ ਸਮਝ ਲਓ ਕਿ ਇਹ ਕੋਈ ਇਹਨੇ ਆਨੰਦ ਪ੍ਰਾਪਤ ਕੀਤਾ। ਭਾਵੇਂ ਪਰਮ ਆਨੰਦ ਤੱਕ ਨਾ ਪਹੁੰਚਿਆ ਹੋਵੇ, ਕੋਈ ਨਾ ਕੋਈ ਰਸਤੇ ਉਹਨੂੰ ਆਏ ਹੀ ਨਾ। ਜਦੋਂ ਬਾਬਾ ਫਰੀਦ ਜੀ ਇਹ ਬਚਨ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਤੇ ਉਹ ਕਿਸੇ ਬਿਸਮਾਦ ਤੱਕ ਪਹੁੰਚੇ ਹੋਏ ਕੁਝ ਸ਼ਬਦ ਬਿਆਨ ਕਰ ਰਹੇ ਨੇ। ਖਿਆਲ ਕਰਿਓ, ਜਦੋਂ ਸਿੱਖ ਨੂੰ ਆਨੰਦ ਆਉਂਦਾ ਹੈ, ਜਦੋਂ ਸਿੱਖ ਉਸ ਅਨੁਭਵ ਨੂੰ ਪ੍ਰਾਪਤ ਕਰਦਾ ਹੈ ਤੇ ਆਪ ਮੁਹਾਰੇ ਉਹਦੇ ਮੂੰਹੋਂ ਨਿਕਲਦਾ ਹੈ ਵਾਹਿਗੁਰੂ। ਖਿਆਲ ਕਰਿਓ, ਦੋ ਪ੍ਰਕਾਰ ਦੇ ਸ਼ਬਦ ਸਾਡੀਆਂ ਰਵਾਇਤਾਂ ਵਿੱਚ ਆਏ ਨੇ। ਅੱਜ ਵੀ ਸਾਡੀਆਂ ਕੁਝ ਸੰਸਥਾਵਾਂ ਜਦੋਂ ਸਿਮਰਨ ਕਰਦੀਆਂ ਨੇ ਤੇ ਉਹ ਕਈ ਵਾਰ ਵਾਹਿਗੁਰੂ ਵਾਹਿਗੁਰੂ ਕਰਦੀਆਂ ਨੇ। ਇਹ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਵਿੱਚ ਵਿਚਾਰ ਰਹੀ ਹੈ ਕਿ ਸ਼ਬਦ ਵਾਹਿਗੁਰੂ ਹੈ ਜਾਂ ਵਾਹਿਗੁਰੂ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਦੇ ਵਿੱਚ ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੱਸੇ ਆਪੇ ਚਿਤਵੇ, ਆਪੇ ਚੰਦ ਸੂਰਜ ਪ੍ਰਕਾਸ਼ਾ। ਬਾਣੀ ਵਿੱਚ ਕਈ ਥਾਵਾਂ ਤੇ ਵਾਹ ਵਾਹ ਸ਼ਬਦ ਆਇਆ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਤੋ ਵਾਹ ਵਾਹ ਸ਼ਬਦ, ਵਾਹ ਸ਼ਬਦ ਵਾਹਿਗੁਰੂ ਦਾ ਉਸ ਅਚਰਜ ਅਵਸਥਾ ਦਾ ਇੱਕ ਪ੍ਰਕਾਰ ਦਾ ਕਹਿ ਲਓ ਕਿ ਪ੍ਰਿਆਵਾਚੀ ਭਾਵਕ ਸ਼ਬਦ ਹੈ।
ਪ੍ਰਿਆਵਾਚੀ ਉਹਦਾ ਬਰਾਬਰ ਦਾ ਸ਼ਬਦ ਹੈ। ਬਾਣੀ ਵਿੱਚ ਜਿੱਥੇ ਵੀ ਵਾਹ ਸ਼ਬਦ ਆਇਆ, ਕਈ ਜਣੇ ਕਹਿੰਦੇ ਨੇ ਬਾਣੀ ਦੇ ਵਿੱਚ ਵਾਹਿਗੁਰੂ ਸ਼ਬਦ ਨਹੀਂ ਆਇਆ। ਤੁਸੀਂ ਭੱਟ ਸਾਹਿਬਾਨਾਂ ਜੀ ਦੀ ਬਾਣੀ ਪੜ੍ਹੋ, ਠੀਕ ਹੈ ਕਿ ਭੱਟ ਸਾਹਿਬਾਨਾਂ ਦੀ ਬਾਣੀ ਤੋਂ ਇਲਾਵਾ ਗੁਰੂਆਂ ਦੀ ਬਾਣੀ ਦੇ ਵਿੱਚ ਪੂਰਨ ਵਾਹਿਗੁਰੂ ਸ਼ਬਦ ਨਹੀਂ ਆਇਆ, ਪਰ ਵਾਹਿਗੁਰੂ ਸ਼ਬਦ ਦਾ ਜਿਹੜਾ ਭਾਵ ਹੈ, ਵਾਹ ਵਾਹ ਸ਼ਬਦ ਸਾਰੇ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਵਰਤਿਆ ਹੈ। ਵਾਹ 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 ਸਾਚੇ ਤੂੰ ਸਾਚੀ ਨਾਈ ਇਤ ਆਦਿਕ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਤ ਆਦਿਕ, ਕਿੰਨੇ ਸ਼ਬਦ ਬਾਣੀ ਵਿੱਚ ਆਏ ਨੇ। ਵਾਹ ਸ਼ਬਦ ਜਿਹੜਾ ਹੈ ਨਾ, ਇਹ ਵਾਹਿਗੁਰੂ ਦਾ ਹੀ ਪ੍ਰਿਆਵਾਚੀ ਸ਼ਬਦ ਹੈ। ਖਿਆਲ ਕਰਿਓ, ਭੱਟ ਸਾਹਿਬਾਨਾਂ ਨੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਸਤਤ ਕੀਤੀ, ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਰੱਬ ਦੇ ਤੁੱਲ ਪ੍ਰਗਟ ਕਰਕੇ ਉਸਤਤ ਕੀਤੀ ਹੈ। ਭਾਵੇਂ ਉਸਤਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਕੀਤੀ ਜਾ ਰਹੀ ਹੈ, ਪਰ ਉਹਦੇ ਵਿੱਚ ਉਸਤਤ ਅਸਲ ਵਿੱਚ ਰੱਬ ਜੀ ਦੀ ਹੈ ਕਿ ਵਾਹਿਗੁਰੂ ਤੇਰਾ ਸਭ ਸਦਕਾ, ਜਾਂ ਵਾਹਿਗੁਰੂ ਕਾ ਵੱਡਾ ਤਮਾਸ਼ਾ, ਜਾਂ ਹੇ ਵਾਹਿਗੁਰੂ ਸਾਰੀ ਕੁਦਰਤ ਤੇਰੀ ਹੈ। ਕਿੰਨੇ ਸ਼ਬਦ ਨੇ, ਤੁਸੀਂ ਭੱਟ ਸਾਹਿਬਾਨਾਂ ਦੀ ਬਾਣੀ ਪੜ੍ਹੋਗੇ ਤੇ ਤੁਹਾਨੂੰ ਉਹ ਸਾਰੇ ਸ਼ਬਦ ਜਿਹੜੇ ਨੇ ਉਹ ਅਸਲੀਅਤ ਨੂੰ ਤੁਹਾਡੇ ਸਨਮੁਖ ਪ੍ਰਗਟ ਕਰਨਗੇ ਕਿ ਕਿਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਜੋ ਪਿਆਰ ਭਰੀ ਰੂਹਾਨੀ ਅਵਸਥਾ ਹੈ ਉਹਨੂੰ ਮਾਣਦੇ ਪਏ ਨੇ। ਤੋ ਖਿਆਲ ਕਰਿਓ, ਜਿੰਨੀ ਵਾਰ ਵੀ ਵਾਹ ਸ਼ਬਦ ਬਾਣੀ ਵਿੱਚ ਆਉਂਦਾ ਹੈ, ਉਸ ਅਸਚਰਜ ਨੂੰ ਬਿਆਨ ਕਰਨ ਵਾਸਤੇ, ਉਸ ਬਿਸਮਾਦ ਨੂੰ ਬਿਆਨ ਕਰਨ ਵਾਸਤੇ ਵਾਹ ਸ਼ਬਦ ਆਇਆ ਹੈ। ਹੁਣ ਗੁਰੂ ਸ਼ਬਦ ਦਾ ਕੀ ਅਰਥ ਹੈ? ਗੁਰੂ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਹੀ ਨਹੀਂ, ਬਾਣੀ ਵਿੱਚ ਸਾਡੀਆਂ ਰਵਾਇਤਾਂ ਦੇ ਵਿੱਚ ਗੁਰੂ ਸ਼ਬਦ ਪਰਮੇਸ਼ਰ ਵਾਸਤੇ ਵੀ ਆਇਆ ਹੈ। ਤੁਸੀਂ ਚੌਪਈ ਸਾਹਿਬ ਪੜ੍ਹਦੇ ਹੋ, ਮਹਾਰਾਜ ਕਹਿੰਦੇ ਨੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਰਹਿੰਦਾ ਹੈ ਉਹਨੂੰ ਸਾਡਾ ਗੁਰੂ ਸਮਝਿਓ। ਗੁਰੂ ਪਾਤਸ਼ਾਹ ਜੀ ਨੇ ਗੁਰੂ ਪਰਮੇਸ਼ਰ ਨੂੰ ਹੀ ਕਿਹਾ ਹੈ। ਇਸੇ ਲਈ ਜਿਸ ਮਨੁੱਖ ਨੇ ਜਾਂ ਜਿਸ ਮਹਾਨ ਪਰਸਨੈਲਿਟੀ ਨੇ, ਜਿਸ ਮਹਾਨ ਸ਼ਖਸੀਅਤ ਨੇ ਪਰਮਾਤਮਾ ਨੂੰ ਅਨੁਭਵ ਕਰ ਲਿਆ, ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਹੀ ਨਹੀਂ ਰਹਿੰਦਾ। ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਗੁਰ ਪਰਮੇਸ਼ਰ ਏਕੋ ਜਾਣ, ਕਿਉਂਕਿ ਗੁਰੂ ਦੇ ਅਨੁਭਵ ਵਿੱਚ ਹੈ ਪਰਮੇਸ਼ਰ, ਇਸ ਲਈ ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਹੀ ਹਨ। ਗੁਰੂ ਨੇ ਪਰਮੇਸ਼ਰ ਨੂੰ ਅਨੁਭਵ ਕੀਤਾ ਹੈ, ਇਸ ਲਈ ਗੁਰੂ ਨੂੰ ਰੱਬ ਦੀ ਜਗ੍ਹਾ ਤੇ ਰੱਖ ਕੇ ਭੱਟ ਸਾਹਿਬਾਨਾਂ ਨੇ ਬੇਅੰਤ ਵਾਰੇ ਪਰਮਾਤਮਾ ਦੀ ਉਸਤਤ ਕੀਤੀ ਹੈ। ਸੱਚ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। ਬੇਅੰਤ ਵਾਰੀ ਭੱਟ ਸਾਹਿਬਾਨਾਂ ਨੇ ਐਵੇਂ ਦੇ ਸ਼ਬਦ ਕਹਿ ਕੇ ਗੁਰੂ ਨੂੰ ਕਿਹਾ, ਤੂੰ ਹੀ ਸੱਚਾ ਹੈ, ਤੂੰ ਹੀ ਹਰ ਜਗ੍ਹਾ ਤੇ ਨਿਵਾਸ ਕਰਦਾ ਹੈ, ਤੇਰੇ ਤੋਂ ਬਿਨਾ ਇਸ ਜਗਤ ਦੇ ਵਿੱਚ ਕੋਈ ਵੀ ਨਹੀਂ, ਤੇ ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਰਮੇਸ਼ਰ, ਤੂੰ ਹੀ ਤੂੰ ਹੈ। ਤੋ ਵਾਹਿਗੁਰੂ ਦਾ ਕੀ ਅਰਥ ਹੋਇਆ? ਵਾਹ ਬਿਸਮਾਦ ਅਸਚਰਜ। ਤੇ ਗੁਰੂ ਦਾ ਕੀ ਅਰਥ ਹੋਇਆ? ਉਹ ਪਰਮ ਸ਼ਕਤੀ ਜਿਹੜੀ ਹਨੇਰੇ ਵਿੱਚੋਂ ਸਾਨੂੰ ਪ੍ਰਕਾਸ਼ ਵਾਲੇ ਪਾਸੇ ਲੈ ਕੇ ਜਾਂਦੀ ਹੈ। ਉਹ ਪਰਮ ਸ਼ਕਤੀ ਜਿਹੜੀ ਪਰਮ ਸ਼ਕਤੀ ਬਿਸਮਾਦ ਕਰਦੀ ਹੈ, ਆਨੰਦਿਤ ਕਰਦੀ ਹੈ, ਉਸ ਪਰਮ ਸ਼ਕਤੀ ਨੂੰ ਵਾਹਿਗੁਰੂ ਕਹਿ ਕੇ ਬਾਣੀ ਦੇ ਵਿੱਚ ਵੀ ਦਰਸਾਇਆ ਗਿਆ ਹੈ ਤੇ ਸਾਡੀਆਂ ਰਵਾਇਤਾਂ ਦੇ ਵਿੱਚ ਉਸੇ ਹੀ ਪਰਮ ਸ਼ਕਤੀ ਨੂੰ ਵਾਹਿਗੁਰੂ ਕਹਿ ਕੇ ਸਨਮਾਨਿਆ ਗਿਆ ਹੈ। ਉਸ ਪਰਮ ਸ਼ਕਤੀ ਨੂੰ ਅਨੁਭਵ ਕਰਨ ਵਾਸਤੇ ਸਾਡੇ ਬਜ਼ੁਰਗ ਜਿਹੜੇ ਸਨ ਉਹ ਵਾਹਿਗੁਰੂ ਵਾਹਿਗੁਰੂ ਕਿਹਾ ਕਰਦੇ ਸਨ, ਤੇ ਅੱਜ ਵੀ ਉਸੇ ਹੀ ਪਰਮ ਸ਼ਕਤੀ ਨੂੰ ਵਾਹਿਗੁਰੂ ਵਾਹਿਗੁਰੂ ਕਿਹਾ ਜਾਂਦਾ ਹੈ। ਮੈਂ ਫਿਰ ਬੇਨਤੀ ਕਰਾਂ, ਬਾਣੀ ਦੇ ਵਿੱਚ ਵਾਹ ਸ਼ਬਦ ਜਦ ਵੀ ਆਏਗਾ, ਇੱਕ ਵਚਨ ਪੁਲਿੰਗ ਵਾਸਤੇ ਜਦ ਵੀ ਆਉਂਦਾ ਹੈ, ਹਾਹੇ ਨੂੰ ਔਂਕੜ ਲੱਗੀ ਹੋਈ ਹੈ, ਤੇ ਜਦੋਂ ਬਾਰ-ਬਾਰ ਦੀ ਕਿਰਿਆ ਵਾਸਤੇ ਆਉਂਦਾ ਹੈ ਤੇ ਫਿਰ ਹਾਹੇ ਨੂੰ ਮੁਕਤਾ ਕੀਤਾ ਹੈ। ਜਿਵੇਂ ਵਾਹ ਵਾਹ ਜਿੱਥੇ ਵੀ ਆਏਗਾ ਹਾਹਾ ਮੁਕਤਾ ਹੈ। ਜਿੱਥੇ ਔਂਕੜ ਆਵੇ, ਕਈ ਵਾਰ ਉਹਨੂੰ ਕੁਝ ਜਾਣੇ ਵਾਹੋ ਸ਼ਬਦ ਕਹਿ ਕੇ ਤੇ ਉਚਾਰਨ ਕਰਦੇ ਨੇ, ਪਰ ਜਿਹੜੀ ਉਚਾਰਨ ਸੇਧ ਹੈ ਉਹਦੇ ਵਿੱਚ ਉੱਥੇ ਔਂਕੜ ਉਚਾਰਨ ਦੀ ਲੋੜ ਨਹੀਂ ਹੈ, ਉਹ ਕੇਵਲ ਵਿਆਕਰਨ ਦੀ ਇੱਕ ਸੇਧ ਹੈ। ਇਸ ਵਾਸਤੇ ਬਾਣੀ ਦੇ ਵਿੱਚ ਹਾਹੇ ਨੂੰ ਸਿਹਾਰੀ ਵਾਲਾ ਸ਼ਬਦ ਜਿਹੜਾ ਹੈ ਉਹ ਕਿਤੇ ਪ੍ਰਗਟ ਹੋਇਆ ਨਜ਼ਰ ਨਹੀਂ ਆਉਂਦਾ। ਇਸ ਲਈ ਕੁਝ ਵਿਦਵਾਨਾਂ ਨੇ ਕਿਹਾ ਕਿ ਸਾਡੀਆਂ ਰਵਾਇਤਾਂ ਦੇ ਵਿੱਚ ਇਹ ਸ਼ਬਦ ਵਾਹਿਗੁਰੂ ਜਿਹੜਾ ਹੈ ਬੇਅੰਤ ਵਾਰੀ ਆਉਂਦਾ ਹੈ, ਪਰ
ਅਸੀਂ ਭੱਟ ਸਾਹਿਬਾਨਾਂ ਦੀ ਬਾਣੀ ਵਿੱਚ ਹਾਹੇ ਨੂੰ ਸਿਹਾਰੀ ਦੇ ਨਾਲ ਵੀ ਪੜ੍ਹਦੇ ਹਾਂ। ਇਸ ਵਾਸਤੇ ਸਾਨੂੰ ਇਸ ਪ੍ਰਕਾਰ ਦੀ ਬਹਿਸ ਵਿੱਚ ਪੈਣ ਦੀ ਲੋੜ ਨਹੀਂ। ਉਚਾਰਨ ਵਾਹਿਗੁਰੂ ਕਰਨਾ ਜਾਂ ਵਾਹਿਗੁਰੂ, ਸਿੱਖ ਪੰਥ ਨੇ ਵਾਹਿਗੁਰੂ ਸ਼ਬਦ ਪ੍ਰਵਾਨ ਕੀਤਾ ਹੋਇਆ। ਇਸ ਵਾਸਤੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹਨੂੰ ਜਪਣ ਦੇ ਨਾਲ ਹਉਮੈ ਤੋਂ ਨਿਜਾਤ ਪ੍ਰਾਪਤ ਹੁੰਦੀ ਹੈ। ਪਰ ਕਿਵੇਂ ਨਿਜਾਤ ਪ੍ਰਾਪਤ ਹੁੰਦੀ? ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਅਨੁਭਵ ਦੇ ਵਿੱਚ ਲਿਆਵਾਂਗੇ ਤੇ ਉਸ ਅਨੁਭਵ ਨੂੰ ਆਪਾਂ ਬਿਸਮਾਦ ਦੇ ਰਾਹੀਂ ਪ੍ਰਗਟ ਕਰਾਂਗੇ। ਜਿਹੜਾ ਬੰਦਾ ਵਾਹਿਗੁਰੂ ਨੂੰ ਅਨੁਭਵ ਦੇ ਵਿੱਚ ਲੈ ਆਉਂਦਾ ਹੈ, ਉਹ ਬੰਦਾ ਕਦੇ ਮੈਂ ਮੇਰੀ ਨਹੀਂ ਕਹਿ ਸਕਦਾ। ਤੇ ਜਦੋਂ ਤੱਕ ਮੈਂ ਮੇਰੀ ਅੰਦਰ ਹੈ, ਉਦੋਂ ਤੱਕ ਅਧਿਆਤਮਿਕ ਤੌਰ ਤੇ ਸੁਰਤ ਉੱਚੀ ਉੱਠੀ ਹੋਈ ਸਮਝੀ ਨਹੀਂ ਜਾ ਸਕਦੀ। ਸਤਿਗੁਰੂ ਕਹਿੰਦੇ ਨੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਦੋਂ ਆ ਮੇਰੀ ਮੇਰੀ ਅੰਦਰੋਂ ਮਿਟਦੀ ਹੈ ਨਾ, ਗੱਲ ਉਦੋਂ ਬਣਦੀ ਹੈ ਜਦੋਂ ਤੱਕ ਬੰਦਾ ਮੇਰੀ ਮੇਰੀ ਕਰਦਾ ਹੈ। ਉਦੋਂ ਸਮਝੋ ਕਿ ਅਜੇ ਬੰਦਾ ਅਧਿਆਤਮਿਕ ਤੌਰ ਤੇ ਉੱਪਰ ਉੱਠਿਆ ਹੀ ਨਹੀਂ। ਹੁਣ ਮੇਰੀ ਮੇਰੀ ਨੂੰ ਆਪਣੇ ਅੰਦਰੋਂ ਕੱਢਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਸਾਨੂੰ ਮੈਂ ਮੇਰੀ ਦੀ ਜਗ੍ਹਾ ਤੇ ਤੂੰ ਤੇਰੀ ਆਪਣੇ ਅੰਦਰ ਲਿਆਉਣੀ ਪਏਗੀ। ਵਾਹਿਗੁਰੂ ਸ਼ਬਦ ਕੀ ਹੈ? ਵਾਹਿਗੁਰੂ ਸ਼ਬਦ ਇਵੇਂ ਦਾ ਹੈ ਜਿਵੇਂ ਸਾਨੂੰ ਬਾਣੀ ਵਿੱਚੋਂ ਸ਼ਬਦ ਮਿਲਦੇ ਨੇ ਕਿ हे परमेश्वर तू है, तू तू करता तू भया, मुझ में रहा न हूं, जब आपा पर का मिट गया, जत देखा तत तू तू कहना। हे परमेश्वर हर जगह तू है, ਉਹਨੂੰ ਅਨੁਭਵ ਕਰਨਾ। ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ, ਕਿਵੇਂ ਅਨੁਭਵ ਕਰਨਾ ਹੈ? ਜਿਵੇਂ ਸਾਡੇ ਭਗਤ ਸਾਹਿਬਾਨਾਂ ਨੇ ਅਨੁਭਵ ਕੀਤਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਹ ਅਨੁਭਵ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਹ ਕੀ ਹੈ? ਇਹ ਅਨੁਭਵ ਹੈ। ਅੱਜ ਜਦੋਂ ਵਿਆਹ ਸਮਾਗਮ ਹੁੰਦਾ ਹੈ, ਜੇ ਮੈਂ ਸ਼ੁਰੂ ਵਿੱਚ ਗੱਲ ਕਹੀ ਕਿ ਹਉਮੈ ਕਰਕੇ ਅੱਜ ਪਰਿਵਾਰਾਂ ਦੇ ਵਿੱਚ ਤੋੜ ਵਿਛੋੜੇ ਹੋ ਰਹੇ ਨੇ। ਅੱਜ ਕਈ ਵਾਰੀ ਸਾਨੂੰ ਜਦੋਂ ਸਿੱਖਿਆ ਦੇਣ ਵਾਸਤੇ ਕਿਹਾ ਜਾਂਦਾ ਹੈ ਤੇ ਅਸੀਂ ਕਈ ਵਾਰ ਸਿੱਖਿਆ ਦਿੰਦੇ ਹਾਂ ਜੇ ਮਹਾਰਾਜ ਨੇ ਕਿਹਾ ਹੈ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਏਕ ਜੋਤ ਦੋਏ ਮੂਰਤੀ ਕੀ ਹੈ? ਏਕ ਜੋਤ ਦੋਏ ਮੂਰਤੀ ਹੋਣ ਦਾ ਅਰਥ ਹੈ ਕਿ ਪਤੀ ਉਸ ਰੱਬੀ ਜੋਤ ਨੂੰ ਪਤਨੀ ਦੇ ਵਿੱਚ ਅਨੁਭਵ ਕਰੇ ਤੇ ਪਤਨੀ ਪਤੀ ਦੇ ਵਿੱਚ ਅਨੁਭਵ ਕਰੇ ਕਿ ਉਹ ਪਰਮੇਸ਼ਰ ਇਹਦੇ ਅੰਦਰ ਬੈਠਾ ਹੈ। ਜਦੋਂ ਤੱਕ ਅਸੀਂ ਇੱਕ ਦੂਸਰੇ ਦੇ ਵਿੱਚ ਰੱਬ ਨੂੰ ਅਨੁਭਵ ਨਹੀਂ ਕਰਦੇ, ਖਿਆਲ ਕਰਿਓ, ਇੱਕ ਦੂਸਰੇ ਦੇ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਨਹੀਂ ਹੋ ਸਕਦੇ। ਬਲਕਿ ਉਦੋਂ ਤੱਕ ਆਪਣੇ ਆਪ ਨੂੰ ਵੱਡਿਆਂ ਕਰਨ ਵਾਸਤੇ ਅਸੀਂ ਕੋਈ ਨਾ ਕੋਈ ਅਖੌਤੀ ਯਤਨ ਕਰਾਂਗੇ, ਜਿਸ ਯਤਨ ਦੇ ਰਾਹੀਂ ਜਦੋਂ ਅਸੀਂ ਦੂਜੇ ਨੂੰ ਛੋਟਿਆਂ ਕਰਾਂਗੇ ਤੇ ਉਹਨੂੰ ਛੋਟਿਆਂ ਕਰਨ ਵਾਸਤੇ ਸਾਡੇ ਮੂੰਹ ਵਿੱਚੋਂ ਜਾਂ ਤਾਂ ਅਖੌਤੀ ਕੋਈ ਖਤਰਨਾਕ ਬਚਨ ਨਿਕਲੇਗਾ ਜਾਂ ਦੂਜੇ ਨੂੰ ਉਹਦੇ ਖਿਲਾਫ ਭੜਕਾਵਾਂਗੇ, ਕੋਈ ਨਿੰਦਾ ਚੁਗਲੀ ਕਰਾਂਗੇ। ਇਹ ਸਾਰੀਆਂ ਚੀਜ਼ਾਂ ਦੂਜੇ ਨੂੰ ਛੋਟਿਆਂ ਕਰਨ ਵਾਸਤੇ ਹੁੰਦੀਆਂ ਨੇ। ਪਰ ਮੈਂ ਬੇਨਤੀ ਕਰਾਂ, ਜੇ ਦੂਸਰਾ ਵੱਡਾ ਹੋਵੇ, ਆਪਣੇ ਆਪ ਨੂੰ ਉਹਦੇ ਬਰਾਬਰ ਕਰਨ ਵਾਸਤੇ ਆਪਣੇ ਆਤਮਿਕ ਕੱਦ ਨੂੰ ਉਹਦੇ ਬਰਾਬਰ ਕਰ ਲਓ, ਫੇਰ ਤਾਂ ਬਰਾਬਰ ਹੋਇਆ ਜਾ ਸਕਦਾ ਹੈ। ਪਰ ਵੱਡੇ ਨੂੰ ਤੁਸੀਂ ਛੋਟਿਆਂ ਕਰਨ ਦਾ ਯਤਨ ਕਰੋਗੇ ਤੇ ਵੱਡਾ ਕਦੇ ਛੋਟਾ ਹੋਇਆ? ਵੱਡੇ ਨੂੰ ਛੋਟਿਆਂ ਕਰਨ ਵਾਸਤੇ ਅਸੀਂ ਜਿਹੜੇ ਯਤਨ ਕਰਦੇ ਹਾਂ ਉਹ ਸਾਡੀ ਹਉਮੈ ਵਿੱਚੋਂ ਪ੍ਰਗਟ ਹੁੰਦੇ ਨੇ। ਕਿਉਂ ਅਸੀਂ ਐਵੇਂ ਦੇ ਯਤਨ ਕਰਦੇ ਹਾਂ? ਕਿਉਂਕਿ ਬਾਣੀ ਨੂੰ ਅਸੀਂ ਆਪਣੇ ਅਨੁਭਵ ਦਾ ਹਿੱਸਾ ਬਣਾਉਣ ਦਾ ਯਤਨ ਨਹੀਂ ਕੀਤਾ। ਮੈਂ ਇੱਕ ਬਾਬਾ ਕਬੀਰ ਜੀ ਦੀ ਕਈ ਵਾਰ ਉਦਾਹਰਨ ਦਿਆ ਕਰਦਾ ਹਾਂ। ਜਿਵੇਂ ਇੱਕ ਉਦਾਹਰਨ ਮੈਂ ਅੱਗੇ ਦੇ ਚੁੱਕਿਆ ਹਾਂ ਕਿ ਤੂੰ ਤਰਵਰ ਹੋ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਕਹਿੰਦੇ ਨੇ ਬਾਬਾ ਕਬੀਰ ਜੀ ਪਾਣੀ ਪੀਣ ਲੱਗੇ। ਬੀਜਕ ਨਾਮ ਦੇ ਗ੍ਰੰਥ ਦੇ ਵਿੱਚ ਇਹ ਘਟਨਾ ਆਈ। ਬਾਬਾ ਕਬੀਰ ਜੀ ਪਾਣੀ ਪੀਣ ਲੱਗੇ ਤੇ ਕਹਿੰਦੇ ਨੇ ਪਾਣੀ ਦੇ ਵਿੱਚੋਂ ਇੱਕ ਮੱਛੀ ਨੇ ਉੱਪਰ ਮੂੰਹ ਕੱਢਿਆ। ਮੱਛੀ ਮੂੰਹ ਕੱਢ ਕੇ ਕਹਿਣ ਲੱਗੀ, ਖਿਆਲ ਕਰਿਓ, ਜਿਵੇਂ ਦੁਨਿਆਵੀ ਕਵਿਤਾਵਾਂ ਦੇ ਵਿੱਚ ਕਲਪਨਾ ਹੁੰਦੀ ਹੈ, ਅਧਿਆਤਮਿਕ ਬਾਣੀ ਦੇ ਅੰਦਰ ਵੀ ਕਈ ਥਾਵਾਂ ਤੇ ਕਲਪਨਾਵਾਂ ਦੇ ਰਾਹੀਂ ਸੱਚ ਸਮਝਾਇਆ ਗਿਆ ਹੈ। ਮੱਛੀ ਬੋਲੀ। ਤੁਸੀਂ ਕਹੋਗੇ ਜੀ ਮੱਛੀ ਤੇ ਕਦੇ ਬੋਲਦੀ ਨਹੀਂ ਸੁਣੀ। ਮੇਰੇ ਸਤਿਗੁਰੂ ਜੀ ਨੇ ਕਈ ਵਾਰ ਗੱਲਾਂ ਕਰਵਾਈਆਂ ਨੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਕੋਇਲ ਕਹਿੰਦੀ ਹੈ ਆਪਣੇ ਪ੍ਰੀਤਮ ਕੇ ਹੋਂ ਬਿਰਹੋਂ ਜਾਲੀ। ਧਰਤੀ ਅਸਮਾਨ ਨੂੰ ਕਦੇ ਗੱਲਾਂ ਕਰਦਿਆਂ ਸੁਣਿਆ? ਮੇਰੇ ਸਤਿਗੁਰੂ ਜੀ ਨੇ ਗੱਲਾਂ ਕਰਵਾਈਆਂ ਨੇ। ਜ਼ਮੀਨ ਪੁੱਛੇ ਆਸਮਾਂ ਫਰੀਦਾ, ਖੇਵਟ ਕਿਨ ਗਏ
ਤੇ ਅੱਗੋਂ ਧਰਤੀ ਜਵਾਬ ਦਿੰਦੀ ਹੈ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਸਤਿਗੁਰੂ ਜੀ ਨੇ ਤੇ ਤਲਾਬ ਦੇ ਨਾਲ ਵੀ ਗੱਲਾਂ ਕੀਤੀਆਂ ਨੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓਏ ਕਾਲੀ ਹੋਈਏ ਦਿਓਹਰੀ। ਇਸੇ ਪ੍ਰਕਾਰ ਬੀਜਕ ਗ੍ਰੰਥ ਦੇ ਵਿੱਚ ਬਾਬਾ ਕਬੀਰ ਜੀ ਦੇ ਬਾਬਤ ਲਿਖਿਆ ਗਿਆ ਹੈ ਕਿ ਉਹਨਾਂ ਦੀ ਕਵਿਤਾ ਹੋ ਸਕਦਾ ਹੈ ਬਾਬਾ ਕਬੀਰ ਜੀ ਦੇ ਨਾਮ ਤੇ ਉਹਨਾਂ ਦੇ ਬਾਅਦ ਦੇ ਜਿਹੜੇ ਕਵੀ ਨੇ ਉਹਨਾਂ ਨੇ ਕਵਿਤਾਵਾਂ ਰਚੀਆਂ ਹੋਣ, ਕਿਉਂਕਿ ਬਾਣੀ ਦੇ ਵਿੱਚ ਇਹ ਸ਼ਬਦ ਨਹੀਂ ਹੈ। ਉਹ ਕਹਿੰਦੇ ਨੇ ਵਿਆਖਿਆਕਾਰ ਕਬੀਰ ਪੰਥੀਏ ਕਿ ਬਾਬਾ ਕਬੀਰ ਜੀ ਪਾਣੀ ਪੀਣ ਲੱਗੇ, ਮੱਛੀ ਨੇ ਬਾਹਰ ਮੂੰਹ ਕੱਢਿਆ ਤੇ ਕਹਿਣ ਲੱਗੀ, ਕਬੀਰ ਸੁਣਿਆ ਹੈ ਪਾਣੀ ਪੀਣ ਦੇ ਨਾਲ ਪਿਆਸ ਬੁੱਝ ਜਾਂਦੀ ਹੈ। ਕਬੀਰ ਜੀ ਕਹਿਣ ਲੱਗੇ ਹਾਂ। ਕਹਿਣ ਲੱਗੀ ਫਿਰ ਦੱਸ ਪਾਣੀ ਕਿੱਥੇ ਹੈ, ਮੈਂ ਵੀ ਪੀਵਾਂ ਤੇ ਮੇਰੀ ਵੀ ਪਿਆਸ ਬੁੱਝ ਜਾਏ। ਬਾਬਾ ਕਬੀਰ ਜੀ ਹੱਸ ਪਏ। ਹੱਸੇ ਕਿਉਂ? ਸਾਡੇ ਲੋਕਾਂ ਤੇ ਹੱਸੇ ਵੀ ਸਾਡਾ ਵੀ ਤੇ ਉਹੀ ਹਾਲ ਹੈ ਨਾ, ਮੱਛੀ ਪਾਣੀ ਦੇ ਵਿੱਚ ਹੈ ਤੇ ਫਿਰ ਵੀ ਪਿਆਸੀ ਹੋਈ, ਉਹਨੂੰ ਪਤਾ ਹੀ ਨਹੀਂ ਵੀ ਮੈਂ ਪਾਣੀ ਵਿੱਚ ਰਹਿੰਦੀ ਹਾਂ। ਆਪਾਂ ਵੀ ਪਰਮੇਸ਼ਰ ਦੇ ਵਿੱਚ ਰਹਿੰਦੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਵੀ ਆਪਾਂ ਪਰਮੇਸ਼ਰ ਵਿੱਚ ਰਹਿੰਦੇ ਹਾਂ। ਸਾਡੇ ਆਲੇ ਦੁਆਲੇ ਪਰਮੇਸ਼ਰ ਹੈ, ਤੁਹਾਡੇ ਵਿੱਚ ਵੀ ਪਰਮੇਸ਼ਰ, ਮੇਰੇ ਸਾਰਿਆਂ ਦੇ ਵਿੱਚ ਪਰਮੇਸ਼ਰ। ਕਿਹੜਾ ਕਿਣਕਾ ਹੈ ਜਿਹਦੇ ਵਿੱਚ ਪਰਮੇਸ਼ਰ ਨਹੀਂ, ਕਿਉਂਕਿ ਘਟ ਘਟ ਮਹਿ ਹਰ ਜੂ ਬਸੈ। ਸੰਤਨ ਕਹਿਓ ਪੁਕਾਰ ਜਲ ਮੇ ਮੀਨ ਪਿਆਸੀ, ਮੋਹੇ ਦੇਖ ਕਰ ਆਵੇ ਹਾਸੀ। ਘਟ ਮੇ ਠਾਕੁਰ ਨਜ਼ਰ ਨਾ ਆਵਾ, ਬਨ ਬਨ ਫਿਰਤ ਉਦਾਸੀ। ਬਾਬਾ ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਮੀਨ ਜਿਵੇਂ ਪਾਣੀ ਵਿੱਚ ਪਿਆਸੀ ਹੈ ਨਾ, ਇਵੇਂ ਹੀ ਕੁਝ ਲੋਕ ਰੱਬ ਵਿੱਚ ਰਹਿੰਦਿਆਂ ਹੋਇਆਂ ਵੀ ਪਿਆਸੇ ਨੇ ਤੇ ਐਵੇਂ ਜੰਗਲ ਬੇਲਿਆਂ ਦੇ ਵਿੱਚ ਤੁਰੇ ਫਿਰਦੇ ਨੇ। ਸਾਡਾ ਵੀ ਇਹੀ ਹਾਲ ਹੈ। ਕਿਉਂ ਬਾਣੀ ਦੇ ਵਿੱਚ ਐਵੇਂ ਦੀਆਂ ਗੱਲਾਂ ਮੇਰੇ ਸਤਿਗੁਰੂ ਜੀ ਨੇ ਕਹੀਆਂ, ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ। ਸਾਰਿਆਂ ਦੇ ਵਿੱਚ ਉਹ ਅਲੇਪ ਹੈ, ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ। ਕਿਵੇਂ? ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਹਿ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ, ਜਿਵੇਂ ਦਰਪਣ ਦੇ ਵਿੱਚ ਸਾਡਾ ਪਰਛਾਵਾਂ ਹੁੰਦਾ ਹੈ, ਸਾਨੂੰ ਉਸ ਅਨੁਭਵ ਤੱਕ ਲਿਜਾਣਾ ਚਾਹੁੰਦੇ ਨੇ। ਜਦੋਂ ਅਸੀਂ ਵਾਹਿਗੁਰੂ ਕਹਿਣਾ ਤੇ ਖਿਆਲ ਕਰਿਓ ਅਸੀਂ ਗੁਰਬਾਣੀ ਤੋਂ ਸੇਧ ਲੈਣੀ ਹੈ। ਵਾਹਿਗੁਰੂ ਕਹੋ ਪਰ ਤੁਹਾਡੇ ਚਿੰਤਨ ਵਿੱਚ ਆ ਜਾਵੇ। ਮੇਰੇ ਸਤਿਗੁਰ ਕਹਿੰਦੇ ਨੇ ਪੋਹਪ ਮਦ ਜਿਉ ਬਾਸ ਬਸਤ ਹੈ। ਜਦੋਂ ਅਸੀਂ ਵਾਹਿਗੁਰੂ ਕਹੀਏ ਸਾਡੇ ਚਿੱਤ ਦੇ ਵਿੱਚ ਤੁਰੰਤ ਆ ਜਾਵੇ ਕਿ ਜਿਵੇਂ ਪੰਖੀ ਰੁੱਖ ਦੇ ਉੱਪਰ ਰਹਿੰਦਾ, ਅਸੀਂ ਉਵੇਂ ਬੈਠੇ ਹੋਏ ਹਾਂ ਰੱਬ ਰੂਪੀ ਰੁੱਖ ਦੇ ਉੱਪਰ। ਜਦੋਂ ਅਸੀਂ ਵਾਹਿਗੁਰੂ ਕਹੀਏ ਸਾਡੇ ਚਿੰਤਨ ਦੇ ਵਿੱਚ ਆ ਜਾਵੇ ਕਿਹੜਾ ਐਸਾ ਜ਼ਰਾ ਹੈ ਜਿਹਦੇ ਵਿੱਚ ਉਹ ਵਾਹਿਗੁਰੂ ਨਹੀਂ। ਜਿੱਦਣ ਸਾਡੇ ਅਨੁਭਵ ਦੇ ਵਿੱਚ ਆ ਗਿਆ ਨਾ ਉਹ ਪਰਮੇਸ਼ਰ, ਉਹ ਪਰਮ ਸ਼ਕਤੀ। ਮੈਂ ਇੱਕ ਬੇਨਤੀ ਕਰਦਾ ਜਾਵਾਂ, ਨਾ ਸਾਡੇ ਮੂੰਹ ਦੇ ਵਿੱਚੋਂ ਬੁਰਾ ਸ਼ਬਦ ਨਿਕਲੇਗਾ, ਨਾ ਅਸੀਂ ਕਦੇ ਕਿਸੇ ਦਾ ਤਿਰਸਕਾਰ ਕਰਾਂਗੇ, ਕੋਈ ਐਸਾ ਸ਼ਬਦ ਨਹੀਂ ਕਹਾਂਗੇ ਜਿਹਦੇ ਨਾਲ ਕਿਸੇ ਦਾ ਮਨ ਟੁੱਟੇ। ਸਾਨੂੰ ਤੇ ਬਾਣੀ ਤੁਰੰਤ ਅਨੁਭਵ ਕਰਵਾਏਗੀ ਕਿ ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤੋ ਪ੍ਰਿਆ ਕੀ ਸਿੱਖ ਹਿਆਓ ਨਾ ਕਾਹੇ ਢਾਹੇ ਕਹੀਂ ਦਾ। ਕਿ ਉਹ ਭਲਿਆ ਲੋਕਾ, ਸਾਰਿਆਂ ਦੇ ਵਿੱਚ ਤੇ ਰੱਬ ਵਸਦਾ ਹੈ, ਤੂੰ ਕਿਹਦਾ ਮਨ ਪਿਆ ਢਾਉਂਦਾ ਹੈ। ਤੇ ਮੈਂ ਬੇਨਤੀ ਕਰਾਂ ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰਹੇਗੀ, ਸਾਰੇ ਆਪਣੇ ਨਜ਼ਰ ਆਉਣਗੇ ਤੇ ਲੜਾਈਆਂ ਝਗੜੇ ਸਾਰੇ ਮੁੱਕ ਜਾਣਗੇ। ਨਾਮ ਦੀ ਕਮਾਈ ਦੇ ਰਾਹੀਂ ਹੀ ਦੁਨੀਆ ਅੰਦਰ ਸ਼ਾਂਤੀ ਪੈਦਾ ਹੋ ਸਕਦੀ ਹੈ, ਝਗੜੇ ਝੇੜੇ ਮੁੱਕ ਸਕਦੇ ਨੇ, ਸਾਰੇ ਦੁੱਖ ਜਾ ਸਕਦੇ ਨੇ, ਪਰ ਕੇਵਲ ਕਿਸੇ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰਨ ਦੇ ਨਾਲ ਨਹੀਂ। ਨਾਲ ਗੁਰਪ੍ਰਸਾਦ ਦੀ ਬਾਣੀ ਦੀ ਗੱਲ ਕੀਤੀ ਗਈ ਹੈ, ਰਾਮ ਰਾਮ ਸਭ ਕੋ ਕਹੈ ਕਹੇ ਰਾਮ ਨਾ ਹੋਏ। ਗੁਰਪ੍ਰਸਾਦੀ, ਗੁਰਪ੍ਰਸਾਦੀ ਜਦੋਂ ਸ਼ਬਦ ਵਰਤਿਆ ਤੇ ਬਾਣੀ ਦੀ ਗੱਲ ਹੈ। ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਸੁਖ ਪਾਵੇ ਕੋਏ, ਤਾਂ ਉਸ ਅਨੁਭਵ ਨੂੰ ਕੋਈ ਪ੍ਰਾਪਤ ਕਰੇਗਾ। ਗੁਰਪ੍ਰਸਾਦੀ ਭਾਵ ਕਿ ਬਾਣੀ ਤੇ ਵਾਹਿਗੁਰੂ ਗੁਰਮੰਤਰ ਦੋਵੇਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ, ਇੱਕ ਦੂਸਰੇ ਦੇ ਵਿੱਚ ਓਤ ਪੋਤ ਨੇ। ਬਾਣੀ ਪੜ੍ਹ ਕੇ ਵਾਹਿਗੁਰੂ ਕਹਾਂਗੇ, ਵਾਹਿਗੁਰੂ ਕਹਿਣ ਦਾ ਆਨੰਦ ਆਏਗਾ। ਔਰ ਇਹ ਆਨੰਦ ਨੂੰ ਜਦੋਂ ਅਸੀਂ ਮਾਣਾਂਗੇ, ਇਸ ਆਨੰਦ ਦੇ ਰਾਹੀਂ ਸੰਸਾਰ ਆਨੰਦ ਭਰਪੂਰ ਬਣ ਜਾਏਗਾ, ਸਾਡੀ ਸ਼ਖਸੀਅਤ ਆਨੰਦ ਭਰਪੂਰ ਬਣ ਜਾਏਗੀ, ਸਾਡਾ ਪਰਿਵਾਰ ਆਨੰਦ ਭਰਪੂਰ ਬਣ ਜਾਏਗਾ, ਸਾਡਾ ਸਮਾਜ ਆਨੰਦ ਭਰਪੂਰ ਬਣ ਜਾਏਗਾ। ਪਰ ਅੱਜ ਨਾ ਸਾਡੇ ਪਰਿਵਾਰਾਂ ਵਿੱਚ ਆਨੰਦ ਹੈ, ਨਾ ਸਾਡੇ ਸਿੱਖ ਸਮਾਜ ਵਿੱਚ ਆਨੰਦ ਹੈ। ਸਾਡੇ ਸਿੱਖ ਸਮਾਜ ਦੇ ਵਿੱਚ ਹਰ ਜਗ੍ਹਾ ਝਗੜੇ ਝੇੜੇ ਨੇ। ਸਿਮਰਨ ਕਰਨ ਵਾਲੇ ਵੀ ਝਗੜੇ ਕਰੀ ਜਾਂਦੇ ਨੇ, ਜਿਹੜੇ ਸਿਮਰਨ ਨਹੀਂ ਕਰਦੇ ਉਹ ਵੀ ਝਗੜੇ ਝੇੜੇ ਕਰੀ ਜਾਂਦੇ ਨੇ। ਕਈ ਵਾਰ ਸਮਝ ਨਹੀਂ ਆਉਂਦੇ ਭਈ ਇਹ ਸਿਮਰਨ ਕਰਨ ਵਾਲਿਆਂ ਨੂੰ ਤੇ ਆਮ ਲੋਕਾਂ ਨੂੰ ਵੱਖਰੇ ਵੱਖਰੇ ਕਿਵੇਂ ਗਿਣੀਏ, ਕਿਉਂਕਿ ਦੋਵਾਂ ਦੇ ਸੁਭਾਅ ਇੱਕੋ ਜਿਹੇ ਨੇ। ਅਸਲ ਦੇ ਵਿੱਚ ਸਿਮਰਨ ਕੀਤਾ ਹੀ ਨਹੀਂ ਗਿਆ, ਅਸਲ ਵਿੱਚ ਵਾਹਿਗੁਰੂ ਗੁਰਸ਼ਬਦ ਨੂੰ ਸਮਝਿਆ ਹੀ ਨਹੀਂ ਗਿਆ। ਮੇਰੇ ਸਤਿਗੁਰ ਕਹਿੰਦੇ ਨੇ ਇਹ ਇੱਕ ਮਹਾਨ ਦਾਤ ਹੈ, ਜਿਸ ਮਹਾਨ ਦਾਤ ਦੇ ਰਾਹੀਂ
ਅਸੀਂ ਆਪਣੀ ਉਸ ਸਭ ਤੋਂ ਵੱਡੀ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਪਰ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਾਸਤੇ ਸਾਨੂੰ ਪਹਿਲਾਂ ਬਾਣੀ ਸਮਝਣੀ ਪਏਗੀ ਤੇ ਬਾਣੀ ਦੇ ਰਾਹੀਂ ਇਹ ਆਨੰਦ ਪ੍ਰਾਪਤ ਕਰਨਾ ਪਏਗਾ। ਇੱਕ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ, ਖਿਆਲ ਕਰਿਓ ਜਿੰਨੇ ਨਾਮ ਆਏ ਨੇ ਬਾਣੀ ਦੇ ਵਿੱਚ, ਜਾਤੀ ਨਾਮ ਵੀ ਆਏ ਨੇ। ਮਹਾਰਾਜ ਨੇ ਇਹ ਵੀ ਬਚਨ ਕੀਤਾ, ਕਹਿੰਦੇ ਬਲਿਹਾਰੇ ਜਾਊਂ ਜੇਤੇ ਤੇਰੇ ਨਾਮ ਹੈ। ਮੈਂ ਸਾਰੇ ਨਾਮਾਂ ਤੋਂ ਬਲਿਹਾਰੇ ਜਾਂਦਾ ਹਾਂ, ਪਰ ਵਾਹਿਗੁਰੂ ਨਾਮ ਸ੍ਰੇਸ਼ਟ ਹੈ। ਕਿਉਂ ਸ੍ਰੇਸ਼ਟ ਹੈ? ਕਿਉਂਕਿ ਇਹਦਾ ਸੰਬੰਧ ਸਿਫਤ ਦੇ ਨਾਲ ਹੈ। ਕੁਝ ਜਾਣਿਆਂ ਨੇ ਵਿਆਖਿਆ ਕਰਦਿਆਂ ਹੋਇਆਂ ਸ਼ਬਦ ਵਰਤੇ ਆ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਆਖਰੀ ਪੌੜੀ ਕਿ ਸਤਜੁਗ ਸਤਗੁਰ ਵਾਸਦੇਵ ਵਾਵਾ ਵਿਸ਼ਨੂੰ ਨਾਮ ਜਪਾਇਆ। ਉਹ ਕਹਿਣ ਲੱਗੇ ਜੀ ਸਤਜੁਗ ਦੇ ਵਿੱਚ ਵਾਵਾ ਅਕਸ਼ਰ ਲੈ ਲਿਆ, ਉਹਦੇ ਬਾਅਦ ਦੁਆਪਰ ਸਤਗੁਰ ਹਰੀ ਕ੍ਰਿਸ਼ਨ ਹਰ ਹਰ ਸਤਗੁਰ ਨਾਮ ਜਪਾਇਆ। ਫਿਰ ਤ੍ਰੇਤੇ ਸਤਗੁਰ, ਤ੍ਰੇਤੇ ਦੇ ਵਿੱਚ ਜਿਹੜਾ ਸਤਗੁਰ ਸੀ ਉਹਦੇ ਬਾਰੇ ਕਹਿ ਦਿੱਤਾ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਇਆ। ਫਿਰ ਉਹਨਾਂ ਨੇ ਅੱਗੇਲੇ ਅਕਸ਼ਰ ਦੀ ਗੱਲ ਕੀਤੀ ਕਿ ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਜਪਾਇਆ। ਤੇ ਚਹੋਂ ਜਾਗੇ ਚਹੋਂ ਜੁਗੀ ਪੰਚੈਣ ਆਪੇ ਰਚਾਇਆ। ਚਾਰੇ ਅਕਸ਼ਰ ਜੋੜ ਕੇ ਵਾਹਿਗੁਰੂ ਜਪ ਮੰਤਰ ਸੁਣਾਇਆ ਤੇ ਜਹਾਂ ਤੇ ਉਪਜਿਆ ਤਹਾਂ ਸਮਾਇਆ। ਇਹ ਪੌੜੀ ਕਹਿ ਕੇ ਉਹਨਾਂ ਨੇ ਕਿਹਾ ਜੀ ਇੱਕ ਇੱਕ ਅੱਖਰ ਵੱਖ-ਵੱਖ ਯੁਗਾਂ ਵਿੱਚੋਂ ਵੱਖ-ਵੱਖ ਅਵਤਾਰਾਂ ਦਾ ਲੈ ਕੇ ਵਾਹਿਗੁਰੂ ਬਣਿਆ। ਮੈਂ ਇਹਦੇ ਬਾਰੇ ਬਹੁਤਾ ਤਰਕ ਨਹੀਂ ਕਰਨਾ ਚਾਹੁੰਦਾ। ਈਸਰ ਮਾਈਕਰੋ ਮੀਡੀਆ ਤੁਹਾਡੇ ਵਿੱਚ ਜਿਹੜੇ ਪੜ੍ਹੇ ਲਿਖੇ ਵੀਰ ਨੇ ਉਹ ਡਾਊਨਲੋਡ ਕਰਨ। ਬਾਬਾ ਈਸਰ ਸਿੰਘ ਹੁਣਾਂ ਤੋਂ ਚੱਲੀ ਹੋਈ ਸੰਪਰਦਾ ਰਾੜਾ ਸਾਹਿਬ, ਉਹਨਾਂ ਵੱਲੋਂ ਇੱਕ ਸੰਸਥਾ ਵੱਲੋਂ ਵੈਬਸਾਈਟ ਤਿਆਰ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਮਾਈਕਰੋਸਾਫਟ ਤਿਆਰ ਕੀਤਾ, ਉਹਨੂੰ ਈਸਰ ਮਾਈਕਰੋ ਮੀਡੀਆ ਕਹਿੰਦੇ ਨੇ। ਉਹਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਲਿੱਕ ਕਰਿਓ। ਜਿਹੜੀ ਵਾਰ ਨਿਕਲੇਗੀ ਸੰਤ ਹਜ਼ਾਰਾ ਸਿੰਘ ਹੁਣਾਂ ਦਾ ਟੀਕਾ ਕੀਤਾ ਹੋਇਆ ਵਾਰ ਦਾ, ਜਿਹਨੂੰ ਸੰਪਾਦਿਤ ਭਾਈ ਵੀਰ ਸਿੰਘ ਹੁਣਾਂ ਨੇ ਕੀਤਾ ਹੈ। ਜਦੋਂ ਤੁਸੀਂ ਇਸ ਪੌੜੀ ਨੂੰ ਪੜ੍ਹੋਗੇ ਹੇਠਾਂ ਫੁੱਟ ਨੋਟ ਸਿੱਖ ਕੌਮ ਦੇ ਮਹਾਨ ਅਧਿਆਤਮਵਾਦੀ ਗੁਰਸਿੱਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਫੁੱਟ ਨੋਟ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਉਹ ਸਾਰੀ ਗੱਲ ਕੀਤੀ ਹੈ ਕਿ ਕਿਵੇਂ ਇੱਕ ਇੱਕ ਸ਼ਬਦ ਜੇ ਤਰਤੀਬ ਵਿੱਚ ਯੁਗਾਂ ਤੋਂ ਲੈ ਲਈਏ ਤੇ ਵਾਹਿਗੁਰੂ ਸ਼ਬਦ ਨਹੀਂ ਬਣਦਾ। ਫਿਰ ਉਹਨਾਂ ਨੇ ਗੱਲ ਕੀਤੀ ਸਪਸ਼ਟ ਤੌਰ ਤੇ ਭਾਈ ਵੀਰ ਸਿੰਘ ਨੇ ਲਿਖਿਆ ਕਿ ਕਿਸੇ ਦਾ ਸ਼ਬਦ ਭਾਈ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਆ ਕੇ ਇਹ ਰਲਿਆ। ਕੋਈ ਗੁਰੂ ਕਾਲ ਦੀ ਸਾਨੂੰ ਹੱਥ ਲਿਖਤ ਵਾਰ ਲੱਭ ਜਾਵੇ ਫਿਰ ਅਸੀਂ ਸਿੱਧ ਕਰ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਦੀ ਹੀ ਉਚਾਰਨ ਕੀਤੀ ਹੋਈ ਇਹ ਪੌੜੀ ਹੋ ਸਕਦੀ ਹੈ। ਇਹਦਾ ਅਰਥ ਕਿ ਇਹ ਪੌੜੀ ਜਿਹੜੀ ਹੈ ਕੰਟਰੋਵਰਸ਼ੀਅਲ ਹੈ। ਕਿਉਂ? ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਹੈ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਖਿਆਲ ਕਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਿਹੜਾ ਵਾਹਿਗੁਰੂ ਗੁਰ ਸ਼ਬਦ ਗੁਰੂ ਸਾਹਿਬ ਜੀ ਨੇ ਸੁਣਾਇਆ ਹੈ ਇਹ ਵੇਦ ਤੇ ਕਤੇਬ ਤੋਂ ਅਗੋਚਰਾ ਹੈ, ਉਹਦੇ ਤੋਂ ਪਰੇ ਹੈ। ਇਹਦਾ ਅਰਥ ਕਿ ਵੇਦਾਂ ਕਤੇਬਾਂ ਨਾਲ ਜਾਂ ਅਵਤਾਰਾਂ ਦੇ ਨਾਲ ਇਸ ਸ਼ਬਦ ਦਾ ਕੋਈ ਸੰਬੰਧ ਨਹੀਂ ਹੈ। ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਿਛੂ ਨਾ ਲਿਆ। ਸਾਡੇ ਪ੍ਰਾਤਨ ਵਿਦਵਾਨਾਂ ਨੇ ਵੀ ਉਸ ਪੌੜੀ ਤੇ ਤਰਕ ਕੀਤਾ ਹੈ। ਹਾਂ, ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਅਸੀਂ ਪ੍ਰਚਾਰਕ ਹਾਂ, ਕਈ ਵਾਰੀ ਪ੍ਰਚਾਰ ਕਰਦਿਆਂ ਹੋਇਆਂ ਸਾਨੂੰ ਉਕਤੀਆਂ ਜੁਗਤੀਆਂ ਦਾ ਪ੍ਰਯੋਗ ਕਰਨਾ ਪੈਂਦਾ ਹੈ ਤੇ ਕਈ ਵਾਰ ਅਸੀਂ ਆਪਣੀ ਗੱਲ ਨੂੰ ਜ਼ਿਆਦਾ ਵਿਸ਼ੇਸ਼ ਕਰਨ ਵਾਸਤੇ ਵੱਡਿਆਂ ਬਣਾਉਣ ਵਾਸਤੇ ਕੁਝ ਸਮੇਂ ਦੇ ਅਨੁਕੂਲ ਗੱਲ ਕਰ ਬੈਂਦੇ ਹਾਂ ਜਿਹਦਾ ਸੰਬੰਧ ਸਾਡੇ ਸਿਧਾਂਤ ਨਾਲ ਨਹੀਂ ਹੁੰਦਾ। ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਜਦੋਂ ਸੂਰਜ ਪ੍ਰਕਾਸ਼ ਲਿਖਿਆ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਨੂੰ ਵੱਡਿਆਂ ਬਣਾਉਣ ਦੀ ਇੱਕ ਸਾਖੀ ਪਾਈ। ਸਾਖੀ ਕਾਲਪਨਿਕ ਹੈ। ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਗਏ, ਹਰਿਦੁਆਰ ਦੀ ਇਤਿਹਾਸਕ ਕਥਾ ਜਦੋਂ ਸਤਿਗੁਰੂ ਜੀ ਨੇ ਖੰਡਨ ਕੀਤਾ ਤਰਕ ਦੇ ਨਾਲ ਸੂਰਜ ਤੋਂ ਅੱਗੇ ਪਿੱਤਰ ਲੋਕ ਨੂੰ ਪਾਣੀ ਪਹੁੰਚਾਉਣ ਦਾ, ਪਰ ਉੱਥੇ ਹੀ ਘਟਨਾ ਹੋਰ ਭਾਈ ਸਾਹਿਬ ਜੀ ਨੇ ਦਰਜ ਕੀਤੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸਨ, ਇੱਕ ਲਾਲ ਕੱਪੜਿਆਂ ਦੇ ਵਿੱਚ ਸ਼ਿੰਗਾਰੀ ਹੋਈ ਔਰਤ ਛਮ ਛਮ ਕਰਦੀ ਆ ਰਹੀ ਹੈ।
ਝਾਂਜਰਾਂ ਛੜਕ ਰਹੀਆਂ ਨੇ। ਸਿਰ ਦੇ ਉੱਪਰ ਉਹਨੇ ਥਾਰ ਰੱਖਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਆ ਕੇ ਥਾਰ ਰੱਖਿਆ, ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਦੇਵੀ ਤੂੰ ਕੌਣ? ਕਹਿਣ ਲੱਗੀ, ਜੀ ਮੈਂ ਗੰਗਾ ਹਾਂ। ਮਹਾਰਾਜ ਕਹਿਣ ਲੱਗੇ, ਗੰਗਾ ਤੂੰ ਸਾਡੇ ਕੋਲ ਕੀ ਲੈਣ ਆਈ ਹੈ? ਮਹਾਰਾਜ ਪਾਪੀ ਲੋਕ ਆ ਕੇ ਇਸ਼ਨਾਨ ਕਰਦੇ ਨੇ, ਮੈਂ ਪਾਪਾਂ ਦੇ ਨਾਲ ਮਲੀਨ ਹੋ ਗਈ ਹਾਂ। ਹੁਣ ਗੰਗਾ ਕੋਈ ਔਰਤ ਨਹੀਂ। ਭਾਰਤ ਦੇ ਅੰਦਰ ਵਿਸ਼ਵਾਸ ਹੈ ਗੰਗਾ ਗੱਲਾਂ ਕਰਦੀ ਹੈ। ਮੈਂ ਬਹੁਤਾ, ਕਿਉਂਕਿ ਮੇਰੇ ਕੋਲ ਹੁਣ ਸਮਾਂ ਸਮਾਪਤ ਹੋਣ ਦੇ ਕਗਾਰ ਤੇ ਹੈ, ਮੈਂ ਕੋਈ ਐਸੀ ਗੱਲ ਨਹੀਂ ਕਰਨਾ ਚਾਹੁੰਦਾ ਜਿਹਨੂੰ ਕਲੀਅਰ ਕਰਨ ਵਾਸਤੇ ਮੈਨੂੰ ਜ਼ਿਆਦਾ ਸਮਾਂ ਲੱਗੇ। ਪਰ ਭਾਰਤ ਵਿੱਚ ਨਦੀਆਂ ਗੱਲਾਂ ਕਰਦੀਆਂ ਨੇ, ਵਿਦੇਸ਼ਾਂ ਦੀਆਂ ਨਦੀਆਂ ਕੋਈ ਗੱਲਾਂ ਨਹੀਂ ਕਰਦੀਆਂ। ਮੈਂ ਬੈਠਾ ਹੋਇਆ ਸਾਂ ਇੰਗਲੈਂਡ ਦੇ ਵਿੱਚ ਗ੍ਰੇਵਜ਼ੈਂਟ ਵਿਖੇ, ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਮਨਾਇਆ। ਮੈਂ ਉੱਥੇ ਗੱਲ ਕੀਤੀ ਕਿ ਕਿਵੇਂ ਖਿੱਚ ਕੇ ਉਹ ਬ੍ਰਾਹਮਣਵਾਦੀ ਖੱਡ ਦੇ ਵਿੱਚ ਭਾਈ ਸਾਹਿਬ ਜੀ ਨੂੰ ਸੁੱਟਣਾ ਚਾਹੁੰਦੇ ਨੇ, ਭਗਤ ਜੀ ਨੂੰ ਸੁੱਟਣਾ ਚਾਹੁੰਦੇ ਨੇ, ਤਾਂ ਕਿ ਇੱਕ ਭਗਤ ਸਾਡੇ ਚੁੰਗਲ ਵਿੱਚ ਫਸ ਜਾਵੇ ਤੇ ਉਸ ਭਗਤ ਦੇ ਉੱਪਰ ਵਿਸ਼ਵਾਸ ਰੱਖਣ ਵਾਲੀ ਸਾਰੀ ਦੀ ਸਾਰੀ ਜਿਹੜੀ ਸੰਗਤ ਹੈ ਉਹ ਬ੍ਰਾਹਮਣੀ ਖੱਡ ਵਿੱਚ ਡਿੱਗ ਪਵੇ। ਤੇ ਡਿੱਗ ਵੀ ਪਈ ਹੈ, ਨਵਾਂ ਗ੍ਰੰਥ ਬਣਾਈ ਫਿਰਦੇ ਨੇ। ਉਹਦੇ ਵਿੱਚ ਉਹੀ ਬ੍ਰਾਹਮਣੀ ਗੱਲਾਂ ਤੇ ਉਹੀ ਬ੍ਰਾਹਮਣੀ ਰੌ ਰੀਤਾਂ ਉਹਨਾਂ ਨੇ ਮੰਦਰਾਂ ਦੇ ਵਿੱਚ ਪੈਦਾ ਕਰ ਲਈਆਂ, ਕਿਉਂਕਿ ਅਸੀਂ ਕਲੀਅਰ ਨਹੀਂ ਕਰ ਸਕੇ। ਉਹਨਾਂ ਨੇ ਕਿਹਾ, ਉਹਨਾਂ ਦੇ ਬ੍ਰਾਹਮਣੀ ਚਾਲਾਂ ਨੇ ਕਿਹਾ ਕਿ ਉਹ ਤੇ ਬਈ ਗੰਗਾ ਨੂੰ ਭੇਟਾ ਆਪਣੀ ਭੇਜਦੇ ਸਨ, ਗੰਗਾ ਬਾਹਾਂ ਬਾਹਰ ਕੱਢਦੀ ਸੀ, ਉਹ ਤੇ ਮੂਰਤੀਆਂ ਦੀ ਪੂਜਾ ਕਰਦੇ ਸਨ, ਮੱਥੇ ਤੇ ਤਿਲਕ ਲਾ ਕੇ ਰੱਖਦੇ ਸਨ। ਕਿੰਨੀਆਂ ਫੌਤੀ ਗੱਲਾਂ ਨੇ ਜਿਹੜੀਆਂ ਉਹਨਾਂ ਲੋਕਾਂ ਨੇ ਬਣਾਈਆਂ ਤੇ ਰਲਾਵਟਾਂ ਕੀਤੀਆਂ ਸਾਡੇ ਗ੍ਰੰਥਾਂ ਦੇ ਵਿੱਚ। ਉਹਨਾਂ ਨੇ ਭਗਤ ਮਾਲ ਨਾਮ ਦਾ ਗ੍ਰੰਥ ਲਿਖ ਕੇ ਕੀ ਕੁਝ ਨਹੀਂ ਭਗਤਾਂ ਦੇ ਖਿਲਾਫ ਲਿਖਿਆ। ਉਹਨਾਂ ਨੂੰ ਬ੍ਰਾਹਮਣੀ ਖੱਡ ਦੇ ਵਿੱਚ ਸੁੱਟਣ ਦਾ ਉਹਨਾਂ ਦਾ ਪ੍ਰਯੋਜਨ ਸੀ। ਮੈਂ ਬੇਨਤੀ ਕੀਤੀ, ਲਾਗੋਂ ਦੀ ਇੱਕ ਥੇਮਜ਼ ਦਰਿਆ ਲੰਘਦਾ। ਮੈਂ ਪੁੱਛਿਆ, ਮੈਂ ਕਿਹਾ ਗੁਰਮੁਖੋ ਤੁਹਾਨੂੰ 100 ਸਾਲ ਹੋ ਗਏ ਨੇ ਗ੍ਰੇਵਜ਼ੈਂਟ ਆਇਆ, ਕਦੀ ਥੇਮਜ਼ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ? ਸਿੱਖਾਂ ਦੇ ਨਾਲ ਕਦੇ ਬਿਆਸ ਗੱਲਾਂ ਨਹੀਂ ਕਰਦਾ, ਕਦੇ ਰਾਵੀ ਨੇ ਗੱਲਾਂ ਨਹੀਂ ਕੀਤੀਆਂ, ਕਦੇ ਝਨਾਬ ਨੇ ਗੱਲਾਂ ਨਹੀਂ ਕੀਤੀਆਂ। ਗੰਗਾ ਗੱਲਾਂ ਕਰਦੀ ਏ, ਗੰਗਾ ਬੱਚੇ ਪੈਦਾ ਕਰਦੀ ਏ, ਭੀਸ਼ਮ ਪੈਦਾ ਕਰਦੀ ਹੈ ਗੰਗਾ। ਇਹ ਹਿੰਦੁਸਤਾਨ ਦੀਆਂ ਨਦੀਆਂ ਤੇ ਨਾਲੇ ਬੋਲਦੇ ਨੇ, ਹਿੰਦੁਸਤਾਨ ਦੇ ਪਹਾੜ ਬੱਚੇ ਪੈਦਾ ਕਰਦੇ ਨੇ। ਇਹ ਕਾਲਪਨਿਕ ਗੱਲਾਂ ਨੇ, ਇਹ ਗੱਲਾਂ ਸਾਡੀਆਂ ਨਹੀਂ। ਤੇ ਮੈਂ ਬੇਨਤੀ ਕਰਦਾ ਜਾਵਾਂ, ਜੇ ਇਹੋ ਜਿਹੇ ਵਿਸ਼ਵਾਸ ਸਾਡੇ ਗ੍ਰੰਥਾਂ ਵਿੱਚ ਕਿਤੇ ਆਏ ਨੇ ਤੇ ਇਹ ਵੇਦ ਕਤੇਬਾਂ ਦੇ ਗ੍ਰੰਥ ਨੇ, ਜਿਨ੍ਹਾਂ ਬਾਰੇ ਸਤਿਗੁਰ ਕਹਿੰਦੇ ਨੇ ਪੰਡਤ ਮੁੱਲਾਂ ਜੋ ਲਿਖਦੀ ਆ, ਛਾੜ ਚਲੇ ਹਮ ਕਿਛੂ ਨਾ ਲਈਆ। ਅਸੀਂ ਨਹੀਂ ਕੁਝ ਵੀ ਲਿਆ ਤੇ ਅਸੀਂ ਸਾਰਾ ਕੁਝ ਛੱਡ ਦਿੱਤਾ ਹੈ। ਖਿਆਲ ਕਰਿਓ, ਵੇਦ ਕਤੇਬ ਤੋਂ ਅਗੋਚਰਾ ਹੈ ਵਾਹਿਗੁਰੂ ਗੁਰਮੰਤਰ। ਕੋਈ ਸੰਬੰਧ ਨਹੀਂ ਵੇਦ ਦੇ ਨਾਲ, ਕਤੇਬ ਦੇ ਨਾਲ। ਇਹ ਗੁਰੂ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚੋਂ ਪ੍ਰਗਟ ਹੋਇਆ ਹੈ ਵਾਹ। ਤੇ ਗੁਰੂ ਉਸ ਪਰਮੇਸ਼ਰ ਦੀ ਹਸਤੀ ਨੂੰ ਕਿਹਾ ਗਿਆ ਹੈ ਜਿਹੜੀ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦੀ ਹੈ। ਔਰ ਵਾਹ ਉਸ ਅਸਚਰਜ, ਉਸ ਬਿਸਮਾਦਤ ਪਰਮ ਸ਼ਕਤੀ ਨੂੰ ਮਹਿਸੂਸ ਕਰਨ ਦੀ ਅਵਸਥਾ ਹੈ। ਇਹ ਸ਼ਬਦ ਸਾਡੇ ਅੰਤਰੀਵੀ ਭਾਵਾਂ ਦਾ ਸ਼ਬਦ ਹੈ, ਇਹ ਗੁਰੂ ਦੇ ਹਿਰਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਹੈ। ਔਰ ਇਹ ਸ਼ਬਦ ਬਿਸਮਾਦੀ ਸ਼ਬਦ ਹੈ, ਇਹ ਵੱਖ-ਵੱਖ ਦੇਵਤਿਆਂ ਦੇ ਨਾਮ ਤੋਂ ਲਿਆ ਹੋਇਆ ਸ਼ਬਦ ਨਹੀਂ ਹੈ। ਇਸ ਵਾਸਤੇ ਸਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ। ਔਰ ਜੇ ਕੋਈ ਵਿਅਕਤੀ ਵੇਦਾਂ ਕਤੇਬਾਂ ਦੇ ਦਰਪਣ ਦੇ ਵਿੱਚੋਂ ਇਹ ਪੌੜੀ ਨੂੰ ਵਿਖਿਆਨ ਕਰਦਾ, ਮੈਂ ਸਮਝਦਾ ਹਾਂ ਉਹਦੀ ਭੁੱਲ ਹੈ। ਗੱਲ ਮੁਕੰਮਲ ਕਰਾਂ, ਖਿਆਲ ਕਰਿਓ, ਜਦੋਂ ਉਹ ਬੀਬੀ ਆਈ, ਮਹਾਰਾਜ ਕਹਿਣ ਲੱਗੇ ਇਹ ਥਾਲ ਕਾਹਦੇ ਵਾਸਤੇ, ਮੋਤੀ ਕਾਹਦੇ ਵਾਸਤੇ? ਕਹਿਣ ਲੱਗੀ ਜੀ ਤੁਹਾਡੇ ਵਾਸਤੇ। ਮਹਾਰਾਜ ਕਹਿੰਦੇ ਸਾਨੂੰ ਲੋੜ ਕੋਈ ਨਹੀਂ। ਕਹਿਣ ਲੱਗੀ ਜੀ ਹੁਣ ਤੇ ਲੈ ਆਂਦੇ ਨੇ, ਜੋ ਮਰਜ਼ੀ ਕਰੋ। ਮਹਾਰਾਜ ਕਹਿੰਦੇ ਚਲੋ ਠੀਕ ਹੈ, ਗਰੀਬਾਂ ਵਾਸਤੇ ਲੰਗਰ ਲਾ ਦਿਓ। ਉਹਨੇ ਭੰਡਾਰਾ ਕੀਤਾ। ਭੰਡਾਰੇ ਦੇ ਵਿੱਚ ਉਹਨੇ ਸਾਰੇ ਦੇਵਤੇ ਸੱਦੇ, ਗੁਰੂ ਸਾਹਿਬ ਜੀ ਨੂੰ ਉੱਚੀ ਜਗ੍ਹਾ ਤੇ ਬਿਠਾਇਆ। ਦੇਵਤੇ ਆ ਗਏ, ਦੇਵਤਿਆਂ ਨੇ ਕਤਾਰ ਬਣਾਈ ਹੋਈ ਹੈ। ਬ੍ਰਹਮਾ ਮੱਥਾ ਟੇਕ ਰਿਹਾ, ਡੰਡੌਤ ਕਰ ਰਿਹਾ, ਵਿਸ਼ਨੂੰ ਕਰ ਰਿਹਾ ਹੈ, ਸ਼ਿਵ ਕਰ ਰਿਹਾ ਹੈ। ਕਵੀ ਨੇ ਕਲਪਨਾ ਸ਼ਕਤੀ ਦੇ ਰਾਹੀਂ 33 ਕਰੋੜ ਦੇਵਤਿਆਂ ਨੂੰ ਲਟਾ ਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਤੁਸੀਂ ਕਹੋਗੇ ਜੀ ਇਹਦੇ ਵਿੱਚ ਕੀ ਮਾੜਾ ਹੈ, ਪਰ ਜਦੋਂ ਤੁਸੀਂ ਬਾਣੀ ਪੜ੍ਹੋ, ਤੁਹਾਡਾ ਗੁਰੂ ਕਹਿੰਦਾ ਹੈ ਕਿ ਦੇਵਤਿਆਂ ਦੀ ਹੋਂਦ ਦੀ ਕੋਈ ਨਹੀਂ ਹੈਗੀ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਨ ਉਪਾਇਆ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੇ ਬੂਢੇ ਤਿਹ ਬਾਣੀ। ਤੇ ਮੰਨਦੀ ਕੋਈ ਨਹੀਂ, ਇਹ ਸਾਰੇ ਕਾਲਪਨਿਕ ਨੇ। ਪਰ ਕਲਪਨਾ ਸ਼ਕਤੀ ਰਾਹੀਂ ਇੱਕ ਪ੍ਰਚਾਰਕ ਨੇ ਆਪਣੇ ਗੁਰੂ ਨੂੰ, ਆਪਣੇ ਪੈਗੰਬਰ ਨੂੰ ਵੱਡਿਆਂ ਬਣਾਉਣਾ ਸੀ, ਬਣਾ ਦਿੱਤਾ।
हो सकता है कि किसी प्रचारक ने भावें वो भाई गुरदास जी होण ये सिद्ध करन वास्ते वो भलिओ लोगों एवें तुसीं गोबिंद गोबिंद करी जाते हो, राम राम करी जाते हो, विष्णु विष्णु करी जाते हो, आओ आ सारे शब्द रला के गुरु साहब ने महान शब्द प्रगट किया है। केवल अपने मंत्र नूं गुरमंत्र नूं वड्डियां दसण वास्ते एक प्रचारक उक्ति है, वो उक्तियां असीं प्रचारक भी वरतदे हां थां पर थाएं अपने मत नूं, अपने गुरु नूं, अपने विश्वास नूं दूजियां नालों वड्डा दसण वास्ते, ताकि दूजे विश्वासां वाले साडे गुरु दे चरनां विच आ जाण। ये साडी ड्यूटी हुंदी है। पर वाहिगुरू गुरमंत्र वेद कतेब तो अगोचरा है। ये गुरु दे हिरदे दा प्यार है, गुरु दे हिरदे दा अनुभव है। उस अनुभव तक पहुँचण वास्ते गुरु की बाणी का सानू सहारा लेना पएगा। फिर असी उस अवस्था में पहुँच जावांगे जिथे जाके बने रहत सब सके बरादर, एक को दूसर देवत आदर, है इनमें इतफाक महान, सिख सिख परवारत प्राण। फिर साडे घरां विच भी एकता, घरां विच भी परिवार, पंथ विच भी परिवार, पंथ विच भी एकता। अज भी हौमे दे रोग की दवाई गुरु का शब्द है। गुरु के शब्द की कमाई के राही ये रोग दूर हो सकता है। सारे प्यार नाल आखो वाहिगुरू गुरमंत्र है। जप हौमे खोई, होइयां भुलां चुकां दी खिमा। वाहिगुरू जी का खालसा, वाहिगुरू जी की फतेह।